ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇਵੀਂ ਅਸ਼ਟਪਦੀ ਤੇ ਉਸ ਦੇ ਨਾਲ ਜਿਹੜਾ ਸ਼ਲੋਕ ਹੈ ਉਸ ਦੀ ਵਿਚਾਰ ਅਸੀਂ ਸਰਵਣ ਕਰਨ ਜਾ ਰਹੇ ਹਾਂ ਜੀ, ਵਿਚਾਰਨ ਜਾ ਰਹੇ ਹਾਂ। ਪਾਵਨ ਬਚਨ ਹਨ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੁਣ ਇਹਦੇ ਵਿੱਚ ਇੱਕ ਬੇਨਤੀ ਹੈ, ਇੱਕ ਅਰਦਾਸ ਹੈ। ਉਹ ਬੇਨਤੀ ਤੇ ਅਰਦਾਸ ਇਹ ਹੈ ਕਿ ਸੱਚੇ ਪਾਤਸ਼ਾਹ ਵੀ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਪ੍ਰਭ ਸ਼ਰਨਾਗਤੀ, ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਮੈਂ ਇੱਕ ਚੀਜ਼ ਮੰਗ ਰਿਹਾ ਤੇਰੇ ਕੋਲੋਂ। ਕਰ ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਕਿਰਪਾ ਕਰ, ਰਹਿਮਤ ਕਰ ਮੇਰੇ ਉੱਤੇ। हे ਪ੍ਰਭੂ, हे ਗੁਰਦੇਵ, ਦੋ ਆਵਾਜ਼ਾਂ ਮਾਰੀਆਂ। ਰੱਬ ਜੀ ਨਾਲ ਗੱਲ ਚੱਲ ਰਹੀ ਹੈ ਸਿੱਧੀ। हे ਰੱਬ ਜੀ, हे ਗੁਰਦੇਵ ਜੀ, ਇੱਕ ਕਿਰਪਾ ਕਰ। ਕਿਹੜੀ ਕਿਰਪਾ? ਮੇਰੇ ਅੰਦਰੋਂ ਕੁਝ ਹੈ ਐਸਾ ਜਿਹੜਾ ਨਾਸ਼ ਹੋ ਜਾਏ। ਬਿਨਸ ਜਾਏ ਮਤਲਬ ਖਤਮ ਹੋ ਜਾਏ, ਨਾਸ਼ ਹੋ ਜਾਏ। ਕੀ ਖਤਮ ਹੋ ਜਾਏ? ਕਾਮ, ਕ੍ਰੋਧ ਅਰ ਲੋਭ ਮੋਹ ਤੇ ਨਾਲ ਅਹੰਮੇ, ਇਹ ਸਮਾਪਤ ਹੋ ਜਾਏ, ਇਹ ਮੇਰੇ ਜੀਵਨ ਦੇ ਵਿੱਚੋਂ ਬਾਹਰ ਨਿਕਲ ਜਾਏ। ਹੁਣ ਇਹ ਗੱਲ ਯਾਦ ਰੱਖਿਓ, ਜਿਸ ਚੀਜ਼ ਦਾ ਸਾਨੂੰ ਪਤਾ ਹੀ ਨਾ ਹੋਵੇ ਵੀ ਇਹ ਚੀਜ਼ ਸਾਡੇ ਲਈ ਮਾੜੀ ਹੈ, ਸਾਡੇ ਲਈ ਨੁਕਸਾਨਦੇਹ ਹੈ, ਅਸੀਂ ਤੈਨੂੰ ਘਰੋਂ ਬਾਹਰ ਨਹੀਂ ਕੱਢਾਂਗੇ। ਪਹਿਲਾਂ ਇਹਨਾਂ ਬਾਰੇ ਜਾਣਨਾ ਪਵੇਗਾ ਵੀ ਕਿਉਂ ਕਿਹਾ ਜਾ ਰਿਹਾ ਵੀ ਖਤਮ ਹੋ ਜਾਏ। ਚੰਗੀਆਂ ਚੀਜ਼ਾਂ ਤੇ ਨਹੀਂ ਕਿਤੇ। ਕਾਮ ਦੇ ਬਾਰੇ ਸਾਨੂੰ ਪਤਾ ਹੈ, ਮਾਫ ਕਰਨਾ ਸਾਨੂੰ ਸ਼ਾਇਦ ਨਹੀਂ ਪਤਾ। ਸਾਨੂੰ ਇਹਦੀ ਅਸਲੀਅਤ ਦਾ ਨਹੀਂ ਪਤਾ। ਕਿਉਂ? ਅਸੀਂ ਕਈ ਵਾਰ ਸੁਣਦੇ ਹੋ ਆ, ਅਸੀਂ ਕਈ ਵਾਰ ਵੇਖਦੇ ਹੋ ਆ, ਅਸੀਂ ਕਈ ਵਾਰ ਚਰਚਾ ਉਸ ਦੀ ਕਰਦੇ ਹਾਂ ਜਿਸ ਤੋਂ ਕਾਮ ਪੈਦਾ ਹੋਵੇ। ਅਸੀਂ ਕਈ ਵਾਰ ਪੜ੍ਹਦੇ ਹੋ ਆ, ਕਈ ਵਾਰੀ ਅਸੀਂ ਆਪਸ ਵਿੱਚ ਬੈਠ ਕੇ ਗੱਲਾਂ ਉਹ ਕਰਦੇ ਹਾਂ ਜਿਹਦੇ ਨਾਲ ਕ੍ਰੋਧ ਪੈਦਾ ਹੋ ਜਾਏ, ਲੋਭ ਪੈਦਾ ਹੋ ਜਾਏ, ਹੰਕਾਰ ਪੈਦਾ ਹੋ ਜਾਏ। ਇਹਦਾ ਮਤਲਬ ਸਾਨੂੰ ਸ਼ਾਇਦ ਪਤਾ ਹੀ ਨਹੀਂ ਵੀ ਇਹ ਤੇ ਸਾਡੇ ਦੁਸ਼ਮਣ ਨੇ, ਇਹ ਤੇ ਲੁਟੇਰੇ ਨੇ। ਆਓ ਅੱਜ ਪਹਿਲਾਂ ਇਹਨਾਂ ਦੀ ਅਸਲੀਅਤ ਸਮਝੀਏ ਤਾਂ ਕਿ ਅਸੀਂ ਵੀ ਅੰਦਰੋਂ ਇਹ ਗੱਲ ਕਹਿ ਸਕੀਏ, ਤਾਂ ਕਿ ਅਸੀਂ ਵੀ ਅਰਦਾਸ ਕਰ ਸਕੀਏ, ਸੱਚੇ ਪਾਤਸ਼ਾਹ ਦੂਰ ਕਰ ਮੇਰੇ ਹਿਰਦੇ ਵਿੱਚੋਂ, ਮੇਰੇ ਅੰਦਰੋਂ ਖਤਮ ਕਰ, ਨਾਸ਼ ਕਰ ਇਹਨਾਂ ਨੂੰ। ਆਓ ਪਹਿਲਾਂ ਇਹਨਾਂ ਦੀ ਅਸਲੀਅਤ ਜਿਹੜੀ ਹੈਗੀ ਉਹ ਅਸੀਂ ਸਮਝਣ ਦਾ ਯਤਨ ਕਰੀਏ। ਦੋ ਸ਼ਬਦ ਹੈ, ਇੱਕ ਕਾਮ ਤੇ ਇੱਕ ਕ੍ਰੋਧ। ਕੰਮ ਇਹਨਾਂ ਦਾ ਇੱਕੋ ਜਿਹਾ ਹੀ ਹੈ, ਪਰ ਸ਼ਕਲਾਂ ਵੱਖਰੀਆਂ ਵੱਖਰੀਆਂ ਇਹਨਾਂ ਦੀਆਂ। ਕਾਮ ਦੀ ਸ਼ਕਲ ਖੂਬਸੂਰਤ ਹੈ, ਵਧੀਆ ਹੈ, ਚੰਗੀ ਹੈ। ਉਹ ਆਪਣੇ ਬੁੱਕਲ ਦੇ ਵਿੱਚ ਬਿਠਾ ਕੇ ਨਾ, ਆਪਣੀ ਗਲਵੱਕੜੀ ਵਿੱਚ ਲੈ ਕੇ, ਤੇ ਕੰਮ ਕੀ ਕਰਦਾ ਹੈ? ਸਾਡੇ ਖੂਨ ਪੀਣ ਦਾ। ਤੇ ਕ੍ਰੋਧ ਜਿਹੜਾ ਹੈ ਉਹ ਆਪਣੀ ਨੰਗੀ ਸ਼ਕਲ ਦੇ ਵਿੱਚ ਹੈ, ਭਿਅੰਕਰ ਸ਼ਕਲ ਦੇ ਵਿੱਚ ਹੈ। ਕੰਮ ਉਹ ਵੀ ਕਰਦਾ ਹੈ, ਉਹ ਵੀ ਸਾਡਾ ਖੂਨ ਪੀਂਦਾ ਹੈ। ਜਦੋਂ ਕੋਈ ਮਨੁੱਖ ਬਹੁਤਾ ਗੁੱਸਾ ਕਰੇ ਨਾ, ਕਈ ਬਜ਼ੁਰਗ ਫਿਰ ਉਹਨਾਂ ਨੂੰ ਕਹਿੰਦੇ ਆ, ਐਵੇਂ ਕਿਉਂ ਖੂਨ ਸਾੜੀ ਜਾਂਦਾ ਆਪਣਾ? ਇਹਦਾ ਮਤਲਬ ਕ੍ਰੋਧ ਸਾਡਾ ਖੂਨ ਪੀਂਦਾ ਹੈ। ਇਹਨੂੰ ਏਦਾਂ ਕਹਿ ਲਈਏ ਵੀ ਕਾਮ ਹੈ ਸ਼ੂਗਰ ਕੋਟਡ, ਉਹਨੂੰ ਮਿਠਾਸ ਦੇ ਨਾਲ ਉੱਪਰ ਲਬੇੜਿਆ ਹੋਇਆ ਹੈ, ਉੱਪਰ ਵਲੇਟਿਆ ਹੋਇਆ ਹੈ, ਪਰ ਹੈ ਉਹ ਜ਼ਹਿਰ ਹੀ ਹੈ ਉਹ ਸਾਡਾ ਕੰਮ ਖਰਾਬ ਕਰਨ ਵਾਲਾ ਹੀ ਹੈ। ਮੈਂ ਨਹੀਂ ਕਹਿੰਦਾ, ਸਤਿਗੁਰ ਦੇ ਬਚਨ ਨੇ। ਹਜ਼ੂਰ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਲ ਹੈ, ਦੋਨੋਂ ਹੀ ਕਾਇਆ ਨੂੰ ਗਾਲਦੇ ਹੈ। ਕਾਮ ਵੀ ਸਾਡੇ ਸਰੀਰ ਨੂੰ ਕਮਜ਼ੋਰ ਕਰਦਾ ਹੈ, ਕ੍ਰੋਧ ਵੀ ਸਾਡੇ ਸਰੀਰ ਨੂੰ ਕਮਜ਼ੋਰ ਕਰਦਾ। ਦੋਨੇ ਸਾਡਾ ਖੂਨ ਪੀ ਜਾਂਦੇ ਨੇ। ਜਿਉਂ ਕੰਚਨ ਸੁਹਾਗਾ ਢਾਲੈ, ਜਿਵੇਂ ਸੁਹਾਗਾ ਜਿਹੜਾ ਹੈ ਕਦੇ ਸੁਨਿਆਰੇ ਕੋਲ ਜਾਇਓ, ਕੰਚਨ ਦੇ ਉੱਤੇ ਪਾਣ ਦੇ ਨਾਲ ਉਹ ਜਿਹੜਾ ਹੈਗਾ ਉਹ ਢਾਲ ਦਿੰਦਾ ਹੈ, ਗਾਲ ਦਿੰਦਾ ਹੈ। ਇਹ ਕਾਮ ਤੇ ਕ੍ਰੋਧ ਸਾਡੇ ਜੀਵਨ ਨੂੰ ਇਉਂ ਹੀ ਗਾਲ ਦਿੰਦੇ ਨੇ। ਸਮਝਣ ਦਾ ਯਤਨ ਕਰੀਏ। ਜਦੋਂ ਪਤਾ ਲੱਗ ਜਾਏਗਾ ਵੀ ਇਹ ਜਿਹੜਾ ਕਾਮ ਹੈ ਇਹ ਸਾਡੇ ਲਈ ਕਰਦਾ ਕੀ ਹੈ, ਸਤਿਗੁਰ ਦੇ ਪਾਵਨ ਬਚਨ ਨੇ
ਉਹ ਕਹਿੰਦੇ ਨੇ ਨਿਮਖ ਕਾਮ ਸਵਾਦ ਕਾਰਨ, ਨਿਮਖ ਮਾਤਰ ਉਹਦੇ ਰਸ ਦੇ ਕਾਰਨ ਤੇ ਦੁੱਖ ਕਿੰਨੇ ਦਿਨ, ਕੋਟ ਦਿਨਸ ਦੁੱਖ ਪਾਵੇਂ, ਕਰੋੜਾਂ ਦਿਨ ਜਿੰਨਾ ਜਿਹੜਾ ਹੈਗਾ ਸਾਨੂੰ ਦੁੱਖ ਭੋਗਣਾ ਪੈਂਦਾ ਹੈ। ਕੀ ਸਾਨੂੰ ਪਤਾ ਇਸ ਦਾ? ਮਾਫ ਕਰਨਾ ਨਹੀਂ ਪਤਾ। ਅਸੀਂ ਤੇ ਧਰਮ ਸਥਾਨਾਂ ਤੇ ਜਾ ਕੇ ਵੀ ਇਹਨੂੰ ਨਹੀਂ ਛੱਡ ਰਹੇ। ਕਿੰਨੀਆਂ ਖਬਰਾਂ ਐਸੀਆਂ ਆ ਜਾਂਦੀਆਂ ਵੀ ਧਾਰਮਿਕ ਸਥਾਨਾਂ ਦੇ ਉੱਤੇ ਹੀ ਮਨੁੱਖ ਜਿਹੜਾ ਹੈਗਾ ਉਹ ਕਾਮੀ ਹੋਇਆ ਪਿਆ। ਧਾਰਮਿਕ ਅਹੁਦਿਆਂ ਤੇ ਬੈਠ ਕੇ ਵੀ ਅਸੀਂ ਨਹੀਂ ਹਟ ਪਾ ਰਹੇ, ਸਾਨੂੰ ਨਹੀਂ ਪਤਾ ਇਹਦੇ ਬਾਰੇ। ਇੱਥੋਂ ਤੱਕ ਮੈਨੂੰ ਕਹਿ ਲੈਣ ਦੇਣਾ, ਅੱਜ ਕਈ ਕਹਿ ਰਹੇ ਨੇ ਵੀ ਅੱਜ ਕੱਲ੍ਹ ਦੇ ਕਈ ਨੌਜਵਾਨ, ਉਹਨਾਂ ਨੂੰ ਹੋਰ ਥਾਂ ਕੋਈ ਨਹੀਂ ਮਿਲਦਾ, ਉਹ ਧਾਰਮਿਕ ਅਸਥਾਨਾਂ ਨੂੰ ਆਪਣਾ ਥਾਂ ਬਣਾ ਲੈਂਦੇ ਨੇ ਮਿਲਣ ਗਿਲਣ ਵਾਸਤੇ। ਇੱਥੋਂ ਪਤਾ ਲੱਗਦਾ ਸਾਨੂੰ ਜੋ ਕਾਮ ਤੋਂ ਰਸ ਆ ਰਿਹਾ ਨਾ, ਉਸ ਰਸ ਨੇ ਨੁਕਸਾਨ ਕਿਹੜਾ ਕਰਨਾ ਹੈ, ਇਸ ਦਾ ਸਹਿ ਸਾਨੂੰ ਪਤਾ ਨਹੀਂ ਹੈ। ਨਹੀਂ ਪਤਾ, ਇਸ ਕਰਕੇ ਅਸੀਂ ਚਾਹੁੰਦੇ ਵੀ ਸਾਡੇ ਜੀਵਨ ਚ ਨਿਕਲ ਜਾਏ, ਅਸੀਂ ਤੈਨੂੰ ਵਧਾਉਣਾ ਚਾਹੁੰਦੇ ਹਾਂ। ਸਤਿਗੁਰੂ ਜੀ ਅੱਜ ਸਾਨੂੰ ਸਮਝਾ ਰਹੇ ਨੇ ਵੀ ਕਾਮ ਜਿਹੜਾ ਹੈਗਾ ਅਜਿਹਾ ਬਲੀ ਹੈ, ਅਜਿਹਾ ਸੂਰਵੀਰ ਹੈ, ਇਸ ਨੇ ਤਾਂ ਰਿਸ਼ੀ ਮੁਨੀ ਵੀ ਨਹੀਂ ਛੱਡੇ, ਇਹਨੇ ਤੇ ਜੋਗੀ ਵੀ ਨਹੀਂ ਛੱਡੇ। ਪਾਵਨ ਬਚਨ ਨੇ ਪਾਪੀ ਹੀਐ ਮੈਂ ਕਾਮ ਬਸਾਏ, ਪਾਪੀ ਹੈ ਵਿੱਚ ਰਹਿੰਦਾ ਹੈ। ਯਾਦ ਰੱਖਣਾ, ਇਹ ਕਾਮ ਜਿਹੜਾ ਹੈ ਨਾ, ਇਹ ਪਾਪੀ ਹਿਰਦੇ ਵਿੱਚ ਰਹਿੰਦਾ, ਪਾਪੀ ਹਿਰਦੇ ਵਿੱਚ। ਹੁਣ ਆਪਣੇ ਆਪ ਨੂੰ ਵੇਖੀਏ ਕਿ ਸਾਡਾ ਹਿਰਦਾ ਪਾਪੀ ਤੇ ਨਹੀਂ। ਜੇ ਸਾਡੀ ਅੱਖ ਮੈਲੀ ਹੈ, ਅਸੀਂ ਕਿਸੇ ਨੂੰ ਮਾੜੀ ਦ੍ਰਿਸ਼ਟੀ ਨਾਲ ਵੇਖ ਰਹੇ ਹਾਂ, ਸਾਨੂੰ ਪਰ ਤਨ ਵੇਖਣ ਦੀ ਲਾਲਸਾ ਹੈ, ਤਾਂ ਚੇਤੇ ਰੱਖਣਾ ਅਸੀਂ ਪਾਪੀ ਹਾਂ, ਸਾਡਾ ਹਿਰਦਾ ਪਾਪੀ ਹੈ। ਸਤਿਗੁਰ ਕਹਿੰਦੇ ਪਾਪੀ ਹੀਐ ਮੈਂ ਕਾਮ ਬਸਾਏ, ਮਨ ਚੰਚਲ ਯਾਤੇ ਗਇਓ ਨਾ ਜਾਏ। ਜਦੋਂ ਕਾਮ ਵਸਿਆ, ਮਨ ਚੰਚਲ ਹੋ ਗਿਆ, ਇਹ ਫਿਰ ਰੋਕਿਆ ਨਹੀਂ ਜਾਂਦਾ, ਇਹ ਫਿਰ ਟਿਕਾਇਆ ਨਹੀਂ ਜਾਂਦਾ। ਤੇ ਭਗਤੀ ਤੇ ਉਦੋਂ ਹੋਣੀ ਹੈ ਜਦੋਂ ਮਨ ਟਿਕੇਗਾ। ਤੇ ਮਨ ਦੇ ਵਿੱਚ ਤੇ ਉਹ ਅਸੀਂ ਧਾਰਨ ਕੀਤਾ ਜਿਹਨੇ ਟਿਕਣ ਹੀ ਕੋਈ ਨਹੀਂ ਦੇਣਾ। ਮਨ ਚੰਚਲ ਯਾਤੇ ਗਇਓ ਨਾ ਜਾਏ, ਪਕੜਿਆ ਹੀ ਨਹੀਂ ਜਾਂਦਾ, ਇਹ ਕਾਬੂ ਵਿੱਚ ਹੀ ਨਹੀਂ ਆਉਂਦਾ। ਫਿਰ ਕੌਣ ਕੌਣ ਹਾਰ ਗਏ? ਜੋਗੀ, ਜੰਗਮ ਅਰ ਸੰਨਿਆਸ। ਅਸੀਂ ਤਾਂ ਚੀਜ਼ ਹੀ ਕੀ ਆ? ਜਿਹੜੇ ਆਪਣੇ ਆਪ ਨੂੰ ਘਰ-ਬਾਰ ਦਾ ਤਿਆਗ ਕਰ ਗਏ, ਜੋਗੀ ਕਹਿਲਾਏ, ਉਹ ਵੀ ਨਹੀਂ ਛੱਡੇ। ਜਿਹੜੇ ਘਰ-ਬਾਰ ਦਾ ਤਿਆਗ ਕਰਕੇ ਸੰਨਿਆਸ ਲੈ ਗਏ, ਉਹ ਵੀ ਨਹੀਂ ਛੱਡੇ। ਜੋਗੀ, ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਸ। ਸਾਰਿਆਂ ਦੇ ਉੱਤੇ ਫਾਹੀ ਪਈ ਹੋਈ ਹੈ। ਜੇ ਅਸੀਂ ਨੂੰ ਫਾਹੀ ਸਮਝਾਂਗੇ ਤਾਂ ਅਸੀਂ ਕਵਾਂਗੇ ਬਿਨਸ ਜਾਏ। ਅਸੀਂ ਤਾਂ ਗੱਲ 'ਚ ਮੈਡਲ ਸਮਝਦੇ ਪਏ ਹਾਂ। ਹਜ਼ੂਰ ਜੋ ਸਮਝਾਉਣਾ ਚਾਹ ਰਹੇ ਹਨ, ਆਪਾਂ ਸਮਝ ਆਈਏ ਵੀ ਇਹ ਕਾਮ ਜਿਹੜਾ ਹੈ ਇਹ ਸਾਡੇ ਹਿੱਤ ਵਿੱਚ ਨਹੀਂ, ਸੰਸਾਰ ਦੇ ਹਿੱਤ ਵਿੱਚ ਨਹੀਂ। ਔਰ ਚੇਤੇ ਰੱਖਣਾ, ਇਹਨੂੰ ਕਹਿੰਦੇ ਵਿਕਾਰ। ਕਾਮ, ਕ੍ਰੋਧ, ਲੋਭ, ਹੰਕਾਰ ਨੂੰ ਕੀ ਕਹਿੰਦੇ ਆ? ਵਿਕਾਰ। ਕਿਉਂਕਿ ਹੋ ਸਕਦਾ ਕਈਆਂ ਦੇ ਦਿਮਾਗ ਵਿੱਚ ਨਾਲ ਸਵਾਲ ਹੁੰਦਾ ਹੋਵੇ ਵੀ ਆਪਾਂ ਤਾਂ ਗ੍ਰਸਤੀਆਂ, ਗ੍ਰਸਤ ਵਾਸਤੇ ਜ਼ਰੂਰੀ ਹੈ, ਬੱਚਿਆਂ ਦੀ ਪੈਦਾਇਸ਼ ਕਿਵੇਂ ਹੋਏਗੀ? ਪਰ ਚੇਤੇ ਰੱਖਣਾ, ਵਿਕਾਰ ਜਦੋਂ ਕੋਈ ਚੀਜ਼ ਆਪਣੀ ਹੱਦ ਬੰਨਾ ਤੋੜ ਲਵੇ, ਵਿਗੜ ਜਾਏ, ਉਹਨੂੰ ਕਹਿੰਦੇ ਵਿਕਾਰ। ਖਰਾਬ ਹੋ ਜਾਏ ਜੀ। ਜੇ ਤਾਂ ਨਦੀ ਦੇ ਦੋਨੋਂ ਕਿਨਾਰਿਆਂ ਦੇ ਵਿੱਚ ਪਾਣੀ ਵਹਿੰਦਾ ਪਿਆ ਹੈ ਨਾ, ਫਿਰ ਉਹ ਲਾਭਦਾਇਕ ਹੈ। ਉਸੇ ਪਾਣੀ ਦੇ ਨਾਲ ਕਿਸੇ ਨੇ ਆਪਣੀ ਜ਼ਮੀਨ ਨੂੰ ਸਿੰਜ ਲਿਆ, ਕਈਆਂ ਨੇ ਪਿਆਸ ਬੁਝਾ ਲਈ, ਉਹ ਸੋਮੇ ਦੇ ਰਾਹੀਂ ਕਈ ਕੰਮ ਅਸੀਂ ਸਾਰ ਲਏ। ਕਿਉਂ? ਕਿਉਂਕਿ ਉਹ ਪਾਣੀ ਜਿਹੜਾ ਮਰਿਆਦਾ ਦੇ ਵਿੱਚ ਵਹਿ ਰਿਹਾ, ਦੋ ਕਿਨਾਰਿਆਂ ਦੇ ਵਿੱਚ ਵਹਿ ਰਿਹਾ। ਪਰ ਜੇ ਕਿਤੇ ਉਹੀ ਪਾਣੀ ਕਿਨਾਰੇ ਤੋੜ ਕੇ ਬਾਹਰ ਆ ਜਾਏ, ਫਿਰ ਕੀ ਕਰਦਾ? ਫਿਰ ਉਹੀ ਫਸਲ ਨੂੰ ਤਬਾਹ ਕਰਦਾ, ਜਿਹਦੇ ਰਾਹੀਂ ਪਹਿਲਾਂ ਫਸਲ ਜਿਹੜੀ ਹੈਗੀ ਆ ਅਸੀਂ ਉਪਜਾਊ ਬਣਾ ਰਹੇ ਸੀ। ਉਹੀ ਘਰਾਂ ਨੂੰ ਢਾਉਂਦਾ, ਜਿਹਦੀ ਸਹਾਇਤਾ ਨਾਲ ਆਪਾਂ ਘਰ ਬਣਾਏ ਸੀ। ਕਿਉਂ? ਕਿਉਂਕਿ ਚ ਵਿਕਾਰ ਪੈ ਗਿਆ, ਉਹ ਆਪਣੀ ਮਰਿਆਦਾ ਨੂੰ ਭੰਗ ਕਰਕੇ ਬਾਹਰ ਨਿਕਲ ਆਇਆ। ਇਸੇ ਤਰੀਕੇ ਦੇ ਨਾਲ ਚੇਤੇ ਰੱਖਣਾ, ਜਦੋਂ ਵਿਕਾਰ ਦੀ ਗੱਲ ਆਉਂਦੀ ਹੈ ਨਾ, ਉਦੋਂ ਉਹਨਾਂ ਦੀ ਗੱਲ ਆਉਂਦੀ ਹੈ ਜੋ ਆਪਣੀ ਮਰਿਆਦਾ ਤੋੜਦੇ ਨੇ, ਆਪਣੀ ਮਰਿਆਦਾ ਭੁੱਲ ਜਾਂਦੇ ਨੇ।
ਸਤਿਗੁਰ ਕਹਿੰਦੇ ਨੇ ਇਹ ਤੇ ਕੋਈ ਵੀ ਨਹੀਂ ਬਚਿਆ, ਜੋਗੀ ਜੰਗਮ ਸੰਨਿਆਸ ਸਾਰਿਆਂ ਦੇ ਉੱਤੇ ਇਹ ਫਾਹੀ ਆ ਗਈ। ਫਿਰ ਹਜ਼ੂਰ ਕੀ ਕਹਿੰਦੇ ਨੇ, ਕਾਮੀ ਦਾ ਜੀਵਨ ਵੇਖੋ ਕੈਸਾ ਹੈ। ਸਹਿਸਕ੍ਰਿਤੀ ਸ਼ਲੋਕ ਪੜ੍ਹੀਏ ਨਾ ਤੇ ਇਹ ਚੋਂ ਆਪਾਂ ਦੋ ਗੱਲਾਂ ਸਿੱਖ ਲਈਏ ਵੀ ਜੇ ਸਾਡੇ ਘਰ ਕਾਮ ਆਵੇ ਤਾਂ ਆਪਾਂ ਲੜਨਾ ਕਿਵੇਂ ਆ ਉਹਦੇ ਨਾਲ। ਲੜਨਾ ਚਾਹੀਦਾ ਸਾਨੂੰ, ਲੜਨਾ ਚਾਹੀਦਾ ਸਾਨੂੰ ਆਓ ਜੀ ਆਇਆਂ ਨੂੰ, ਉਹਨੂੰ ਮਾਨ ਸਨਮਾਨ ਨਹੀਂ ਦੇਣਾ ਚਾਹੀਦਾ। ਜੇ ਸਾਡੇ ਅੰਦਰ ਕਾਮ ਦੇ ਕੋਈ ਖਿਆਲ ਪੈਦਾ ਹੋਣ, ਕ੍ਰੋਧ ਦੇ ਕੋਈ ਖਿਆਲ ਪੈਦਾ ਹੋਣ ਤੇ ਉਹਨੂੰ ਸਨਮਾਨ ਨਾ ਦਿਓ, ਲੜੋ ਉਹਨਾਂ ਦੇ ਨਾਲ। ਮੇਰੇ ਮਾਲਕ ਕਹਿੰਦੇ ਕਹੋ ਉਸਨੂੰ, ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣ, ਕਹਿਣਾ ਪਏਗਾ ਕਿਉਂਕਿ ਇਹ ਉਹਦੀ ਅਸਲੀਅਤ ਹੈ। ਕਾਮ ਕੀ ਕਰਦਾ ਹੈ, ਨਰਕਾਂ ਵਿੱਚ ਵਿਸ਼ਰਾਮ ਹੈ, ਸਾਨੂੰ ਨਰਕਾਂ 'ਚ ਲੈ ਕੇ ਜਾਏਗਾ। ਭਾਵ ਜਿਹਦੇ ਅੰਦਰ ਕਾਮ ਹੈ ਨਾ ਉਹਦਾ ਜੀਵਨ ਨਰਕਮਈ ਹੈ, ਦੂਜਿਆਂ ਦੇ ਜੀਵਨ ਵੀ ਨਰਕਮਈ ਬਣਾਏਗਾ। ਥੋੜੀਆਂ ਜ਼ਿੰਦਗੀਆਂ ਕਿਤੇ ਬਰਬਾਦ ਕੀਤੀਆਂ, ਇਸ ਕਾਮ ਨੇ ਕਿਤੇ ਥੋੜੀਆਂ ਚੀਜ਼ਾਂ ਜ਼ਿੰਦਗੀਆਂ ਬਰਬਾਦ ਕੀਤੀਆਂ, ਬਹੁਤ ਜ਼ਿੰਦਗੀਆਂ ਬਰਬਾਦ ਕੀਤੀਆਂ। ਤੁਸੀਂ ਵੇਖੋ ਕਾਮ ਹੀ ਆਇਆ ਸੀ ਨਾ ਜਿਹਨੂੰ ਦੇਵਤਿਆਂ ਦਾ ਰਾਜਾ ਇੰਦਰ ਕਿਹਾ ਜਾਂਦਾ ਹੈ ਪੁਰਾਣਕ ਗਾਥਾਵਾਂ ਦੇ ਵਿੱਚ। ਹੈ ਤੇ ਸਵਰਗਾਂ ਦਾ ਰਾਜਾ ਹੈ ਨਾ, ਪਰ ਕਾਮ ਆ ਗਿਆ ਉਹਦੇ ਅੰਦਰ। ਫਿਰ ਕੀਤਾ ਕੀ ਉਹਨੇ, ਗੌਤਮ ਰਿਸ਼ੀ ਦੀ ਜਿਹੜੀ ਨਾਰੀ ਹੈ ਅਹਿਲਿਆ, ਉਹਦੇ ਨਾਲ ਉਹਨੇ ਮੂੰਹ ਕਾਲਾ ਕੀਤਾ, ਜ਼ਿੰਦਗੀ ਨਰਕਾਂ 'ਚ ਬਣਾ ਕੇ ਰੱਖ ਦਿੱਤੀ ਉਸ ਦੀ। ਪੁਰਾਣਾ ਗਾਥਾ ਕਹਿੰਦੀ ਹੈ ਕਿੰਨੇ ਸਾਲ ਨੂੰ ਪੱਥਰ ਬਣ ਕੇ ਰਹਿਣਾ ਪਿਆ, ਹਾਲਾਂਕਿ ਗਲਤੀ ਤੇ ਵਿਚਾਰੀ ਦੀ ਕੋਈ ਵੀ ਨਹੀਂ ਹੈ, ਗਲਤੀ ਤਾਂ ਇਹਦੀ ਹੈ ਇੰਦਰ ਦੀ, ਤੇ ਇਹਦੇ ਨੂੰ ਕਿਹੜਾ ਘੱਟ ਭੁਗਤਣਾ ਪਿਆ। ਇਹਦੇ ਸਾਰੇ ਸਰੀਰ ਦੇ ਉੱਤੇ ਹਜ਼ਾਰਾਂ ਇੰਦਰੀਆਂ ਲੱਗ ਗਈਆਂ ਸਨ ਇਸਤਰੀਵਾਚਕ। ਇਹ ਪੁਰਾਣੇ ਗਾਥਾਵਾਂ ਦੀ ਗੱਲ ਹੈ। ਰਾਜਾ ਸਵਰਗ ਦਾ ਹੈ, ਪਰ ਜਦੋਂ ਕਾਮ ਆਇਆ ਨਾ ਜੀਵਨ ਵਿੱਚ ਤੇ ਜੀਵਨ ਨਰਕਮਈ ਬਣਿਆ ਉਸ ਦਾ। ਆਪਾਂ ਇਹ ਹੀ ਸਿੱਖਿਆ ਲੈ ਲਈਏ, ਇਹ ਕਾਮ ਨਰਕਾਂ ਵਿੱਚ ਹੀ ਵਾਸਾ ਕਰਦਾ ਹੈ। ਤੇ ਜੇ ਮੇਰੇ ਅੰਦਰ ਕਾਮ ਹੈ ਤਾਂ ਸਮਝੋ ਨਰਕ ਹੀ ਅੰਦਰ, ਕਿਉਂਕਿ ਵਸਣਾ ਹੀ ਨਰਕਾਂ ਵਿੱਚ ਹੈ। ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਭਰਮਾਵਣ, ਬੜੀਆਂ ਜੋਨੀਆਂ ਵਿੱਚ ਭਟਕਾਉਂਦਾ ਇਹ। ਮਨੁੱਖ ਨਹੀਂ ਰਹਿ ਜਾਂਦਾ, ਮਨੁੱਖ ਜਾਨਵਰ ਬਣ ਜਾਂਦਾ ਉਸ ਵੇਲੇ। ਚਿਤ ਹਰਣੰ, ਸਾਡਾ ਚਿੱਤ ਹਰਨ ਕਰ ਲੈਂਦਾ ਹੈ। ਤ੍ਰੈ ਲੋਕ ਗਮਯੰ, ਤਿੰਨ ਲੋਕਾਂ ਤੱਕ ਇਹਦੀ ਪਹੁੰਚ ਹੈਗੀ ਹੈ। ਤੇ ਪਤਾ ਕੀ ਕਰਦਾ ਹੈ, ਜਪ ਤਪ ਸੀਲ ਵਿਦਾਰਣ, ਜੋ ਵੀ ਜਪ ਤਪ ਕੀਤਾ ਨਾ ਗਿਆ ਖੂਹ 'ਚ ਪੈ ਗਿਆ, ਖਤਮ ਕਰਤਾ ਇਹਨੇ। ਇਹ ਲੁਟੇਰਾ ਹੈ ਸਾਡੇ ਜਪ ਤਪ ਦਾ। ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ, ਕਾਮ ਆਇਆ ਲੁੱਟ ਕੇ ਲੈ ਗਿਆ। ਸੇਵਾ ਕੀਤੀ ਤਪ ਕੀਤਾ, ਕਾਮ ਆਇਆ ਲੁੱਟ ਕੇ ਲੈ ਗਿਆ। ਇਦਾਂ ਸਮਝ ਲਈਏ ਸਾਡਾ ਜਪ ਤਪ ਕੀਤਾ ਕਿਸੇ ਕੰਮ ਨਹੀਂ, ਜੇ ਕਾਮ ਆ ਗਿਆ ਵਿੱਚ ਤੇ ਕੋਈ ਕਾਮਨਾ ਆ ਗਈ ਵਿੱਚ ਤੇ। ਕਾਮ ਕੋਈ ਛੋਟੀ ਗੱਲ ਨਹੀਂ ਹੈ। ਜਿਹੜੀਆਂ ਸਾਡੇ ਕਾਮਨਾਵਾਂ ਪੈਦਾ ਹੁੰਦੀਆਂ ਨਾ, ਮੈਂ ਸੇਵਾ ਕਰੇ ਇਹਦੇ ਬਦਲੇ ਮੈਨੂੰ ਆ ਵੀ ਮਿਲ ਜਾਏ, ਉਹ ਵੀ ਕਾਮ ਹੀ ਹੈ, ਉਹ ਵੀ ਕਾਮਨਾ ਹੀ ਹੈ। ਗਿਆ ਜਪ ਤਪ, ਕੁਛ ਵੀ ਨਹੀਂ ਪੱਲੇ ਪਿਆ। ਹੁਣ ਜਿਸ ਦਿਨ ਇਹ ਪਤਾ ਲੱਗੇਗਾ ਵੀ ਇਹ ਇਤਨਾ ਖਤਰਨਾਕ ਹੈ, ਉਸ ਦਿਨ ਅਸੀਂ ਕਵਾਂਗੇ ਸੱਚੇ ਪਾਤਸ਼ਾਹ, ਹੇ ਪ੍ਰਭੂ, ਹੇ ਗੁਰਦੇਵ, ਇਹਨੂੰ ਮੇਰੇ ਘਰ ਤੋਂ ਕੱਢ ਦੇ ਬਾਹਰ। ਕ੍ਰੋਧ ਬਾਰੇ ਵੀ ਸਮਝੀਏ, ਜਿਹਦੇ ਅੰਦਰ ਕ੍ਰੋਧ ਹੋਏਗਾ ਕੀ ਕਰੇਗਾ ਭਲਾ, ਉਹ ਸਾਡਾ ਸਿਰ ਤੋੜੇਗਾ ਔਰ ਕੀ ਕਰੇਗਾ। ਕਈ ਵਾਰ ਤਾਂ ਮਨੁੱਖ ਨੂੰ ਗੁੱਸਾ ਚੜ੍ਹ ਜਾਏ, ਉਹ ਆਪਣਾ ਸਿਰ ਤੋੜਨ ਲੱਗ ਪੈਂਦਾ ਹੈ, ਟੱਕਰਾਂ ਮਾਰਦਾ ਹੈ ਆਪ ਗੁੱਸੇ ਦੇ ਵਿੱਚ। ਦੂਜੇ ਦਾ ਕੁਝ ਵਿਗਾੜ ਨਹੀਂ ਸਕਿਆ, ਆਪਣਾ ਹੀ ਵਿਗਾੜ ਲਿਆ ਉਸਨੇ। ਸਤਿਗੁਰ ਦੇ ਬਚਨ ਵੇਖੋ, ਸਤਿਗੁਰ ਕਹਿੰਦੇ ਮੈਂ ਤੈਨੂੰ ਕਹਿਣਾ ਚਾਹੁੰਦਾ ਹੈ, ਜਿਹਨੂੰ ਗੁੱਸਾ ਚੜਿਆ ਹੋਵੇ ਭਾਈ ਉਹਦੇ ਕੋਲੇ ਨਾ ਜਾਇਓ। ਖਬਰੇ ਕੀ ਹੋਵੇ ਉਹਦੇ ਹੱਥ ਕੋਈ ਚੀਜ਼ ਹੈ, ਤੁਹਾਡੇ ਫਾਹ ਮਾਰੇ ਜਾ ਕੇ। ਕਿਉਂਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈ। ਪੁੱਤ ਨੂੰ ਗੁੱਸਾ ਚੜ ਜਾਏ, ਉਹ ਨਹੀਂ ਵੇਖਦਾ ਸਾਹਮਣੇ ਮੇਰਾ ਪਿਓ ਖੜਾ ਹੈ, ਭੁੱਲ ਗਿਆ, ਅਕਲ ਤਾਂ ਗਈ ਉਸ ਦੀ। ਉਹਨੂੰ ਨਹੀਂ ਪਤਾ ਸਾਹਮਣੇ ਮਾਂ ਖੜੀ ਹੈ, ਅਕਲ ਤਾਂ ਗਈ ਉਸ ਦੀ। ਉਹ ਪਿਓ ਤੇ ਵੀ ਹੱਥ ਚੁੱਕ ਦੇਗਾ, ਉਹ ਮਾਂ ਨੂੰ ਵੀ ਧੱਕਾ ਮਾਰ ਦੇਵੇਗਾ। ਕਿਉਂ? ਅੰਦਰ ਕ੍ਰੋਧ ਹੈ। ਸਤਿਗੁਰ ਨੇ ਸਪਸ਼ਟ ਕਹਿ ਦਿੱਤਾ, ਉਹਨਾਂ ਪਾਸ ਦੁਆਸ ਨਾ ਭਿੱਟੀ ਹੈ, ਉਹਨਾਂ ਦੇ ਨੇੜੇ ਤੇੜੇ ਵੀ ਨਾ ਜਾਓ। ਇਹਨਾਂ ਦੇ ਨੇੜੇ ਤੇੜੇ, ਜਿਨ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਚੰਡਾਲ ਹੈ। ਇਹ ਵਾਲਾ ਕ੍ਰੋਧ ਨੂੰ ਚੰਡਾਲ ਕਿਹਾ ਮੇਰੇ ਮਾਲਕ ਨੇ। ਜਦੋਂ ਪਤਾ ਲੱਗ ਗਿਆ ਨਾ ਇਹ ਚੰਡਾਲ ਹੈ,
उस दिन असीं कवांगे भी साडे जीवन चों निकल जाए बाहर, खत्म हो जाए बाहर, उस दिन असीं कवांगे, नहीं तां आपां नहीं कह पावांगे। आ जिन्नियां जेलां भरीआं होईआं ਉਹਦੇ ਪਿੱਛੇ ਬਹੁਤੇ ਕਾਰਨ ਆਹੀ ਹੈ, ਕਾਮ ਤੇ ਕ੍ਰੋਧ ਦੇ। ਕੋਈ ਕਿਸੇ ਦਾ ਸਿਰ ਤੋੜ ਕੇ ਜਿਹੜਾ ਹੈਗਾ ਅੰਦਰ ਗਿਆ ਹੋਇਆ, ਕੋਈ ਵਿਚਾਰ ਕਰਕੇ ਅੰਦਰ ਗਿਆ ਹੋਇਆ। ਕਹਿਣ ਨੂੰ ਕੀ ਵੱਡੇ ਵੱਡੇ ਮਹਾਂਪੁਰਖ ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ, ਜਿਨ੍ਹਾਂ ਦਾ ਨਾਂ ਸੱਚੇ ਸੌਦੇ ਤੋਂ ਯਾਦ ਕੀਤਾ ਜਾਂਦਾ ਸੀ, ਤੇ ਕਾਮ ਸੀ ਨਾ ਜੀਵਨ ਵਿੱਚ, ਤੇ ਜੇਲਾਂ 'ਚ ਬੈਠੇ। ਇਹ ਸੱਚਾਈ ਆਪਾਂ ਸਮਝ ਲਈਏ। ਗੱਲ ਇਹ ਨਹੀਂ ਕਿ ਆਪਾਂ ਚੰਗੀਆਂ ਚੰਗੀਆਂ ਗੱਲਾਂ ਕਰ ਰਹੇ ਹਾਂ, ਗੱਲ ਹੈ ਕਿ ਅਸੀਂ ਅਸਲੀਅਤ ਸਮਝੀਏ ਵੀ ਚੰਗੇ ਨਹੀਂ ਹੈ। ਇਸ ਕਰਕੇ ਅਸੀਂ ਹਰ ਵੇਲੇ ਇਹਨਾਂ ਤੋਂ ਬਚਣ ਦਾ ਯਤਨ ਕਰਾਂਗੇ, ਤਾਂ ਹੀ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਤੋਂ ਬਚਾ ਲੈ। ਅਗਲੀ ਗੱਲ ਹੈ ਮੋਹ ਦੀ। ਮੋਹ ਦੀ ਗੱਲ ਵੀ ਇਹਦੇ ਵਿੱਚ ਆਈ ਹੈ ਨਾ। ਹੁਣ ਅਸੀਂ ਬੱਚਿਆਂ ਦੇ ਨਾਲ ਲਾਡ ਪਿਆਰ ਕਰਦੇ ਹਾਂ, ਮੈਂ ਫਿਰ ਕਹਾਂ ਗੱਲ ਚੱਲ ਰਹੀ ਹੈ ਵਿਕਾਰ ਦੀ। ਜਦੋਂ ਆਪਣੀ ਹੱਦ ਪਾਰ ਕਰਦਾ ਹੈ, ਜਦੋਂ ਮੋਹ ਕਰਕੇ ਮਨੁੱਖ ਧਰਮ ਭੁੱਲ ਜਾਂਦਾ ਹੈ, ਜਦੋਂ ਮੋਹ ਦੀ ਪਕੜ ਕਰਕੇ ਉਹ ਧਰਮ ਤੋਂ ਉਲਟ ਚੱਲਦਾ ਹੈ, ਉਦੋਂ ਕਹਿੰਦੇ ਵਿਕਾਰ ਬਣ ਗਿਆ। ਮੋਹ ਜਦੋਂ ਸਾਡੇ ਲਈ ਚਿੱਕੜ ਬਣ ਜਾਏ, ਪੰਕਜ ਮੋਹ ਪਗ ਨਹੀਂ ਚੱਲੈ, ਉਦੋਂ ਸਮਝ ਲੈਣਾ ਇਹ ਵਿਕਾਰ ਹੈ। ਠੀਕ ਹੈ, ਮੋਬਾਈਲ ਰੱਖੋ ਆਪਣੇ ਕੋਲ, ਪਰ ਮੋਬਾਈਲ ਹੀ ਇੰਨਾ ਪਿਆਰਾ ਹੋ ਗਿਆ, ਸਾਨੂੰ ਇੰਨਾ ਮੋਹ ਪੈ ਗਿਆ ਵੀ ਜੇ ਉਹ ਮੋਬਾਈਲ ਸਾਡਾ ਪੁੱਤ ਚੁੱਕ ਲਏ, ਸਾਡੀ ਧੀ ਚੁੱਕ ਲਏ, ਸਾਡੀ ਪਤਨੀ ਚੁੱਕ ਲਏ, ਕੋਈ ਚੁੱਕ ਲਏ, ਆਪਾਂ ਲੜਨ ਨੂੰ ਪੈ ਗਏ ਹਾਂ। ਇਹਦਾ ਮਤਲਬ ਮੋਬਾਈਲ ਨਾਲ ਮੋਹ ਜ਼ਿਆਦਾ ਪੈ ਗਿਆ, ਰਿਸ਼ਤਿਆਂ ਨਾਲ ਵੀ ਜ਼ਿਆਦਾ ਮੋਹ ਪੈ ਗਿਆ। ਮੋਹ ਕਿਸੇ ਨਾਲ ਵੀ ਪਿਆ ਹੋਵੇ, ਮਨੁੱਖ ਜਿਹੜਾ ਹੈਗਾ ਉਹ ਉਹਦੀ ਕੈਦ ਵਿੱਚ ਚਲੇ ਜਾਂਦਾ ਹੈ। ਮੋਹ ਉਸਨੂੰ ਪਕੜ ਲੈਂਦਾ, ਪੰਕਜ ਮੋਹ ਪਗ ਨਹੀਂ ਚੱਲਦਾ, ਮਨੁੱਖ ਤੁਰ ਹੀ ਨਹੀਂ ਸਕਦਾ। ਸਤਿਗੁਰੂ ਜੀ ਫਿਰ ਕਹਿਣ ਲੱਗੇ, ਜੇਤਾ ਮੋਹ ਪ੍ਰੀਤ ਸਵਾਦ। ਜਿੰਨਾ ਵੀ ਮੋਹ ਪ੍ਰੀਤ ਸਵਾਦ ਨਾ, ਜਿੰਨਾ ਵੀ ਕਿਸੇ ਵੀ ਚੀਜ਼ ਦੇ ਨਾਲ ਹੋਵੇ, ਘਰ ਦੇ ਨਾਲ ਮੋਹ ਹੋ ਸਕਦਾ ਹੈ, ਧੀਆਂ ਪੁੱਤਰਾਂ ਨਾਲ ਮੋਹ ਹੋ ਸਕਦਾ ਹੈ, ਆਪਣੇ ਸਰੀਰ ਨਾਲ ਹੀ ਮੋਹ ਹੋ ਸਕਦਾ ਹੈ, ਜ਼ਮੀਨ ਜਾਇਦਾਦ ਨਾਲ, ਰੁਪਏ ਪੈਸੇ ਨਾਲ ਮੋਹ ਹੋ ਸਕਦਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਹੁਣ ਦੱਸੋ, ਸਾਡੇ ਮੂੰਹ ਤੇ ਦਾਗ ਲੱਗਿਆ ਹੋਵੇ, ਇਹਨੂੰ ਅਸੀਂ ਮਿਟਾਉਣ ਦਾ ਯਤਨ ਕਰਾਂਗੇ ਕਿ ਨਹੀਂ ਕਰਾਂਗੇ? ਕੋਈ ਚਾਹੁੰਦਾ ਕਿ ਮੇਰੇ ਮੂੰਹ ਤੇ ਦਾਗ ਲੱਗਾ ਹੋਵੇ, ਮੇਰੇ ਕੱਪੜੇ ਨੂੰ ਕੋਈ ਦਾਗ ਲੱਗਾ ਹੋਵੇ? ਨਹੀਂ, ਅਸੀਂ ਉਸੇ ਵੇਲੇ ਸਾਫ਼ ਕਰਨ ਦਾ ਯਤਨ ਕਰਦੇ ਹਾਂ, ਪਰ ਮੋਹ ਨੂੰ ਆਪਾਂ ਦਾਗ ਸਮਝਿਆ ਹੀ ਨਹੀਂ, ਇਸ ਕਰਕੇ ਇਹਨੂੰ ਹਟਾਉਣ ਦਾ ਯਤਨ ਵੀ ਨਹੀਂ ਕਰਦੇ। ਹੁਣ ਇਹ ਪਤਾ ਲੱਗੇਗਾ ਤਾਂ ਅਸੀਂ ਅਰਦਾਸ ਕਰਾਂਗੇ, ਸੱਚੇ ਪਾਤਸ਼ਾਹ ਕਿਤੇ ਮੋਹ ਹੀ ਨਾ ਐਸਾ ਬਣ ਜਾਏ, ਮੈਂ ਮੋਹ ਕਰਕੇ ਹੀ ਗੁਰਦੁਆਰੇ ਸਾਹਿਬ ਨਾ ਜਾ ਸਕਾਂ, ਮੋਹ ਕਰਕੇ ਹੀ ਪਾਠ ਨਾ ਕਰ ਸਕਾਂ। ਕਿ ਇਸ ਤਰ੍ਹਾਂ ਨਹੀਂ ਹੈ? ਅੱਜ ਨਾਟਕ ਦਾ ਮੋਹ ਵੇਖੋ ਕਿੰਨਾ ਜ਼ਿਆਦਾ ਹੈ। ਨਾਟਕ ਕੌਣ ਛੱਡੇ? ਟੈਲੀਵਿਜ਼ਨ ਕੌਣ ਛੱਡੇ? ਸੋਦਰ ਦਾ ਪਾਠ ਛੱਡ ਦੋ, ਇਹੀ ਹੈ ਨਾ। ਨੀਂਦ ਦਾ ਮੋਹ ਕੌਣ ਛੱਡੇ? ਜਪਜੀ ਸਾਹਿਬ ਦਾ ਪਾਠ ਹੀ ਛੱਡ ਦੋ। ਬਿਸਤਰੇ ਦੀ ਨਿੱਘ ਦਾ ਮੋਹ ਕੌਣ ਛੱਡੇ? ਗੁਰਦੁਆਰਾ ਸਾਹਿਬ ਜਾਣਾ ਹੀ ਛੱਡ ਦੋ। ਇਸ ਤਰ੍ਹਾਂ ਹੀ ਹੋ ਰਿਹਾ ਨਾ। ਜਦੋਂ ਅਸੀਂ ਨਾ ਨਾਟਕਾਂ ਚੇਟਕਾਂ ਦੇ ਵਿੱਚ ਫਸ ਜਾਂਦੇ ਆ ਨਾ, ਫਿਰ ਧਰਮ ਦੇ ਰਸਤੇ ਉੱਤੇ ਸਾਡਾ ਪੈਰ ਨਹੀਂ ਚੱਲਦਾ। ਯਾਦ ਰੱਖਣਾ, ਜਿਹੜਾ ਪੱਗ ਨਹੀਂ ਚਾਲਿਆ ਦਾ ਮਤਲਬ ਹੈ ਚੰਗੇ ਪਾਸੇ, ਧਰਮ ਦੇ ਰਸਤੇ ਤੇ ਪੈਰ ਨਹੀਂ ਚੱਲਦਾ। ਮੈਂ ਕਈ ਵਾਰੀ ਇਹ ਉਦਾਹਰਨ ਦੇਣਾ, ਬੱਚਾ ਬੈਠਾ ਹੈ, ਉਹ ਟੈਲੀਵਿਜ਼ਨ 'ਚ ਪ੍ਰੋਗਰਾਮ ਦੇਖ ਰਿਹਾ, ਮਾਂ ਆਉਂਦੀ ਹੈ ਜਾਂ ਪਿਤਾ ਜੀ ਆਉਂਦੇ ਨੇ, ਪੁੱਤ ਪਾਣੀ ਪਿਆਈ, ਪਰ ਉੱਠਦਾ ਨਹੀਂ। ਮਾਂ ਫਿਰ ਕਹਿੰਦੀ ਪੁੱਤ ਪਾਣੀ ਪਿਆਈ, ਉਹ ਬਾਹਰੋਂ ਆਈ ਹੈ ਗਰਮੀ ਗਰਮੀ ਦੇ ਵਿੱਚ। ਪਰ ਹੁਣ ਜਿਹੜਾ ਟੈਲੀਵਿਜ਼ਨ ਦਾ ਨਾਟਕ ਦਾ ਜਿਹੜਾ ਮੋਹ ਹੈ ਨਾ, ਉਹਨੂੰ ਉੱਠਣ ਨਹੀਂ ਦੇ ਰਿਹਾ, ਕਿਉਂਕਿ ਕੋਈ ਸੀਨ ਚੱਲ ਰਿਹਾ ਹੈ, ਉਹ ਸਾਰਾ ਦੇਖਣਾ ਚਾਹੁੰਦਾ ਹੈ। ਅਖੀਰ ਵਿਚਾਰੀ ਮਾਂ ਆਪ ਹੀ ਜਾ ਕੇ ਪਾਣੀ ਪੀ ਲੈਂਦੀ। ਮੋਹ ਸਾਡਾ ਕਿਰਦਾਰ ਖੋਹ ਲੈਂਦਾ ਹੈ। ਸਤਿਗੁਰੂ ਜੀ ਨੇ ਫਿਰ ਕਹਿ ਦਿੱਤਾ, ਇਹ ਤੇ ਦਾਗ ਹੈ ਮੂੰਹ ਦੇ ਉੱਤੇ, ਦਾਗ ਦੋਸ਼ ਮੂੰਹ ਚੱਲਿਆ ਲਾਏ। ਜਿਹੜਾ ਇਹੋ ਜਿਹੀ ਦਾਗ ਤੇ ਦੋਸ਼ ਮੂੰਹ ਤੇ ਲਾ ਕੇ ਜਾਏਗਾ ਨਾ, ਫਿਰ ਉਹਨੂੰ ਬੈਠਣ ਨੂੰ ਥਾਂ ਨਹੀਂ ਕੋਈ ਮਿਲੇਗੀ।
ਦਰਗਾਹ ਬੈਸਣ ਨਹੀਂ ਜਾਏ। ਰੱਬ ਦੀ ਨਜ਼ਰ ਵਿੱਚ, ਗੁਰਦੇਵ ਦੀ ਨਜ਼ਰ ਵਿੱਚ ਕਬੂਲ ਨਹੀਂ ਹੋਏਗਾ। ਜਿਹਨੂੰ ਇਹ ਪਤਾ ਲੱਗ ਗਿਆ ਮੋਹ ਨੇ ਮੈਨੂੰ ਰੱਬ ਦੀ ਨਜ਼ਰ ਵਿੱਚ ਕਬੂਲ ਨਹੀਂ ਹੋਣ ਦੇਣਾ, ਉਹ ਕਹੇਗਾ ਮੇਰਾ ਮੋਹ ਨਿਕਲ ਜਾਏ, ਉਹ ਅਰਦਾਸ ਕਰੇਗਾ, ਦੂਜਾ ਬੰਦਾ ਨਹੀਂ ਕਰ ਸਕਦਾ। ਇਸੇ ਕਰਕੇ ਧਰਮ ਤੋਂ ਪੁੱਤ ਵਾਰ ਦਿੱਤੇ ਮਾਵਾਂ ਨੇ, ਬੱਚੇ ਵਾਰ ਦਿੱਤੇ ਮਾਵਾਂ ਨੇ, ਕਿਉਂਕਿ ਮੋਹ ਬੇੜੀਆਂ ਨਹੀਂ ਸੀ ਬਣਿਆ ਹੋਇਆ। ਪਾਲੇ ਸਨ, ਲਾੜ ਲਡਾਇਆ ਸੀ ਉਹਨਾਂ ਨੂੰ, ਉਹਨਾਂ ਦੇ ਸੁੱਖ ਦੁੱਖ ਦਾ ਧਿਆਨ ਰੱਖਿਆ ਸੀਗਾ, ਪਰ ਧਰਮ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣੇ, ਸਗੋਂ ਧਰਮ ਨਿਭਾਉਣ ਦੇ ਸਾਥੀ ਬਣ ਗਏ। ਉਹ ਸੁਬੇਗ ਸਿੰਘ ਜੀ ਦੇ ਸਾਹਮਣੇ ਸਾਬਾਸ ਸਿੰਘ ਚਰਖੀਆਂ ਤੇ ਚਾੜਿਆ ਗਿਆ, ਬੜੇ ਲਾਡਾਂ ਨਾਲ ਪਾਲਿਆ ਸੀ, ਧਿਆਨ ਰੱਖਿਆ ਸੀ ਹਰ ਪਲ ਤੋਂ। ਪਰ ਜਦੋਂ ਚਰਖੀਆਂ ਤੇ ਚੜਾਇਆ ਗਿਆ, ਮਾਸ ਤੁੰਬੇ ਤੁੰਬੇ ਹੋ ਕੇ ਜਦੋਂ ਹਵਾ 'ਚ ਉੱਡਦਾ ਸੀ ਨਾ, ਸੁਬੇਗ ਸਿੰਘ ਜੀ ਜਕਾਰੇ ਛੱਡਦੇ ਸਨ। ਕਿਉਂ? ਕਿਉਂਕਿ ਮੋਹ ਜਿਹੜਾ ਹੈ ਨਾ, ਉਹ ਬੇੜੀ ਨਹੀਂ ਬਣਿਆ, ਉਹ ਸਗੋਂ ਧਰਮ ਨਿਭਾਉਣ ਦਾ ਸਾਥੀ ਜਿਹੜਾ ਹੈਗਾ ਹੈ ਨਾ, ਉਹ ਪਿਆਰ ਦੇ ਰੂਪ ਵਿੱਚ ਰਿਹਾ, ਰੱਬ ਦੇ ਗੁਰੂ ਦੇ ਪਿਆਰ ਵਿੱਚ ਰਿਹਾ। ਜਦੋਂ ਵਿਕਾਰ ਬਣਦਾ ਹੈ ਉਦੋਂ ਮੋਹ ਬਣਦਾ ਹੈ, ਉਦੋਂ ਮੂੰਹ ਤੇ ਦਾਗ ਲਗਾਉਂਦਾ ਹੈ, ਉਦੋਂ ਮੂੰਹ ਤੇ ਦਾਗ ਲਗਾਉਂਦਾ ਹੈ। ਹਜ਼ੂਰ ਕਹਿੰਦੇ ਇਹ ਨਹੀਂ ਹੋਣਾ ਚਾਹੀਦਾ। ਇਸ ਕਰਕੇ ਅਰਦਾਸ ਕੀਤੀ, ਲੋਭ ਦੀ ਗੱਲ ਕੀਤੀ। ਲੋਭ ਬਾਰੇ ਤੇ ਅਸੀਂ ਸਾਰੇ ਜਾਣਦੇ ਆ, ਸਾਰੇ ਜਾਣਦੇ ਆ, ਹੈਗੇ ਹੀ ਆ ਸਾਡੇ ਵਿੱਚ। ਲੋਭ ਹੋਵੇ ਮਨੁੱਖ ਦੇ ਅੰਦਰ, ਉਹ ਇਹ ਨਹੀਂ ਦੇਖਦਾ ਸਾਹਮਣੇ ਮੇਰਾ ਭਰਾ ਹੈ, ਉਹ ਨਹੀਂ ਦੇਖਦਾ। ਉਹ ਤਾਂ ਦੇਖਦਾ ਵੀ ਉਹ ਜ਼ਮੀਨ ਦਾ ਟੁਕੜਾ ਹੈ, ਇੰਨਾ ਮਹਿੰਗਾ ਹੈ, ਇਹ ਮੈਂ ਕਬਜ਼ਾ ਕਰਨਾ। ਉਹ ਇਹ ਨਹੀਂ ਦੇਖਦਾ ਵੀ ਆਹ ਜਿਹੜਾ ਮਕਾਨ ਹੈ ਨਾ, ਇਹਦੇ ਤੇ ਮੇਰੇ ਭਰਾ ਦਾ ਹੱਕ ਵੀ ਹੈ। ਉਹ ਤਾਂ ਦੇਖਦਾ ਨਹੀਂ, ਇਹ ਮਹਿੰਗਾ ਹੈ, ਇਹ ਮੇਰੇ ਹੀ ਹੋਣਾ ਚਾਹੀਦਾ। ਹੱਕ ਖਾ ਜਾਂਦਾ, ਹੱਕ ਹੀ ਨਹੀਂ ਖਾਂਦਾ। ਉਹਦੇ ਮਨ 'ਚ ਖਿਆਲ ਆਣੇ ਸ਼ੁਰੂ ਹੋ ਜਾਂਦੇ, ਭਰਾ ਪਾਸੇ ਹੀ ਹੋ ਜਾਏ ਇਹਦਾ ਐਕਸੀਡੈਂਟ, ਇੰਨਾ ਖਤਰਨਾਕ ਹੈ। ਔਰ ਐਕਸੀਡੈਂਟ ਤੇ ਹੁੰਦਾ ਨਹੀਂ, ਫਿਰ ਹੋਰ ਖਤਰਨਾਕ ਬਣਾਉਂਦਾ, ਮੈਂ ਹੀ ਮਾਰ ਦਵਾਂ ਇਸ ਨੂੰ, ਗਲਾ ਘੋਟ ਦਵਾਂ ਇਹਦਾ। ਇਹ ਅਤਕਥਨੀਆਂ ਨਹੀਂ ਹੈ, ਆਪਾਂ ਦੇਖਦੇ ਆ। ਇਹ ਪਤੀ ਹੱਥੋਂ ਪਤਨੀ ਦਾ ਕਤਲ, ਪਤਨੀ ਹੱਥੋਂ ਪਤੀ ਦਾ ਕਤਲ, ਭਰਾ ਹੱਥੋਂ ਭਰਾ ਦਾ ਕਤਲ, ਭਰਾ ਦੇ ਹੱਥੋਂ ਪਿਓ ਦਾ ਕਤਲ, ਪਿੱਛੇ ਵਿਕਾਰ ਖੜੇ। ਤੇ ਸਤਿਗੁਰ ਨੇ ਸਪਸ਼ਟ ਕਹਿ ਦਿੱਤਾ, ਕਹਿਣ ਲੱਗੇ ਭਾਈ ਪਤਾ ਲੱਗ ਜੇ ਨਾ ਬੰਦਾ ਲੋਭੀ ਹੈ, ਤੁਸੀਂ ਉਹਦਾ ਵਿਸ਼ਵਾਸ ਕਰੋ ਹੀ ਨਾ ਭਾਈ, ਵਿਸ਼ਵਾਸ ਨਾ ਕਰੋ। ਜੇ ਵਿਸ਼ਵਾਸ ਕਰੋਗੇ ਨਾ ਤੇ ਫਸ ਜਾਓਗੇ, ਤੁਹਾਡਾ ਨੁਕਸਾਨ ਹੋਏਗਾ ਹੀ ਹੋਏਗਾ। ਸਪਸ਼ਟ ਸ਼ਬਦਾਂ ਵਿੱਚ ਹਜ਼ੂਰ ਨੇ ਕਹਿ ਦਿੱਤਾ ਵੀ ਲੋਭੀ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ, ਉਹਦਾ ਵਿਸਾਹ ਕਰਨਾ ਹੀ ਨਹੀਂ। ਲੋਭੀ ਕਾ ਵਿਸਾਹ ਨਾ ਕੀਜੈ, ਜੇ ਕਾ ਪਾਰ ਵਸਾਏ। ਜੇ ਤੁਹਾਡੇ ਵਸ ਤੋਂ ਵੀ ਪਾਰ ਹੋ ਜਾਏ ਨਾ, ਤਾਂ ਵੀ ਵਿਸ਼ਵਾਸ ਨਾ ਕਰੋ, ਬਿਲਕੁਲ ਵੀ ਨਾ ਕਰੋ। ਕਿਉਂ? ਕਿਉਂਕਿ ਜਿੱਥੇ ਉਹਦਾ ਦਾ ਲੱਗਿਆ ਨਾ, ਉਹਨੇ ਤੁਹਾਨੂੰ ਨੁਕਸਾਨ ਪਹੁੰਚਾਉਣਾ ਹੈ, ਤੇ ਉਹਨੇ ਪਹੁੰਚਾਉਣਾ ਵੀ ਉੱਥੇ ਹੈ ਕਿ ਬਚਣ ਦਾ ਵੀ ਤੁਹਾਡੇ ਕੋਲ ਕੋਈ ਚਾਂਸ ਨਹੀਂ ਹੋ ਰਹਿਣਾ, ਤੁਹਾਡਾ ਕੋਈ ਹੱਥ ਨਹੀਂ ਪੈਣਾ ਕਿਸੇ ਪਾਸੇ ਵੀ, ਉਸ ਥਾਂ ਤੇ ਲਿਜਾ ਕੇ ਮਾਰੇਗਾ। ਮੈਂ ਨਹੀਂ ਕਹਿੰਦਾ, ਪਾਵਨ ਬਚਨ ਹਨ, ਲੋਭੀ ਕਾ ਵਿਸਾਹ ਨਾ ਕੀਜੈ, ਜੇ ਕਾ ਪਾਰ ਵਸਾਏ। ਅੰਤ ਕਾਲ ਕਿੱਥੇ ਤੂੰ ਹੈ, ਜਿੱਥੇ ਹੱਥ ਨਾ ਪਾਏ। ਜੇ ਪਤਾ ਲੱਗ ਜਾਏ ਵੀ ਇਹ ਲੋਭ ਤੇ ਬੜਾ ਖਤਰਨਾਕ ਹੈ ਭਾਈ, ਇਹ ਤਾਂ ਮੇਰੇ ਕੋਲੋਂ ਮੇਰੇ ਆਪਣਿਆਂ ਦੇ ਕਤਲ ਕਰਵਾ ਸਕਦਾ ਹੈ, ਮੈਂ ਨਹੀਂ ਇਹ ਜਿਹਾ ਬਣਨਾ। ਤੇ ਹਜ਼ੂਰ ਦੇ ਇੱਕ ਹੋਰ ਬਚਨ ਨੇ, ਹਜ਼ੂਰ ਕਹਿੰਦੇ ਜਿਹਦੇ ਅੰਦਰ ਲੱਭ ਹੈ ਨਾ, ਉਹ ਮਾਨਸ ਬਰਬਾਦ ਹੋ ਗਿਆ, ਖਰਾਬ ਹੋ ਗਿਆ। ਲੱਭ ਵਿਣਾਹੇ ਮਾਨਸਾ, ਜੋ ਪਾਣੀ ਬੂਰ, ਜਿਵੇਂ ਪਾਣੀ ਦੇ ਉੱਤੇ ਬੂਰ ਆ ਜਾਏ ਨਾ, ਕਾਈ ਜੀ ਜੰਮ ਜਾਏ, ਐਵੇਂ ਜਿਹਦੇ ਅੰਦਰ ਲੱਭ ਆ ਜਾਏ ਨਾ, ਉੱਪਰ ਕਾਈ ਜੰਮ ਜਾਏਗੀ। ਉਹਦੇ ਵਿੱਚੋਂ ਕਿਸੇ ਦਾ ਮੂੰਹ ਨਹੀਂ ਉਹ ਦਿਖਦਾ। ਸਾਨੂੰ ਨਹੀਂ ਪਿਤਾ ਵਿੱਚੋਂ ਪਿਤਾ ਦਾ ਮੂੰਹ ਵਿਖਣਾ, ਸਾਨੂੰ ਨਹੀਂ ਕਿਸੇ ਹੋਰ ਵਿੱਚੋਂ ਆਪਣੇ ਦਾ ਮੂੰਹ ਵਿਖਣਾ। ਕਿਉਂ? ਉੱਪਰ ਕਾਈ ਹੈ, ਲੋਭ ਹੈ, ਅਸੀਂ ਕਿਸੇ ਦਾ ਲਿਹਾਜ਼ ਨਹੀਂ ਫਿਰ ਕਰਾਂਗੇ। ਤੇ ਸਤਿਗੁਰ ਜੀ ਨੇ ਫਿਰ ਹੰਕਾਰ ਦੀ ਗੱਲ ਵੀ ਕੀਤੀ। ਹੰਕਾਰ ਤੇ ਸਰਦਾਰ ਹੈ ਇਹਨਾਂ ਸਾਰਿਆਂ ਦਾ। ਤੇ ਹੰਕਾਰ ਦੇ ਵਿੱਚ ਤੇ ਇੱਕ ਇਹ ਵੀ ਖਾਸੀਅਤ ਹੈ
ਵੀ ਇਹ ਸਾਡੇ ਪੱਲੇ ਹੀ ਪਿਆ ਜ਼ਿਆਦਾ। ਕੁੱਤੇ ਨੂੰ ਕਿੰਨਾ ਕੁ ਹੰਕਾਰ ਹੈ, ਹਾਥੀ ਨੂੰ ਕਿੰਨਾ ਕੁ ਹੰਕਾਰ ਹੈ, ਮੱਖੀ ਮੱਛਰ ਨੂੰ ਕਿੰਨਾ ਕੁ ਹੰਕਾਰ ਹੈ, ਪਰ ਮਨੁੱਖਾਂ ਨੂੰ ਬਹੁਤ ਹੰਕਾਰ ਹੈ। ਪਾਵਨ ਬਚਨ ਹਨ, ਹਉਮੈ ਰੋਗ ਮਾਨੁਖ ਕੋ ਦੀਨਾ। ਇਹ ਸਾਡੇ ਅੰਦਰ ਹੀ ਹੈ ਵਾਲਾ। ਥੋੜਾ ਜਿਹਾ ਕੰਮ ਕਿਤੇ ਸਾਡੇ ਕੋਲ ਚੰਗਾ ਹੋ ਜਾਏ, ਅਸੀਂ ਤੇ ਜਦ ਤੱਕ ਉਹਦੇ ਲਈ ਪੂਰੀ ਚਰਚਾ ਨਾ ਕਰ ਦਈਏ, ਕੋਈ ਪੂਰਾ ਫੰਕਸ਼ਨ ਨਾ ਕਰ ਦਈਏ, ਇੱਕ ਵੀ ਪਤਾ ਲੱਗ ਜਾਏ ਲੋਕਾਂ ਨੂੰ ਵੀ ਅਸੀਂ ਆਹ ਕੁਝ ਕਰ ਲਿਆ, ਉਦੋਂ ਤੱਕ ਸਾਨੂੰ ਸ਼ਾਂਤੀ ਨਹੀਂ ਆਉਂਦੀ। ਤੇ ਇੰਨਾ ਨੀਚ ਹੰਕਾਰ, ਇਹ ਤਾਂ ਕਥਾ ਕਰਦਿਆਂ ਹੋਇਆਂ ਕਥਾਵਾਚਕ ਦੇ ਅੰਦਰ ਪਹੁੰਚ ਜਾਂਦਾ, ਉਹਦੀ ਗੋਦੀ ਵਿੱਚ ਬੈਠ ਕੇ ਭੌਂਕਣ ਲੱਗ ਪੈਂਦਾ ਹੈ ਵੀ ਕਿਵੇਂ ਟਿੱਕੇ ਬੈਠੇ ਆ ਸਾਰੇ, ਕੋਈ ਚੂੰ ਨਹੀਂ ਕਰਦਾ, ਇੰਨੀ ਵਧੀਆ ਮੈਂ ਕਥਾ ਕਰ ਰਿਹਾ। ਜੇ ਕਿਤੇ 2-4 ਜਕਾਰੇ ਜ਼ਿਆਦਾ ਛੱਡੇ ਜਾਣ, ਉਹ ਬੜਾ ਚੌੜਾ ਹੋ ਜਾਂਦਾ। ਮੇਰੇ ਵਰਗਾ ਤੇ ਕਥਾਵਾਚਕ ਕੋਈ ਨਹੀਂ, ਮੈਂ ਤਾਂ ਬਹਿ ਜਾ ਕਰਾ ਦਿੱਤੀ। ਇਹ ਹੰਕਾਰ ਤੇ ਐਸਾ ਹੈ ਵੀ ਇਹ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਥਾ ਕਰਨ ਵਾਲੇ ਦੀ ਗੋਦੀ ਵਿੱਚ ਵੀ ਜਾ ਬਹਿੰਦਾ ਹੈ। ਤੇ ਜਦੋਂ ਇਹ ਪਤਾ ਲੱਗ ਜਾਏ ਵੀ ਪਾਠ ਕਰਦੇ ਆਂ, ਕੀਰਤਨ ਕਰਦੇ ਆਂ, ਸੰਗਤ ਕਰਦੇ ਆਂ, ਸੇਵਾ ਕਰਦੇ ਆਂ, ਇਹ ਨਹੀਂ ਪੈਦਾ ਹੋਣਾ ਸਾਡੇ ਅੰਦਰ। 4 ਭਾਂਡੇ ਵੱਧ ਮਾਂਜੇਗੀ ਨਾ ਮੇਰੇ ਕੋਲੋਂ, ਤਾਂ ਫਿਰ ਬੰਦਾ ਕਹਿੰਦਾ ਅੱਜ ਮੈਂ 2 ਘੰਟੇ ਭਾਂਡੇ ਮਾਂਜ ਕੇ ਆਇਆ। ਕਿਉਂ ਦੱਸ ਰਿਹਾ ਭਲਾ? ਕਿਉਂਕਿ ਉਹਨੂੰ ਆਪਣੇ ਆਪ ਦੇ ਉੱਤੇ ਨਾ ਇੱਕ ਹੰਕਾਰ ਦੀ ਭਾਵਨਾ ਆ ਗਈ ਕਿ ਮੈਂ ਇਹ ਕੰਮ ਕੀਤਾ ਹੈ। ਹੁਣ ਜਦੋਂ ਹੰਕਾਰ ਆ ਗਿਆ ਨਾ, ਫਿਰ ਪਤਾ ਕੀ ਹੁੰਦਾ ਹੈ, ਸਭ ਕੁਝ ਹੀ ਗਿਆ। ਸਭ ਜਿਵੇਂ ਚੋਰ ਆ ਜਾਏ ਨਾ ਘਰ ਵਿੱਚ, 10 ਸਾਲਾਂ ਤੋਂ ਥੋੜਾ ਥੋੜਾ ਕਰਕੇ ਕੁਝ ਸੰਭਿਆ ਸੀਗਾ, ਚੋਰ ਆਇਆ ਸਭ ਕੁਝ ਲੈ ਕੇ ਆਉ ਗਿਆ। ਏਦਾਂ ਅਸੀਂ ਜੋ ਵੀ ਇਕੱਠਾ ਕੀਤਾ ਨਾ ਧਰਮ ਦੇ ਨਾਂ ਦੇ ਉੱਤੇ, ਧਰਮ ਕਾਰਜ ਕੀਤੇ, ਹੰਕਾਰ ਆਇਆ ਸਭ ਗਿਆ। ਮੈਂ ਨਹੀਂ ਕਹਿੰਦਾ, ਪਾਵਨ ਬਚਨ ਹਨ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਤੀਜਾ ਕੀ? ਨਾਨਕ ਨਿਫਲ ਜਾਤ ਤੇ ਜੋ ਕੁੰਚਰ ਇਸ਼ਨਾਨ। ਬਿਲਕੁਲ ਬੇਕਾਰ, ਜਿਵੇਂ ਹਾਥੀ ਦਾ ਇਸ਼ਨਾਨ ਕਰਾਇਆ ਹੋਇਆ, ਮੁੜ ਕੇ ਸਵਾਹ ਮਿੱਟੀ ਉਹਨੇ ਆਪਣੇ ਸਿਰ ਤੇ ਸੁੱਟ ਲੈਣੀ ਹੈ, ਉਵੇਂ ਹੀ ਅਸੀਂ ਕਰ ਲਿਆ। ਹੁਣ ਜੇ ਪਤਾ ਲੱਗ ਜਾਏ ਵੀ ਇਹ ਹੰਕਾਰ ਤੇ ਸਾਡਾ ਸਾਰਾ ਜਪ ਤਪ ਹੀ ਖਾ ਜਾਏਗਾ, ਫਿਰ ਅਰਦਾਸ ਨਿਕਲੇਗੀ, ਸੱਚੇ ਪਾਤਸ਼ਾਹ ਇਹ ਨਾ ਆਵੇ ਮੇਰੇ ਘਰ ਦੇ ਵਿੱਚ। ਸੱਚੇ ਪਾਤਸ਼ਾਹ ਤਾਂ ਲੁਟੇਰਾ ਹੈ, ਸਭ ਕੁਝ ਲੁੱਟ ਕੇ ਲੈ ਜਾਏਗਾ। ਹਲੇ ਸਾਡੀ ਬਿਰਤੀ ਇਹੀ ਹੈ। ਸਤਿਗੁਰ ਦੇ ਪਾਵਨ ਬਚਨ ਨੇ, ਹਮ ਬੜ ਕਬ ਕੁਲੀਨ। ਮੈਂ ਬੜਾ ਵੱਡਾ ਕਵੀ ਹਾਂ, ਮੇਰੀ ਕੁਲ ਬਹੁਤ ਵੱਡੀ ਹੈ। ਹਮ ਪੰਡਿਤ ਹਮ ਜੋਗੀ ਸੰਨਿਆਸੀ। ਹਲੇ ਦੀ ਸ਼ੇਖੀ ਹੈ ਸਾਡੇ ਅੰਦਰ, ਮੈਂ ਇਹ, ਮੈਂ ਉਹ, ਮੈਂ ਪ੍ਰਧਾਨ, ਮੈਂ ਸੈਕਟਰੀ, ਮੈਂ ਇੰਨੇ ਸਾਲਾਂ ਤੋਂ ਆ ਰਿਹਾ, ਮੈਂ ਇਹ ਕੀ ਹੈ ਭਲਾ? ਇਹ ਹੰਕਾਰ ਹੀ ਹੈ। ਪਾਵਨ ਬਚਨ ਨੇ ਗੁਰਬਾਣੀ ਦੇ, ਕਹਿੰਦੇ ਸੱਚੇ ਪਾਤਸ਼ਾਹ ਜਦੋਂ ਮੈਂ ਆਪਣੇ ਅੰਦਰ ਵੇਖਦਾ ਹੈ ਨਾ, ਇਹ ਤਾਂ ਮੈਂ ਜੀ ਤਾਂ ਗੱਡੀ ਚੱਲੀ ਪਈ ਅੰਦਰ। ਹਮ ਬੜ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਇਹ ਅਕਲ ਤੇ ਕਦੇ ਨਾਸ਼ ਹੀ ਨਹੀਂ ਹੋਈ। ਇਹ ਨਹੀਂ ਕਦੇ ਅਕਲ ਨਾਸ਼ ਹੋਈ, ਮੇਰੇ ਅੰਦਰ ਹੀ ਵੜੀ ਰਹੀ। ਹੁਣ ਜੇ ਇਹ ਅੰਦਰ ਵੜੀ ਰਹੀ ਨਾ, ਤੇ ਚੇਤੇ ਰੱਖਣਾ, ਹਉਮੈ ਨਾਮੈ ਨਾਲ ਵਿਰੋਧ ਹੈ। ਉਹਨੇ ਨਾਮ ਨੂੰ ਸਾਡੇ ਘਰ ਨਹੀਂ ਆਉਣ ਦੇਣਾ। ਇਹ ਹਉਮੈ ਜਿਹੜੀ ਹੈ, ਇਹ ਸਾਨੂੰ ਜੁੜਨ ਨਹੀਂ ਦਿੰਦੀ ਗੁਰੂ ਨਾਲ, ਰੱਬ ਦੇ ਨਾਲ। ਜਿਸ ਦਿਨ ਪਤਾ ਲੱਗ ਗਿਆ ਨਾ, ਇਹੀ ਤਾਂ ਦੀਵਾਰ ਹੈ ਮੇਰੇ ਤੇ ਰੱਬ ਦੇ ਵਿਚਕਾਰ, ਵਿੱਚ ਹਉਮੈ ਭੀਤ ਕਰਾਰੀ। ਜਿਸ ਦਿਨ ਪਤਾ ਲੱਗ ਗਿਆ ਇਹੀ ਤੇ ਮੇਰੇ ਤੇ ਰੱਬ ਦੇ ਵਿਚਕਾਰ ਕੰਧ ਹੈ, ਪੜਦਾ ਹੈ, ਇਹਨੂੰ ਤੇ ਮੈਂ ਵੱਢਣਾ ਹੈ, ਇਹਨੂੰ ਤੇ ਮੈਂ ਢਾਉਣਾ ਹੈ, ਉਸ ਦਿਨ ਫਿਰ ਅਰਦਾਸ ਨਿਕਲਦੀ ਹੈ, ਸੱਚੇ ਪਾਤਸ਼ਾਹ ਮੇਰੇ ਅੰਦਰੋਂ ਇਹ ਨਿਕਲ ਜਾਏ, ਮੇਰੇ ਅੰਦਰੋਂ ਇਹ ਨਾਸ਼ ਹੋ ਜਾਏ, ਜੋ ਇਸ ਸ਼ਲੋਕ ਦੇ ਵਿੱਚ ਮੇਰੇ ਮਾਲਕ ਨੇ ਕਿਹਾ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹਨੂੰ ਬੋਲਣਾ ਪ੍ਰਸਾਦ, ਸੱਸੇ ਪੈਰ ਬਿੰਦੀ ਨਹੀਂ ਲਗਾਉਣੀ,
प्रसाद, पप्पे दे पैर च रार है, इनू पर नहीं बोलना, प्र बोलना है। और तुसीं वेखो इत्थे दद्दे नूं औंकड़ है। बाकी अष्टपदी विच जेह प्रसाद आ रहा है, उत्थे दद्दे नूं सिहारी है। दोहां दे अर्थां विच फर्क है। इस प्रसाद का अर्थ है किरपा, सच्चे पातशाह किरपा कर। पर जो प्रसाद के दद्दे नूं सिहारी लग गई, उसका मतलब किरपा नाल, उस सिहारी विचों नाल दे अर्थ निकलते हैं, किरपा राही दे अर्थ निकलते हैं। सो सिहारियां औंकड़ा ये भी अर्थां नूं बनदियां हन, इहदे बारे भी पता होना चाहिए। प्रसाद शब्द बेशक इहदा अर्थ करन लग्गियां, इहदा परायवाची शब्द असीं किरपा कह रहे हैं, भी किरपा स्त्रीलिंग है, पर प्रसाद शब्द जिहड़ा है ना वो पुलिंग है। प्रसाद होया, प्रसाद होई नहीं कहते। सो प्रसाद अपने आप विच पुलिंग एक वचन है, जिस करके इसनूं औंकड़ जिहड़ी है वो आई हुई है। इस दी व्याख्या अगे अष्टपदी दे विच है। पर एक बड़ी अचंभे वाली गल लगेगी भी यह कहा जाता भी श्लोक की व्याख्या अष्टपदी दे विच है, पर पूरी अष्टपदी विच किसी विकार का नाम तो आया ही नहीं, ना काम का, ना क्रोध का, ना लोभ का, ना मोह का। यह किदां दी गल है? इन्हां दी गल ते आउणी चाहिदी सी कि अष्टपदी दे विच ते जिहदी गल आई वह है प्रसाद। और एक बारी नहीं आई, दो बारी नहीं आई, 20 बारी नहीं आई, 30 बारी तो भी ज्यादा बारी आई। आओ ये अर्थ करिए, नाल समझिए भी नुकता की है। इस काम तो आजाद होने का नुकता ये विच ही है। असल विच साडे अंदर कामना पैदा क्यों हुंदी है? जदों असीं किसी चीज नाल जुड़ जाते हैं, कोई चीज सानूं चंगी लगती है, जदों वो चीज चंगी लगती है उहदे नाल मोह पै जांदा सानूं। पहला इच्छा जागदी है, असीं फिर उहनूं भोग लैंदे आ। मान लो एक गुलाब जामुन है, गुलाब जामुन देखिया ये बड़ा सोहना गोल जिहा लग रहा, हले खाधा नहीं है, सानूं पता नहीं भी किदां दा हुंदा है, सिर्फ देखिया, देख के इच्छा हो जाती कि वेखां की है, लोकी खा रहे में है की चीज है। असीं विआहां शादियां भी जाते हैं, कई बंदे नवीं चीज नूं ट्राई करते हैं, वेखां तां सही की है। जदों भोग लिया, हुण उहदा स्वाद आ गया, हुण वो चंगा लगन लग पिया, हुण उहदे नाल मोह पै गया, मैं होर चाहीदा, मैं ते उहदे बिना नहीं रह सकदा। फिर तो सुपनियां विच भी वो चीज आ जाती है। सो किसी चीज नूं देख के पहला असीं आकर्षित हुंदे आ, इच्छा जागदी है भी ये चीज मिल जाए। जदों वो चीज मिल जाए और सानूं स्वाद नहीं लगे, फिर उहदे नाल मोह पै जांदा भी ये सुख देण वाली है। ते जदों वो चीज नहीं मिलदी, साडे कोलों कोई चीज खो के लै जांदा है, जां फिर सानूं गुस्सा आउंदा है, मिलदी क्यों नहीं, खो के क्यों लै गया कोई, उन्होंने क्यों मिल गई, मैंने क्यों नहीं मिली। फिर साडे अंदर लोभ पैदा हुंदा उहदे प्रति, ओहदी खो लवां मेरे कोल आ जाए, ओहदी चीज खो लवां मेरे कोल आ जाए, लोभ पैदा हो गया, चीज़ां इकट्ठियां करन लग पे, असीं ज्यादा हो जाण। ते जदों चीज़ां इकट्ठियां हो गईयां, फिर हंकार है कोई मेरे वर्गा, मेरे कोल इन्नी है। ये आपस में जुड़ियां हुई चीज़ां सारियां। हुण सतगुरु जी ने एक मनोविग्यानक तरीका दस्सिया। वो कहण लगे भलिओ तुसीं चीज़ां वेखी जांदे हो, उहदे नाल उहदे वल आकर्षित होई जांदे हो, उहनां नूं इकट्ठियां करी जांदे हो। ये तां देख लो चीज़ां दे कौन रहा है, उहदे वल ध्यान दिओ। जिवें रेल गड्डी एक पटड़ी ते जा रही है ना, ते पटड़ी गलत है, एक्सीडेंट होएगा इस पटड़ी के उत्ते, ते की करना चाहिए? कांटा बदल दिओ, कांटा बदल दिओ, दूजी पटड़ी ते पै जाए, जिहड़ी पटड़ी ठीक है, आपे एक्सीडेंट नहीं होएगा। हुण साडी सुरत जिहड़ी है वो है पदार्थां वल, पदार्थां वल, वो तो काम क्रोध पैदा हो रहा। मेरे मालक
ਪਦਾਰਥਾਂ ਤੋਂ, ਦਾਤਾਂ ਤੋਂ ਦਾਤੇ ਵੱਲ ਕਾਂਟਾ ਫੇਰਦੇ ਰਹੇ। ਤੂੰ ਦਾਤੇ ਵੱਲ ਧਿਆਨ ਧਰ। ਦੋ ਅੱਖਾਂ ਨੇ ਪਰ ਇੱਕੋ ਚੀਜ਼ ਵੇਖ ਸਕਦੀਆਂ ਨੇ ਇੱਕ ਟਾਈਮ ਦੇ ਉੱਤੇ। ਦੋ ਕੰਨ ਨੇ ਪਰ ਇੱਕੋ ਗੱਲ ਸੁਣ ਸਕਦੇ ਨੇ ਇੱਕ ਸਮੇਂ ਦੇ ਉੱਤੇ। ਤੇ ਇਸੇ ਤਰ੍ਹਾਂ ਹੀ ਜਦੋਂ ਦਾਤੇ ਵੱਲ ਖਿਆਲ ਆ ਗਿਆ ਨਾ, ਉਦੋਂ ਤਾਂ ਇੱਕੋ ਵਿਚਾਰ ਹੋਏਗਾ, ਦਾਤੇ ਦਾ, ਦਾਤਾਂ ਦਾ ਵਿਚਾਰ ਹੀ ਨਹੀਂ ਹੋਏਗਾ। ਤੇ ਸਤਿਗੁਰੂ ਜੀ ਸਾਨੂੰ ਦਾਤੇ ਨਾਲ ਜੋੜ ਰਹੇ ਨੇ। ਬਾਰ-ਬਾਰ ਚੀਜ਼ਾਂ ਦਾ ਨਾਂ ਲੈ ਕੇ ਧਿਆਨ ਦਾਤੇ ਵੱਲ, ਚੀਜ਼ਾਂ ਵੱਲ ਵੇਖ ਕੇ ਧਿਆਨ ਦਾਤੇ ਵੱਲ। ਕਿਹਨੇ ਦਿੱਤਾ ਤੈਨੂੰ? ਉਹਦਾ ਧੰਨਵਾਦ ਕਰ, ਉਹਦੇ ਨਾਲ ਜੁੜ। ਭਾਵੇਂ ਤੂੰ ਪਾਣੀ ਪੀਵੇਂ, ਭਾਵੇਂ ਧੀਆਂ ਪੁੱਤਰਾਂ ਨੂੰ ਵੇਖੇ, ਭਾਵੇਂ ਆਪਣੇ ਮਹਿਲ ਮਾੜੀਆਂ ਨੂੰ ਵੇਖੇ, ਭਾਵੇਂ ਆਪਣੇ ਗਹਿਣਿਆਂ ਨੂੰ ਵੇਖੇ, ਭਾਵੇਂ ਆਪਣੇ ਰੂਪ ਨੂੰ ਵੇਖੇ, ਚੱਲ ਰੱਬ ਦਾ ਸ਼ੁਕਰ ਕਰ, ਉਹਨੇ ਦਿੱਤਾ ਹੈ, ਉਹਦੇ ਕਰਕੇ ਤੈਨੂੰ ਪ੍ਰਾਪਤ ਹੋਇਆ। ਜਿਸ ਦਿਨ ਦਾਤੇ ਵੱਲ ਧਿਆਨ ਚਲੇ ਗਿਆ ਨਾ, ਉਸ ਦਿਨ ਆਪਾਂ ਦਾਤਾਂ ਵਿੱਚ ਨਹੀਂ ਉਲਝਾਂਗੇ। ਜੇ ਸਾਨੂੰ ਦਾਤੇ ਦਾ ਸਵਾਦ ਆ ਗਿਆ ਨਾ, ਉਸ ਦਿਨ ਸਾਡੇ ਸਾਰੇ ਵਿਕਾਰ ਆਪਣੇ ਆਪ, ਇਹ ਜਿਹੜੇ ਰਸ ਸਾਨੂੰ ਬੜੇ ਚੰਗੇ ਲੱਗਦੇ ਸਨ ਨਾ, ਇਹ ਰਸ ਫਿੱਕੇ ਹੋ ਜਾਣਗੇ। ਜਿਵੇਂ ਬਾਬਾ ਫਰੀਦ ਜੀ ਨੇ ਕਿਹਾ ਸੀ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਜਿਹਦੇ ਬਾਰੇ ਮੇਰੇ ਮਾਲਕ ਕਹਿੰਦੇ ਨੇ, ਜਦੋਂ ਇਹ ਰਸ ਆ ਜਾਏ, ਉਦੋਂ ਬਾਕੀ ਸਾਰੇ ਰਸ ਬੋਛੇ ਲੱਗਦੇ ਨੇ, ਫਿੱਕੇ ਲੱਗਦੇ ਨੇ। ਇਹ ਰਸ ਆਵਾ, ਜਦੋਂ ਇਹ ਰਸ ਆ ਜਾਂਦਾ ਹੈ, ਫਿਰ ਉਹ ਰਸ ਨਹੀਂ ਭਾਵਾ, ਫਿਰ ਉਹ ਚੰਗਾ ਨਹੀਂ ਲੱਗਦਾ, ਉਹ ਰਸ ਬੇਕਾਰ ਲੱਗਦਾ ਉਹ ਤਾਂ। ਇਸ ਕਰਕੇ ਮੇਰੇ ਮਾਲਕ ਨੇ ਕਿਹਾ, ਦਾਤੇ ਨਾਲ ਜੁੜੋ, ਆਪਣੇ ਆਪ ਹੀ ਚਲੇ ਜਾਏਗਾ, ਆਪਣੇ ਆਪ ਹੀ ਬਿਨਸ ਜਾਣਗੇ, ਖਤਮ ਹੋ ਜਾਣਗੇ। ਆਓ ਅਸੀਂ ਦਰਸ਼ਨ ਕਰੀਏ ਅਸ਼ਟਪਦੀ ਦੇ, ਤਾਂ ਕਿ ਸਾਨੂੰ ਸਮਝ ਆ ਸਕੇ। ਅਸ਼ਟਪਦੀ ਜੇ ਪ੍ਰਸਾਦ, ਇਹਨੂੰ ਜੈ ਪ੍ਰਸਾਦ ਨਹੀਂ ਬੋਲਣਾ। ਬਹੁਤ ਸਾਰੇ ਕਈ ਵਾਰ ਪਾਠ ਕਰਨ ਲੱਗਿਆ ਇਹਨੂੰ ਜੈ ਸ਼ਬਦ ਬੋਲ ਦਿੰਦੇ ਹਨ। ਇਹ ਜੱਜੇ ਨੂੰ ਸਿਹਾਰੀ ਪਈ ਹੋਈ ਹੈ, ਜੱਜੇ ਦੇ ਉੱਤੇ ਦੋ ਲਾਵਾਂ ਵਾਂਗੂ ਜੈ ਕਰਕੇ ਪਾਠ ਨਹੀਂ ਕਰਨਾ। ਜੇ ਪ੍ਰਸਾਦ, ਪ੍ਰਸਾਦ ਪ੍ਰਸਾਦ ਕਰਕੇ ਨਹੀਂ ਬੋਲਣਾ। ਭਾਵ ਹੈ ਜਿਹਦੀ ਕਿਰਪਾ ਕਰਕੇ, ਜਿਹਦੀ ਕਿਰਪਾ ਨਾਲ 36 ਆਪਾਂ 36 ਕਈ ਕਹਿ ਦਿੰਦੇ ਨੇ, ਨਹੀਂ 36 ਸ਼ਬਦ ਹੈ ਆਮ, 35 36 ਜਿਵੇਂ ਬੋਲਦੇ ਆ। ਜਿਹਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਅੰਮ੍ਰਿਤ ਖਾਂਦਾ ਹੈ, ਭਾਵ 36 ਪ੍ਰਕਾਰ ਦੇ ਸਵਾਦਿਸ਼ਟ ਭੋਜਨ ਖਾਂਦਾ ਹੈ, ਖਾਹੇ। ਹੱਦ ਹੋ ਗਈ, ਜਿਹਦੀ ਕਿਰਪਾ ਨਾਲ ਖਾਂਦਾ ਹੈ, ਤੂੰ ਉਹਨੂੰ ਚੇਤੇ ਨਹੀਂ ਕਰਦਾ, ਜਿਸ ਕਰਕੇ ਤੂੰ ਸਵਾਦਾਂ ਵਿੱਚ ਫਸ ਜਾਂਦਾ ਹੈ। ਤੇ ਫਿਰ ਅੱਜ ਕੰਮ ਕਰੀਏ, ਪ੍ਰਸ਼ਾਦਾ ਤਾਂ ਛਕਣਾ ਹੋਏਗਾ ਕਿਸੇ ਨੇ। ਰਾਤ ਨੂੰ ਸਾਹਮਣੇ ਥਾਲ ਆਵੇ ਨਾ, ਤੇ ਸ਼ੁਕਰ ਕਰੀ ਦਾਤਾ, ਸ਼ੁਕਰ ਹੈ ਤੇਰਾ। ਨਹੀਂ ਤੇ ਮੇਰੇ ਮਾਲਕ ਕੰਨ ਵੀ ਬੜੇ ਭਿਅੰਕਰ ਖਿੱਚਦੇ ਆ। ਨਾਮ ਬਿਨਾ ਜੋ ਪਹਿਰਾ ਖਾਏ, ਜਿਉ ਕੂਕਰ ਜੂਠਨ ਮਹਿ ਪਾਏ। ਜੋ ਕੁੱਤਾ ਜੂਠ ਵਿੱਚ ਮੂੰਹ ਮਾਰਦਾ ਹੈ ਨਾ, ਉਵੇਂ ਹੀ ਹੈ। ਨਾਮ ਨਹੀਂ ਜੀਵਨ ਵਿੱਚ, ਪਰ ਖਾਣ ਪੀਣ ਵਿੱਚ ਗਲਤਾਨ ਹੈ। ਕਿਤੇ ਸਾਡੀ ਵੀ ਹਾਲਤ ਹੀ ਨਾ ਹੋ ਜਾਏ, ਅਸੀਂ ਕੁੱਤਿਆਂ ਵਾਂਗੂ ਹੀ ਨਾ ਬਣ ਜਾਈਏ। ਪਹਿਲਾ ਦਾਤਾ ਚੇਤੇ ਆਵੇ, ਸ਼ੁਕਰ ਹੈ ਸੱਚੇ ਪਾਤਸ਼ਾਹ, ਤੇਰੀ ਰਹਿਮਤ ਮੇਰੇ ਉੱਤੇ ਹੋ ਰਹੀ ਹੈ। ਜਿਹਦੀ ਕਿਰਪਾ ਨਾਲ ਚੇਤੇ ਰੱਖਣਾ, ਉਹ ਉਸ ਦੀ ਕਿਰਪਾ ਨਾਲ ਮਿਲੇ ਆ। ਕਿਤੇ ਸਾਨੂੰ ਗੁਮਾਨ ਹੋ ਜਾਏ ਵੀ ਮੈਂ ਬੜੀ ਮਿਹਨਤ ਕੀਤੀ ਤਾਂ ਮਿਲ ਗਏ। ਸਾਡੇ ਤੋਂ ਮਿਹਨਤ ਕਰਨ ਵਾਲੇ ਬੜੇ ਬੈਠੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਪੱਥਰ ਤੋੜ ਰਹੇ ਆ। ਤੋੜ ਕੇ ਵੇਖੀਏਗਾ ਅਸੀਂ, ਘੱਟ ਮਿਹਨਤ ਆ ਉਹਨਾਂ ਦੀ। ਸਾਡੇ ਤੋਂ ਕਿਤੇ ਜ਼ਿਆਦਾ ਮਿਹਨਤ ਕਰਨ ਵਾਲੇ ਬੈਠੇ ਨੇ। ਪਰ ਜੇ ਅੱਜ ਸਾਨੂੰ ਕੋਈ ਖੁਸ਼ੀ ਮਿਲ ਰਹੀ ਹੈ ਨਾ, ਕਿਤੇ ਆਪਣੀ ਮਿਹਨਤ ਹੀ ਨਾ ਸਮਝੀ ਜਾਈਏ, ਉਹਦੀ ਰਹਿਮਤ ਹੈ। ਸਾਧੂ ਕਹਿੰਦੇ, ਜਿਹਦੀ ਕਿਰਪਾ ਦੇ ਨਾਲ 36 ਪ੍ਰਕਾਰ ਦੇ ਸਵਾਦਲੀ ਭੋਜਨ ਤੂੰ ਖਾਂਦਾ ਹੈ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਉਹਨੂੰ ਆਪਣੇ ਮਨ ਦੇ ਵਿੱਚ ਚੇਤੇ ਰੱਖ। ਮਨ ਵਿੱਚ ਚੀਜ਼ ਦੂਜੀ ਹੈ, ਆਪੇ ਖਤਮ ਹੋ ਜਾਏਗੀ ਜੇ ਰੱਬ ਹੈ ਤੇ। ਜੇ ਮਨ ਵਿੱਚ ਰੱਬ ਹੈ ਨਾ, ਫਿਰ ਬਾਕੀ ਚੀਜ਼ਾਂ ਦੀ ਕਸ਼ਿਸ਼ ਨਹੀਂ ਹੋਏਗੀ। ਆਪੇ ਕਾਮ ਵੀ ਗਿਆ, ਕ੍ਰੋਧ ਵੀ ਗਿਆ, ਲੋਭ ਵੀ ਗਿਆ, ਮੋਹ ਵੀ ਗਿਆ। ਜੇ ਪ੍ਰਸਾਦ ਸੁਗੰਧਤ ਤਨ ਲਾਵੇਂ। ਸੈਂਟ ਅੱਜ ਹੀ ਨਹੀਂ ਲਾ ਰਹੇ ਅਸੀਂ, ਪਹਿਲਾਂ ਵੀ ਲੋਕੀ ਸੈਂਟ ਲਾਉਂਦੇ ਸੀ। ਇਹਦਾ ਮਤਲਬ ਢੰਗ ਤਰੀਕੇ ਹੋਰ ਸੀ। ਕੋਈ ਖੁਸ਼ਬੂਦਾਰ ਫੁੱਲ ਰੱਖ ਲੈਂਦਾ ਸੀ, ਕੋਈ ਉਹਨਾਂ ਦਾ ਇਤਰ ਲਗਾ ਲੈਂਦਾ ਸੀ। ਤੇ ਸਤਿਗੁਰ ਨੇ ਉਹ ਵੀ ਗੱਲ ਕਹਿ ਲਈ, ਜੇ ਫੁੱਲ ਹੀ ਨਾ ਹੁੰਦੇ ਤੇ ਸੁਗੰਧੀ ਕਿੱਥੋਂ ਲਿਆਉਂਦਾ ਤੂੰ? ਉਹਦੀ ਕਿਰਪਾ ਦੇ ਨਾਲ ਹੀ ਹੈ ਨਾ।
ਜੇ ਰੱਬ ਖੁਸ਼ਬੂਦਾਰ ਵਿੱਚ ਖੁਸ਼ਬੂ ਭਰਦਾ ਹੀ ਨਾ ਤੇ ਆਪਾਂ ਕਿਤੇ ਖੁਸ਼ਬੂ ਲਾ ਲੈਂਦੇ। ਚੰਦਨ ਵਿੱਚ ਖੁਸ਼ਬੂ ਨਾ ਹੁੰਦੀ ਤੇ ਆਪਾਂ ਚੰਦਨ ਦੀਆਂ ਅਗਰਬੱਤੀਆਂ ਦਾ ਕੀ ਕਰਦੇ? ਕਿਰਪਾ ਤੇ ਉਸੇ ਦੀ ਹੈ ਜਿਹਦੀ ਕਿਰਪਾ ਨਾਲ ਤੂੰ ਆਪਣੇ ਤਨ ਦੇ ਉੱਤੇ ਸੁਗੰਧੀਆਂ ਲਾ ਰਿਹਾ ਹੈ। ਤਿਸ ਕੋ ਸਿਮਰਤ ਪਰਮ ਗਤ ਪਾਵੇਂ। ਜਦੋਂ ਤੂੰ ਉਹਦਾ ਸਿਮਰਨ ਕਰੇਗਾ ਤਾਂ ਪਰਮ ਗਤੀ ਮਿਲੇਗੀ। ਪਰਮ ਗਤੀ ਕਿਹੜੀ ਹੈ ਭਲਾ? ਜਿਸ ਚ ਕਾਮ ਨਾ ਹੋਵੇ, ਕ੍ਰੋਧ ਨਾ ਹੋਵੇ, ਲੋਭ ਮੋਹ ਅਹੰਕਾਰ ਨਾ ਹੋਵੇ, ਉਹੀ ਪਰਮ ਗਤ ਹੈ। ਜਿਹੇ ਪ੍ਰਸਾਦ ਬਸੈ ਸੁਖ ਮੰਦਰ। ਮੰਦਰ ਮੈਨੇ ਘਰ ਜਿਹ ਚ ਅਸੀਂ ਰਹਿੰਦੇ ਆ। ਜਿਹਦੀ ਕਿਰਪਾ ਦੇ ਨਾਲ ਤੂੰ ਬੜੇ ਸੁੱਖਾਂ ਦੇ ਨਾਲ ਆਪਣੇ ਘਰ ਦੇ ਵਿੱਚ ਵਸਦਾ ਹੈ। ਪੌੜੀਆਂ ਲੱਗੀਆਂ ਹੋਈਆਂ, ਸੁੱਖ ਹੀ ਹੈ ਨਾ। ਮੋਟਰ ਲੱਗੀ ਹੋਈ ਹੈ ਘਰ ਵਿੱਚ, ਸੁੱਖ ਹੀ ਹੈ ਨਾ। ਚੰਗੀਆਂ ਦੀਵਾਰਾਂ ਹੈਗੀਆਂ, ਬਾਹਰਲੀ ਰੋਸ਼ਨੀ ਅੰਦਰ ਨਹੀਂ ਪਹੁੰਚਣ ਦੇ ਰਹੀਆਂ, ਧੁੱਪ ਨਹੀਂ ਅੰਦਰ ਪਹੁੰਚਣ ਦੇ ਰਹੀਆਂ, ਸੁੱਖ ਹੀ ਹੈ ਨਾ। ਖਿੜਕੀਆਂ ਲੱਗੀਆਂ ਹੋਈਆਂ, ਹਵਾ ਅੰਦਰ ਆ ਰਹੀ ਹੈ, ਸੁੱਖ ਹੀ ਹੈ ਨਾ। ਆਰਾਮ ਨਾਲ ਸੌ ਰਿਹਾ, ਵੀ ਕੋਈ ਚੋਰ ਆ ਕੇ ਲੁੱਟ ਨਾ ਜਾਵੇ, ਇਹ ਘਰ ਕਰਕੇ ਹੀ ਹੈ। ਪਰ ਕਿਰਪਾ ਉਸ ਦੀ ਹੈ। ਜੇ ਨਹੀਂ ਪਤਾ ਤੇ ਇੱਕ ਵਾਰੀ ਉਹਨਾਂ ਕੋਲ ਜਾ ਆਉਣਾ ਚਾਹੀਦਾ ਜਿਹਨੂੰ ਕੋਈ ਘਰ ਨਹੀਂ ਹੈ, ਫੁੱਟਪਾਥਾਂ ਤੇ ਸੌਂਦੇ ਆ ਜਿਹੜੇ। ਸੱਚੇ ਪਾਤਸ਼ਾਹ ਮੈਂ ਵੀ ਹੋ ਸਕਦਾ ਸੀ ਇੱਥੇ। ਜਿਹਦੀ ਕਿਰਪਾ ਦੇ ਨਾਲ ਤੂੰ ਬੜੇ ਸੁੱਖਾਂ ਦੇ ਨਾਲ ਮੰਦਰ ਵਿੱਚ ਵਸਦਾ ਪਿਆ ਹੈ। ਤਿਸੈ ਧਿਆਏ ਸਦਾ ਮਨ ਅੰਦਰ। ਆਪਣੇ ਮਨ ਅੰਦਰ ਮਹਿਲ ਮਾੜੀਆਂ ਨਾ ਧਿਆ, ਆਪਣੇ ਮਨ ਦੇ ਅੰਦਰ ਉਸ ਨੂੰ ਧਿਆ ਜਿਹਦੀ ਕਿਰਪਾ ਦੇ ਨਾਲ ਹੈ। ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ। ਆਪਣੇ ਗ੍ਰਹਿ ਦੇ ਵਿੱਚ, ਆਪਣੇ ਗ੍ਰਸਤੀਆਂ ਦੇ ਨਾਲ, ਆਪਣੇ ਰਿਸ਼ਤੇਦਾਰਾਂ ਦੇ ਨਾਲ ਬੜੇ ਸੁੱਖ ਵਿੱਚ ਵਾਸਾ ਹੋ ਰਿਹਾ ਹੈ ਨਾ। ਤੇ ਅੱਗੇ ਗੱਲ ਕੀਤੀ, 8 ਪਹਿਰ ਸਿਮਰੋ ਤਿਸ ਰਸਨਾ। ਰਸਨਾ ਦੇ ਨਾਲ 8 ਪੈਰ ਨੂੰ ਸਿਮਰਿਆ ਕਰੀਏ। ਹੁਣ ਰਸਨਾ ਦੇ ਨਾਲ 8 ਪੈਰ, ਹੋਰ ਨਾਮ, ਆਹ ਚੀਜ਼, ਉਹ ਰੱਬ ਚੇਤੇ ਹੀ ਨਹੀਂ, ਜਿਹਦੇ ਕਰਕੇ ਸਭ ਕੁਝ ਹੈ। ਸਾਡੀ ਵਾਰਤਾਲਾਪ ਦਾ ਵਿਸ਼ਾ ਜਿਹੜਾ ਹੈ ਨਾ, ਉਹ ਰੱਬ ਨਹੀਂ ਹੈ, ਬਾਕੀ ਸਭ ਹੈ। ਅਸੀਂ ਜੋ ਚਰਚਾ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਜੋ ਸਾਨੂੰ ਚੰਗਾ ਲੱਗੇਗਾ ਉਹਦੀ ਗੱਲਬਾਤ ਕਰਾਂਗੇ। ਹਜ਼ੂਰ ਕਹਿੰਦੇ ਰੱਬ ਚੰਗਾ ਲੱਗੇ ਔਰ 8 ਪੈਰ ਚੰਗਾ ਲੱਗੇ, ਤੇਰੀ ਜ਼ੁਬਾਨ ਤੇ 8 ਪੈਰ ਰੱਬ ਦੀਆਂ ਗੱਲਾਂ ਹੋਣ। ਜਿਹੇ ਪ੍ਰਸਾਦ ਰੰਗ ਰਸ ਭੋਗ। ਸਾਡੇ ਜੀਵਨ ਚ ਕਿੰਨੇ ਰੰਗ ਹੈ, ਕਿੰਨੇ ਰਸ ਹੈ, ਕਿੰਨੇ ਭੋਗ ਹੈ, ਕਿੰਨੀਆਂ ਅਸੀਂ ਖੁਸ਼ੀਆਂ ਮਾਣ ਰਹੇ ਹਾਂ। ਵੇਖੋ ਤੁਸੀਂ, ਸਤਿਗੁਰ ਕਹਿਣ ਲੱਗੇ ਉਹਦੀ ਕਿਰਪਾ ਦੇ ਨਾਲ ਹੈ। ਮੰਨ ਲਓ ਜੇ ਮੇਰੇ ਕੰਨ ਹੀ ਨਾ ਆਉਣ, ਸੁਣਾਂਗਾ ਵੀ ਕੀ? ਜ਼ੁਬਾਨ ਨਾ ਹੋਵੇ ਤੇ ਬੋਲਾਂਗਾ ਵੀ ਕੀ? ਉਹਦੀ ਕਿਰਪਾ ਦੇ ਨਾਲ ਮੈਂ ਸਭ ਕੁਝ ਭੋਗ ਰਿਹਾ। ਨਾਨਕ ਸਦਾ ਧਿਆਈਐ ਧਿਆਵਨ ਜੋਗ। ਹੁਣ ਧਿਆਵਨ ਜੋਗ, ਧਿਆਨ ਵਿੱਚ ਰੱਖਣ ਯੋਗ, ਤੇ ਜਿਹਦੇ ਵੱਲ ਧਿਆਨ ਜਾਵੇ ਨਾ, ਉਹ ਰੱਬ ਹੀ ਹੈ। ਸਾਡਾ ਧਿਆਨ ਹੋਰ ਚੀਜ਼ਾਂ ਵੱਲ ਹੀ ਜਾਈ ਜਾਂਦਾ, ਰੱਬ ਵੱਲ ਜਾ ਹੀ ਨਹੀਂ ਰਿਹਾ ਕਦੇ। ਸਗੋਂ ਉਲਟ ਗੱਲ ਹੈ। ਗੁਰਦੁਆਰਾ ਸਾਹਿਬ ਬੈਠਣ ਲੱਗਿਆ ਤਾਂ ਕਹਿੰਦੇ ਧਿਆਨ ਲੱਗਦਾ ਹੀ ਨਹੀਂ। ਦੇਖੋ ਕੈਸੀ ਗੱਲ ਹੈ। ਪਿਕਚਰ ਦੇਖਣ ਲੱਗਿਆ ਕਹਿੰਦੇ ਕਿਹਾ ਧਿਆਨ ਨਹੀਂ ਲੱਗਦਾ। ਨਾਟਕ ਦੇਖਣ ਲੱਗਿਆ ਧਿਆਨ ਨਹੀਂ ਲੱਗਦਾ। ਗੱਪਾਂ ਮਾਰਨ ਲੱਗਿਆ ਜੀ ਮੇਰਾ ਧਿਆਨ ਨਹੀਂ ਲੱਗਦਾ। ਕਿਹਾ ਕਿਸੇ ਨੇ ਕਦੇ? ਕਿਸੇ ਨੇ ਨਹੀਂ ਕਿਹਾ। ਪਰ ਇਹ ਅਕਸਰ ਗੱਲ ਅਸੀਂ ਸੁਣੀ ਹੋਈ ਹੈ ਵੀ ਸਾਡਾ ਧਿਆਨ ਨਹੀਂ ਲੱਗਦਾ ਜੀ, ਪਾਠ ਕਰਨ ਲੱਗਿਆ, ਗੁਰਦੁਆਰਾ ਸਾਹਿਬ 'ਚ ਬੈਠਣ ਲੱਗਿਆ ਸਾਡਾ ਧਿਆਨ ਭਟਕਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨਾ ਭਾਈ, ਧਿਆਵਨ ਜੋਗ ਤੇ ਉਹੀ ਹੈ। ਇਹ ਗੱਲ ਸਮਝੀਏ। ਆਓ ਦਾਤਾਂ ਦੀ ਥਾਂ ਦੇ ਉੱਤੇ ਆਪਣੀ ਸੁਰਤ ਨੂੰ ਦਾਤੇ ਉੱਤੇ ਫੋਕਸ ਕਰੀਏ, ਆਪੇ ਬਿਮਾਰੀਆਂ ਦੂਰ ਹੋ ਜਾਣਗੀਆਂ। ਅਗਲੀ ਅਸ਼ਟਪਦੀ ਵਿੱਚ ਵੀ ਇਹੀ ਗੱਲ ਹੈ। ਬਾਰ-ਬਾਰ ਜਿਹੇ ਪ੍ਰਸਾਦ ਆ ਰਿਹਾ, ਇਹਦਾ ਮਤਲਬ ਹੈ ਜਿਹਦੀ ਕਿਰਪਾ ਦੇ ਨਾਲ। ਜਿਹਦੀ ਕਿਰਪਾ ਦੇ ਨਾਲ ਪਾਟ ਪਟੰਬਰ ਹੰਢਾਵੇ। ਪਟੰਬਰ ਕਹਿੰਦੇ ਨੇ ਪੱਟ ਦੇ ਅੰਬਰ, ਪੱਟ ਦੇ ਕੱਪੜੇ, ਰੇਸ਼ਮ ਦੇ ਕੱਪੜੇ ਪਾਓ ਸੋਹਣੇ ਕੱਪੜੇ। ਸਰੀਰ ਨੂੰ ਬੜੇ ਚੁਭਣ ਵਾਲੇ ਨਹੀਂ ਹੈਗੇ, ਸੁੱਖ ਦੇਣ ਵਾਲੇ ਕੱਪੜੇ ਤੂੰ ਪਾਉਣਾ ਹੈ, ਔਰ ਕੀਮਤੀ ਵੀ ਹੈਗੇ। ਹੰਢਾਉਂਦਾ ਹੈ ਤੂੰ, ਹੈਗੇ ਤੇਰੇ ਕੋਲ। ਭਗਤ ਤਿਸੈ ਤਿਆਗ ਕਤ ਅਵਰ ਲੁਭਾਵੇਂ। ਜਿਹੜਾ ਸਭ ਕੁਝ ਤੈਨੂੰ ਭੇਜ ਰਿਹਾ ਹੈ, ਉਹਦੀ ਥਾਂ ਤੇ ਤੂੰ ਕਿਸੇ ਹੋਰ ਦੇ ਵਿੱਚ ਹੀ ਖਚਤ ਹੋ ਰਿਹਾ, ਹੋਰ ਦੇ ਵਿੱਚ ਹੀ ਲੁਭਾਇਮਾਨ ਹੋ ਰਿਹਾ। ਕਹਿੰਦੇ ਨਹੀਂ, ਤੈਨੂੰ ਨਹੀਂ ਕਰਨਾ ਚਾਹੀਦਾ। ਜਿਹੇ ਪ੍ਰਸਾਦ ਸੁਖ ਸੇਜ ਸੋਈਜੈ। ਹੁਣ ਆਪਾਂ ਸਾਰੇ ਨੇ ਸੌਣਾ ਹੈ ਰਾਤ ਨੂੰ, ਸੋਚ ਕੇ ਵੇਖੋ ਨੀਂਦ ਹੀ ਨਾ ਆਵੇ। ਨੀਂਦ ਹੀ ਨਾ ਆਵੇ, ਸਾਨੂੰ ਖਰੀਦ ਲਾਂਗੇ ਅਸੀਂ। ਬੰਦਾ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਕਈ ਵਾਰ ਕਹਿੰਦਾ ਨੀਂਦ ਨਹੀਂ ਆਉਂਦੀ।
ਇਹ ਬਾਜ਼ਾਰਾਂ ਵਿੱਚ ਨਹੀਂ ਵਿਕਦੀ ਨੀਂਦ, ਇਹ ਰੱਬ ਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੋਈ ਸਾਨੂੰ। ਅਸੀਂ ਸੋਹਣੇ ਬਿਸਤਰੇ ਤਾਂ ਖਰੀਦ ਲਵਾਂਗੇ, ਨੀਂਦ ਕਿੱਥੋਂ ਖਰੀਦਾਂਗੇ ਦੱਸੋ? ਅਸੀਂ ਭੋਜਨ ਤੇ ਖਰੀਦ ਲਾਂਗੇ, ਭੁੱਖ ਕਿੱਥੋਂ ਖਰੀਦਾਂਗੇ ਦੱਸੋ? ਕਈ ਕਹਿੰਦੇ ਸਾਨੂੰ ਭੁੱਖ ਨਹੀਂ ਲੱਗਦੀ ਜੀ, ਡਾਕਟਰ ਕੋਲ ਪਹੁੰਚ ਜਾਂਦੇ ਨੇ। ਇਹ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਹਜ਼ੂਰ ਕਹਿੰਦੇ ਨੇ ਜਿਹਦੀ ਕਿਰਪਾ ਦੇ ਨਾਲ ਸੁੱਖ ਨਾਲ ਸੇਜ ਤੇ ਤੂੰ ਸੋ ਜਾਈ ਸੌਂਦਾ ਹੈ ਮਨ। ਗੱਲ ਕਰੀਏ ਆਪਣੇ ਮਨ ਦੇ ਨਾਲ। ਮਨ 8 ਪਹਿਰ ਤਾਕਾ ਜਸ ਗਾਵੀਜੈ, 8 ਪਹਿਰ ਉਹਦਾ ਜਸ ਗਾਉਣਾ ਚਾਹੀਦਾ ਹੈ, ਤੈਨੂੰ ਗਾਣਾ ਚਾਹੀਦਾ ਹੈ। ਜਿਹਦੀ ਕਿਰਪਾ ਦੇ ਨਾਲ ਤੁਝ ਸਭ ਕੋ ਮੰਨੈ, ਸਾਰੇ ਤੈਨੂੰ ਮੰਨਦੇ ਆ। ਜਿਹਦੀ ਕਿਰਪਾ ਨਾਲ ਸਾਰੇ ਤੈਨੂੰ ਮੰਨਦੇ, ਕਿਉਂ? ਤੂੰ ਚੰਗਾ ਚੰਗਾ ਕਰ ਰਿਹਾ ਹੈ। ਇਹ ਬੰਦੇ ਦੀ ਆਵਾਜ਼ ਬੜੀ ਮਿੱਠੀ ਹੈ, ਕਿੱਥੋਂ ਖਰੀਦੀ ਸੀ? ਇਹਦੀ ਸਿਹਤ ਬੜੀ ਵਧੀਆ ਹੈ, ਕਿੱਥੋਂ ਖਰੀਦੀ ਸੀ? ਇਹਦਾ ਦਿਮਾਗ ਬੜਾ ਤੇਜ਼ ਹੈ, ਕਿੱਥੋਂ ਖਰੀਦਿਆ ਸੀ? ਅਸੀਂ ਕਿਸੇ ਪੱਖ ਤੋਂ ਵੀ ਗੱਲ ਕਰ ਸਕਦੇ ਹਾਂ। ਸਾਨੂੰ ਤੇ ਸਭ ਕੁਝ ਮਾਲਕ ਵੱਲੋਂ ਮਿਲਿਆ ਨਾ। ਇਹ ਜੀਓ, ਇਹ ਪਿੰਡ, ਸਭ ਕੁਝ ਉਸੇ ਦਾ ਹੀ ਤਾਂ ਹੈ। ਇਹਨੂੰ ਆਪਾਂ ਮਹਿਸੂਸ ਕਰੀਏ ਤਾਂ ਹਜ਼ੂਰ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੈਨੂੰ ਸਾਰੇ ਕੋਈ ਮੰਨਦੇ ਨੇ। ਅੱਜ ਤੇਰਾ ਪੁੱਤ ਬੜੇ ਅਦਬ ਦੇ ਨਾਲ ਕਹਿੰਦਾ, ਪਿਤਾ ਜੀ ਦੱਸੋ ਮੈਂ ਤੁਹਾਡੇ ਲਈ ਕੀ ਕਰਾਂ? ਇਹ ਜੋ ਮੋਹ ਪਾਇਆ ਉਹਦੇ ਵਿੱਚ, ਜੋ ਆਪਣਤ ਪਾਈ ਹੈ, ਕਿਤੇ ਬਾਜ਼ਾਰਾਂ 'ਚ ਵਿਕਦੀ ਹੈ। ਅੱਜ ਬਜ਼ੁਰਗ ਸਰੀਰ ਹੈ, ਅੱਜ ਪੋਤੇ ਦੋਤੀਆਂ ਪੋਤੇ ਪਿਆਰ ਦੇ ਨਾਲ ਉਹਦੇ ਮੂੰਹ 'ਚ ਬੁਰਕੀਆਂ ਪਾ ਰਹੇ। ਇਹ ਆਪਣਤ ਕਿੱਥੋਂ ਮਿਲਦੀ ਹੈ? ਇਹ ਆਪਸੀ ਸੰਬੰਧ ਜਿਹੜਾ ਹੈਗਾ ਇਹ ਮਾਲਕ ਦੀ ਰਹਿਮਤ ਨਾਲ ਨਹੀਂ ਮਿਲਿਆ ਸਾਨੂੰ ਕਿ। ਤੇ ਹਜ਼ੂਰ ਕਹਿ ਰਹੇ ਹਨ ਵੀ ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ। ਉਹਦਾ ਜਸ ਮੁਖ ਤੋਂ ਵੀ ਤੇ ਰਸਨ ਦੇ ਨਾਲ ਤੈਨੂੰ ਕਹਿਣਾ ਚਾਹੀਦਾ, ਆਪਣੇ ਮੂੰਹ ਤੋਂ ਉਹਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਜਿਹਦੀ ਕਿਰਪਾ ਦੇ ਨਾਲ। ਜੇ ਪ੍ਰਸਾਦ ਤੇਰੋ ਰਹਿਤਾ ਧਰਮ। ਹੁਣ ਇੱਥੇ ਧਰਮ ਦਾ ਅਰਥ ਹੈ ਫਰਜ਼। ਅਸੀਂ ਆਪਣੇ ਧੀਆਂ ਪੁੱਤਾਂ ਨੂੰ ਪਾਲ ਰਹੇ ਹਾਂ, ਸਾਡਾ ਫਰਜ਼ ਬਣਦਾ ਹੈ। ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਰਹੇ ਹਾਂ, ਸਾਡਾ ਫਰਜ਼ ਬਣਦਾ ਹੈ। ਅਸੀਂ ਆਪਣੀ ਦੁਕਾਨਦਾਰੀ ਤੇ ਜਾ ਕੇ ਚੰਗੀ ਤਰ੍ਹਾਂ ਇਹ ਕੰਮ ਕਰ ਪਾ ਰਹੇ ਹਾਂ, ਸਾਡਾ ਧਰਮ ਹੈ। ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਸਾਰੇ ਫਰਜ਼ ਨਿਭਾ ਪਾ ਰਿਹਾ, ਸਾਰਾ ਫਰਜ਼ ਪੂਰਾ ਕਰ ਰਿਹਾ ਜਿਹਦੀ ਕਿਰਪਾ ਦੇ ਨਾਲ। ਜੇ ਹੱਥ ਹੀ ਨਾ ਹੋਣ ਤੇ ਦੁਕਾਨਦਾਰੀ ਕੀ ਕਰਨੀ? ਦਿਮਾਗ ਨਾ ਕੰਮ ਕਰਦਾ ਹੋਵੇ ਤੇ ਦੁਕਾਨਦਾਰੀ ਕੀ ਕਰਨੀ? ਆਪ ਹੀ ਅਸੀਂ ਐਸੇ ਹੋਈਏ ਵੀ ਉੱਠ ਬੈਠ ਨਾ ਸਕੀਏ ਤੇ ਅਸੀਂ ਬਜ਼ੁਰਗਾਂ ਦੀ ਸੇਵਾ ਕੀ ਕਰਨੀ? ਸੋਚ ਕੇ ਵੇਖੀਏ ਨਾ। ਮਾਲਕ ਨੇ ਸਾਨੂੰ ਇਸ ਯੋਗ ਬਣਾਇਆ ਕਿ ਅਸੀਂ ਇਹ ਸਭ ਕੁਝ ਕਰ ਪਾ ਰਹੇ ਹਾਂ। ਤੇ ਹਜ਼ੂਰ ਕਹਿਣ ਲੱਗੇ ਤੂੰ ਸਾਰੀਆਂ ਚੀਜ਼ਾਂ ਵਿੱਚ ਤੇ ਮਸਤ ਰਹਿਣਾ, ਪਰ ਉਹਨੂੰ ਨਹੀਂ ਕਦੇ ਯਾਦ ਕਰਦਾ। ਇਸ ਕਰਕੇ ਕਿਹਾ ਜਿਹੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਕੇਵਲ ਪਾਰ ਬ੍ਰਹਮ ਕਿਹਾ। ਜੇ ਸਾਡੇ ਮਨ ਵਿੱਚ ਕੇਵਲ ਪਾਰ ਬ੍ਰਹਮ ਹੋਏਗਾ ਫਿਰ ਕੋਈ ਕਾਮਨਾ ਨਹੀਂ, ਫਿਰ ਕੋਈ ਕ੍ਰੋਧ ਨਹੀਂ, ਕੋਈ ਮੋਹ ਨਹੀਂ। ਤੇ ਅਗਲੀ ਗੱਲ ਕੀਤੀ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੈ। ਇਹਦਾ ਸਮਝ ਲਈਏ ਅਸੀਂ ਕਈ ਨੌਕਰੀ ਕਰਦੇ ਹੋਵਾਂਗੇ, ਕਈ ਵਾਰੀ ਸਾਨੂੰ ਕੰਪਨੀ ਵੱਲੋਂ ਬਾਹਰ ਭੇਜਿਆ ਜਾਂਦਾ ਹੈ, ਹੋਟਲ ਦਾ ਬਿੱਲ ਵੀ ਪਾਸ ਉਹਨਾਂ ਵੱਲੋਂ ਖਰਚਾ ਕੀਤਾ ਜਾਂਦਾ ਹੈ, ਹਵਾਈ ਜਹਾਜ਼ ਰਾਹੀਂ ਭੇਜਿਆ ਜਾਂਦਾ, ਕਈ ਵਾਰੀ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਨਾ। ਤੇ ਬੰਦਾ ਜਦੋਂ ਉੱਥੇ ਜਾ ਕੇ ਕੰਪਨੀ ਦਾ ਕੰਮ ਕਰਦਾ ਹੈ ਇਮਾਨਦਾਰੀ ਨਾਲ, ਠੀਕ ਹੈ ਨਾ, ਸਹੂਲਤਾਂ ਲਈਆਂ, ਉਹ ਹਵਾਈ ਜਹਾਜ਼ ਵਿੱਚ ਗਿਆ, ਉਹ ਹੋਟਲ ਵਿੱਚ ਠਹਿਰਿਆ, ਖਾਣ ਪੀਣ ਲਈ ਚੰਗਾ ਉਹਨੇ ਖਾਧਾ, ਪਰ ਉੱਥੇ ਜਾ ਕੇ ਭੁੱਲ ਥੋੜ੍ਹਾ ਗਿਆ। ਉੱਥੇ ਜਾ ਕੇ ਯਾਦ ਰੱਖਿਆ ਵੀ ਕਿਹੜੇ ਕੰਮ ਮੈਂ ਆਇਆ, ਉਹਨੇ ਚੰਗੇ ਢੰਗ ਨਾਲ ਕੰਮ ਕੀਤਾ। ਜਦੋਂ ਵਾਪਸ ਆਉਂਦਾ ਹੈ ਫਿਰ ਕੀ ਹੁੰਦਾ ਹੈ? ਫਿਰ ਉਹਦੀ ਤਨਖਾਹ ਵਿੱਚ ਵੀ ਵਾਧਾ ਹੋ ਜਾਂਦਾ, ਕਈ ਵਾਰੀ ਉਹਦੇ ਅਹੁਦੇ ਵਿੱਚ ਹੀ ਵਾਧਾ ਹੋ ਜਾਂਦਾ ਹੈ, ਉਹਨੂੰ ਸ਼ਾਬਾਸ਼ੀ ਵੀ ਮਿਲਦੀ ਹੈ। ਕਿਉਂ? ਕਿਉਂਕਿ ਕੰਮ ਕਰਕੇ ਆਇਆ। ਤੇ ਜੇ ਮੇਰੇ ਵਰਗਾ ਬੰਦਾ ਹਵਾਈ ਜਹਾਜ਼ ਦਾ ਖਰਚਾ ਵੀ ਕਰਾ ਗਿਆ, ਹੋਟਲਾਂ ਦਾ ਖਰਚਾ ਵੀ ਕਰਾ ਗਿਆ, ਤੇ ਜਾ ਕੇ ਕੰਪਨੀ ਦਾ ਭੱਠਾ ਬਾਤਾ, ਉੱਥੇ ਜਾ ਕੇ ਕੰਮ ਹੀ ਨਹੀਂ ਕੋਈ ਕੀਤਾ, ਫਿਰ ਇਹਦੇ ਆਉਂਦੇ ਹੀ ਜਿਹੜਾ ਹੈਗਾ ਨੋਟਿਸ ਮਿਲਦਾ, ਚਲ ਕੋ ਆਪਣਾ ਬੋਰੀਆ ਬਿਸਤਰਾ ਦੌੜ ਜਾਓ ਇੱਥੋਂ ਦੀ ਤੁਸੀਂ।
ਇਸੇ ਢੰਗ ਦੇ ਨਾਲ ਅਸੀਂ ਆਏ ਸੰਸਾਰ ਦੇ ਵਿੱਚ। ਮੇਰੇ ਮਾਲਕ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ। ਆ ਸਰੀਰ ਹੀ ਇੱਕ ਬਹੁਤ ਵੱਡੀ ਸਹੂਲਤ ਹੈ। ਕੀ ਧਰਤੀ ਹਵਾਈ ਜਹਾਜ਼ ਤੋਂ ਘੱਟ ਹੈ? ਹਵਾ 'ਚ ਉੱਡ ਰਹੀ ਹੈ, ਹੋਰ ਕੀ ਕਰ ਰਹੀ ਹੈ? ਹਵਾ 'ਚ ਲਟਕ ਰਹੀ ਹੈ, ਹੋਰ ਕੀ ਕਰ ਰਹੀ ਹੈ? ਕਿੰਨੇ ਪ੍ਰਕਾਰ ਦੇ ਮੇਰੇ ਮਾਲਕ ਨੇ ਏਸੀ ਸਾਨੂੰ ਬਣਾ ਕੇ ਦਿੱਤੇ। ਸਰਦੀਆਂ ਦੇ ਵਿੱਚ ਵੇਖੋ ਕਿੰਨੇ ਪ੍ਰਕਾਰ ਦੇ ਹੀਟਰ ਲਾ ਕੇ ਦਿੱਤੇ ਮੇਰੇ ਮਾਲਕ ਨੇ। ਆ ਪੂਰਾ ਜੋ ਵਾਤਾਵਰਨ ਹੈ ਕੀ ਹੈ? ਅਸੀਂ ਰੋਜ਼ ਪੜ੍ਹਦੇ ਹਾਂ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਸਾਰੀਆਂ ਸਹੂਲਤਾਂ ਬਣਾ ਕੇ ਧਰਤੀ ਨੂੰ ਸਥਾਪਿਤ ਕੀਤਾ ਧਰਮ ਕਮਾਉਣ ਦੇ ਲਈ। ਤੇ ਜੇ ਮੈਂ ਧਰਮ ਨਹੀਂ ਕਮਾਇਆ ਆ ਕੇ, ਫਿਰ ਕੀ ਮੈਨੂੰ ਮਾਨ ਮਿਲੇਗਾ? ਨਹੀਂ, ਮੈਨੂੰ ਮਾਨ ਨਹੀਂ ਮਿਲੇਗਾ। ਪਰ ਜੇ ਮੈਂ ਇੱਥੇ ਆ ਕੇ ਧਰਮ ਕਮਾਇਆ, ਫਿਰ ਇਹ ਹੋਏਗਾ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੈ। ਜਿਹੜੇ ਕੰਮ ਵਾਸਤੇ ਅਸੀਂ ਆਏ ਆ, ਜੇ ਉਹ ਕੰਮ ਕਰਾਂਗੇ, ਰੱਬ ਜੀ ਨੂੰ ਜਪਾਂਗੇ, ਫਿਰ ਮਾਨ ਪ੍ਰਾਪਤ ਹੋਏਗਾ। ਨਾਨਕ ਪਤ ਸੇਤੀ ਘਰ ਜਾਵੇਂ। ਫਿਰ ਇੱਜ਼ਤ ਦੇ ਨਾਲ ਆਪਣੇ ਸਹਿਜ ਘਰ ਦੇ ਵਿੱਚ ਆਪਾਂ ਜਾ ਸਕਾਂਗੇ, ਆਪਣੇ ਨਿੱਜ ਘਰ ਵਿੱਚ ਜਾ ਸਕਾਂਗੇ ਇੱਜ਼ਤ ਦੇ ਨਾਲ। ਉਹਨੂੰ ਇੱਜ਼ਤ ਮਿਲੇਗੀ ਨਾ ਜੋ ਕੰਮ ਕਰਕੇ ਆਇਆ, ਜੋ ਕੰਮ ਵਿਗਾੜ ਕੇ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਤੇ ਮਨਮੁਖ ਉਹਦੇ ਵਿਗਾੜ ਕੇ ਚਲਿਆ ਨਾ, ਚਲੇ ਜਵਾਰੀ ਦੋਏ ਹੱਥ ਝਾਰ। ਹੁਣ ਇੱਜ਼ਤ ਕਿਹਨੂੰ ਮਿਲੇ? ਕਦੇ ਪੜ੍ਹ ਕੇ ਵੇਖਣਾ ਸਦਬਾਣੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਵੀ ਮੈਨੂੰ ਸਰੋਪਾ ਪੈਣ ਲੱਗਾ, ਸਰੋਪਾ ਰੱਬ ਪਾਉਣ ਲੱਗਾ। ਕਿਉਂ? ਕਿਉਂਕਿ ਗੁਰੂ ਨਾਲ ਜੁੜ ਗਿਆ, ਗੁਰੂ ਨੇ ਰਹਿਮਤ ਕਰ ਦਿੱਤੀ, ਇੰਨਾ ਸੋਹਣਾ ਜੀਵਨ ਬਣਾ ਦਿੱਤਾ ਕਿ ਰੱਬ ਸਨਮਾਨਿਤ ਕਰ ਰਿਹਾ। ਸਤਿਗੁਰੂ ਉਹੀ ਪ੍ਰੇਰਨਾ ਦੇ ਰਹੇ ਆ ਵੀ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਬੂਲ ਹੋਈਏ ਮਾਲਕ ਦੀ ਨਜ਼ਰਾਂ ਵਿੱਚ, ਤਾਂ ਸਾਨੂੰ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ। ਬੰਦਾ ਕਹਿੰਦਾ ਮੇਰਾ ਤਾਂ ਸਿਰ ਵੀ ਨਹੀਂ ਦੁਖਿਆ ਅੱਜ ਤੱਕ ਜੀ, ਮੈਂ ਤੇ ਹੀ ਨਹੀਂ ਪਤਾ ਸਿਰ ਦੁਖਣਾ ਹੁੰਦਾ ਕੀ ਆ। ਇਹਦੇ ਵਿੱਚ ਤੇਰੀ ਖੂਬੀ ਨਹੀਂ ਹੈ, ਰੱਬ ਦੀ ਮਿਹਰ ਹੈ। 60 ਸਾਲ ਦੀ ਉਮਰ ਹੋ ਗਈ, ਹਲੇ ਤੱਕ ਹਾਰਟ ਅਟੈਕ ਨਹੀਂ ਆਇਆ, ਹਲੇ ਤੱਕ ਗੁਰਦੇ ਫੇਲ ਨਹੀਂ ਹੋਏ, ਹਲੇ ਤੱਕ ਫੇਫੜੇ ਕੰਮ ਕਰ ਰਹੇ ਨੇ, ਅੱਖਾਂ ਦੇਖ ਰਹੀਆਂ ਨੇ ਹਲੇ ਤੱਕ, ਐਨਕਾਂ ਦੇ ਸ਼ੀਸ਼ੇ ਬਹੁਤੇ ਮੋਟੇ ਨਹੀਂ ਹੋਏ ਹਲੇ ਕੰਨਾਂ ਵਿੱਚ ਮਸ਼ੀਨਾਂ ਨਹੀਂ ਤੁੰਨੀਆਂ ਸੀ, ਸੁਣਦਾ ਹੈ ਸਭ ਕੁਝ। ਇਹ ਕੀ ਹੈ? ਇਹ ਕੰਚਨ ਦੇਹੀ ਹੈ, ਵਧੀਆ ਦੇਹੀ ਹੈ, ਸੋਨੇ ਵਰਗੀ ਦੇਹੀ ਹੈ। ਸੋਨੇ ਵਰਗੀ ਦੇਹੀ ਭਾਵੇਂ ਜੋ ਕੰਮ ਕਰ ਸਕਦੀ ਹੈ, ਭਾਵੇਂ 70 ਸਾਲ ਦੀ ਉਮਰ ਹੈ, ਮੈਂ ਆਪਣੀ ਰੋਟੀ ਆਪ ਬਣਾ ਕੇ ਖਾ ਲੈਣੀ ਆ, ਮੈਂ ਆਪ ਪਾਣੀ ਚੱਕ ਕੇ ਪੀ ਲੈਣੀ ਆ, ਲੱਤਾਂ ਚੱਲਦੀਆਂ ਹਲੇ। ਇਹ ਕੰਚਨ ਦੇਹੀ। ਪਰ ਇਹਦੇ ਵਿੱਚ ਸਾਡਾ ਜ਼ੋਰ ਹੈ ਕੋਈ? ਇਹ ਰੱਬ ਦੀ ਰਹਿਮਤ ਹੈ। ਹਜ਼ੂਰ ਕਹਿਣ ਲੱਗੇ ਜਿਹਦੀ ਕਿਰਪਾ ਦੇ ਨਾਲ ਰੋਗ ਰਹਿਤ ਸੋਨੇ ਵਰਗੀ ਦੇਹੀ ਹੈ, ਤੇ ਭਲਿਆ ਤੂੰ ਉਹਦੇ ਨਾਲ ਹੀ ਲਿਵ ਨਹੀਂ ਲਾ ਰਿਹਾ। ਕਿੱਦਾਂ ਦਾ ਬੰਦਾ ਹੈ ਤੂੰ? ਲਿਵ ਲਾਵੋ ਤਿਸ ਰਾਮ ਸਨੇਹੀ। ਤਿਸ ਰਾਮ ਪਿਆਰੇ ਦੇ ਨਾਲ ਲਿਵ ਲਾ। ਤੂੰ ਤਾਂ ਦੇਹੀ ਨਾਲ ਹੀ ਲਿਵ ਲਾ ਲਈ। ਮੈਨੂੰ ਕਹਿ ਲੈਣ ਦੇਣਾ, ਜਿਸ ਵੇਲੇ ਅਸੀਂ ਆਪਣੀ ਦੇਹੀ ਤੋਂ ਕੇਸਾਂ ਨੂੰ ਪੁੱਟਦੇ ਹਾਂ, ਲਿਵ ਕਿਹਦੇ ਨਾਲ ਲੱਗਦੀ ਹੈ ਜੀ? ਗੁਰੂ ਨਾਲ ਲੱਗਦੀ ਹੈ। ਮੈਨੂੰ ਕਹਿ ਲੈਣ ਦੇਣਾ, ਇੱਥੇ ਹੋ ਸਕਦਾ ਹੈ ਐਸੇ ਸਰੀਰ ਵੀ ਹੋਣ ਜੋ ਆਪਣੇ ਭਰਵੱਟੇ ਪੱਟਦੇ ਹੋਣ, ਉਹ ਇਹ ਗੱਲ ਨੂੰ ਸੁਣਨ ਕਿ ਅਸੀਂ ਉਸ ਵੇਲੇ ਆਪਣੇ ਗੁਰੂ ਨਾਲ ਲਿਵ ਜੋੜ ਰਹੇ ਹਾਂ, ਜਿਹਨੇ ਸਾਰਾ ਕੁਝ ਬਖਸ਼ਿਸ਼ ਕੀਤਾ, ਕਿ ਅਸੀਂ ਰੱਬ ਦੀ ਕਦਰ ਕਰ ਰਹੇ ਹਾਂ, ਜਿਹਨੇ ਐਸਾ ਸਾਨੂੰ ਸਰੀਰ ਦਿੱਤਾ। ਨਹੀਂ, ਆਪਾਂ ਸਰੀਰ ਨਾਲ ਜੁੜ ਗਏ, ਸਰੀਰ ਨਾਲ ਜੁੜ ਗਏ, ਗੁਰੂ ਨਾਲ ਨਾ ਜੁੜ ਸਕੇ। ਸਰੀਰ ਨੂੰ ਹਾਰ ਸ਼ਿੰਗਾਰ ਦੇ ਨਾਲ ਬੜਾ ਸਵਾਰਨ ਦਾ ਯਤਨ ਕੀਤਾ, ਕਿਤਨੇ ਪ੍ਰਕਾਰ ਦੇ ਪਾਊਡਰ ਲਗਾ ਦਿੱਤੇ, ਕਿੰਨੇ ਪ੍ਰਕਾਰ ਦੇ ਹੋਰ ਪਦਾਰਥ ਲਾ ਦਿੱਤੇ ਅਸੀਂ, ਤੇ ਜਿਹੜੇ ਗੁਰੂ ਨੇ ਕੜਾ ਦਿੱਤਾ ਸੀ ਉਹਦਾ ਧਿਆਨ ਨਹੀਂ ਰਿਹਾ। ਤੇ ਜਿਨ੍ਹਾਂ ਨੂੰ ਨਹੀਂ ਰਿਹਾ, ਉਹ ਇਹ ਪੰਕਤੀਆਂ ਚੰਗੀ ਤਰ੍ਹਾਂ ਸਮਝਣ। ਲਿਵ ਲਾਵੋ ਤਿਸ ਰਾਮ ਸੁਨੇਹੀ। ਤਿਸ ਰਾਮ ਪਿਆਰੇ ਦੇ ਨਾਲ ਆਪਣੀ ਲਿਵ ਲਾਓ, ਕਿਤੇ ਇਹਦੇ ਵਿੱਚ ਖਚਤ ਨਾ ਹੋ ਜਾਈਏ, ਕਿਉਂਕਿ ਉਹਦੀ ਕਿਰਪਾ ਦੇ ਨਾਲ ਇਹ ਸਰੀਰ ਮਿਲਿਆ ਹੋਇਆ ਸਾਨੂੰ। ਇੱਕ ਸਕਿੰਟ ਨਹੀਂ ਲੱਗਦਾ ਕੋਈ ਪੇਜ ਢਿੱਲਾ ਹੋ ਜਾਏ ਤਾਂ। ਕਈ ਐਸੇ ਬੰਦੇ ਵੇਖੇ, ਬੰਦਾ ਚੁੱਕ ਕੇ ਕੁਰਸੀ ਤੋਂ ਤੇ ਦੂਜੀ ਕੁਰਸੀ ਤੇ ਬਿਠਾ ਦਿੰਦੇ ਸੀ, ਇੰਨੀ ਜਾਨ ਸੀ। ਅਗਲੀ ਵਾਰ ਮਿਲੇ ਤੇ ਉਹਨਾਂ ਨੂੰ ਪੈਰਾਲਾਈਜ਼ ਸੀ, ਉਹਨਾਂ ਨੂੰ ਕੋਈ ਹੋਰ ਚੁੱਕ ਰਿਹਾ ਸੀ।
ਪਤਾ ਨਹੀਂ ਲੱਗਦਾ ਕੁਛ ਵੀ। ਤੇ ਮੇਰੇ ਮਾਲਕ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਹੱਥ ਪੈਰ ਚੱਲ ਰਹੇ ਭਾਈ, ਲਿਵ ਉਹਦੇ ਨਾਲ ਜੁੜਨੀ ਚਾਹੀਦੀ ਹੈ। ਜਿਹੇ ਪ੍ਰਸਾਦ ਤੇਰਾ ਓਲਾ ਰਹਿਤ, ਓਲਾ ਮੈਨੇ ਪਰਦਾ ਬਣਿਆ ਹੋਇਆ ਤੇਰਾ। ਕਈ ਵਾਰ ਸੋਚਦੇ ਆ ਵੀ ਜੇ ਕਿਤੇ ਸਾਡੀ ਗੱਲ ਸਾਡੇ ਪੁੱਤ ਧੀ ਨੂੰ ਪਤਾ ਲੱਗ ਜੇ ਨਾ, ਤੇ ਸਾਡੀ ਤੇ ਇੱਜ਼ਤ ਹੀ ਕੋਈ ਨਹੀਂ ਰਹਿਣੀ। ਐਸੇ ਐਸੇ ਕੰਮ ਅਸੀਂ ਕੀਤੇ ਹੋਏ, ਲੁਕੋ ਕੇ ਰੱਖਦਾ ਹਰ ਕੋਈ ਬੰਦਾ। ਪਰਦੇ ਦੀ ਗੱਲਾਂ ਸਭ ਦੀਆਂ ਹੀ ਹੁੰਦੀਆਂ, ਪਰ ਮੇਰਾ ਮਾਲਕ ਉਹਨੇ ਵਿਧ ਦੇਖੋ ਕੈਸੀ ਬਣਾਈ ਹੋਈ ਹੈ। ਤੁਹਾਨੂੰ ਆਪ ਹੀ ਆਪਣੀਆਂ ਗੱਲਾਂ ਅੰਦਰ ਰੱਖਣ ਦੇ ਯੋਗ ਬਣਾਇਆ ਹੋਇਆ ਹੈ। ਹਜਮ ਕੀਤੀਆਂ ਹੋਈਆਂ ਕਈ ਐਸੀਆਂ ਗੱਲਾਂ ਅਸੀਂ। ਪਰ ਜੇ ਕਿਤੇ ਐਸੀ ਗੱਲ ਹੀ ਨਾ ਹੋਵੇ, ਦੂਜਾ ਬੰਦਾ, ਅਸੀਂ ਕਹਿੰਦੇ ਜੀ ਫਲਾਣਾ ਅੰਤਰਜਾਮੀ ਹੈ। ਮੈਂ ਕਹਿੰਦਾ ਅੰਤਰਜਾਮੀ ਲੋਕ ਹੋ ਜਾਣ, ਇਹਦੇ ਨਾਲ ਤਾਂ ਬਦਨਸੀਬੀ ਕੋਈ ਨਹੀਂ ਹੈ। ਸਾਡੇ ਵਿੱਚ ਕੌਣ ਚਾਹੇਗਾ ਕਿ ਸਾਡਾ ਪੁੱਤ ਧੀ ਅੰਤਰਜਾਮੀ ਹੋ ਜਾਏ? ਮੇਰੇ ਅੰਦਰ ਕੀ ਚੱਲਦਾ ਮੇਰੇ ਪੁੱਤ ਨੂੰ ਪਤਾ ਲੱਗ ਜਾਏ, ਮੇਰੀ ਧੀ ਨੂੰ ਪਤਾ ਲੱਗ ਜਾਏ ਮੇਰੇ ਅੰਦਰ ਕੀ ਚੱਲ। ਅੰਤਰਜਾਮੀ ਦਾ ਮਤਲਬ ਇਹੀ ਹੈ ਨਾ ਵੀ ਅੰਦਰ ਦੀ ਜਾਣ ਲਵੇ। ਅਸੀਂ ਤਾਂ ਉਸ ਬੰਦੇ ਕੋਲ ਵੀ ਨਹੀਂ ਖੜਾਂਗੇ ਜੋ ਅੰਤਰਜਾਮੀ ਹੋਏ, ਵੀ ਤਾਂ ਫਿਰ ਅੰਦਰ ਫੜ ਲੈਣਾ ਵੀ ਅੰਦਰ ਤਾਂ ਬੜਾ ਖਤਰਨਾਕ ਹੈ ਮੇਰਾ। ਸਤਿਗੁਰੂ ਜੀ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੇਰਾ ਪਰਦਾ ਬਣਿਆ ਹੋਇਆ ਨਾ, ਤੈਨੂੰ ਚੰਗਾ ਚੰਗਾ ਕਹਿ ਰਹੇ ਸਾਰੇ ਤੇਰੇ ਰਿਸ਼ਤੇਦਾਰ, ਪਤਾ ਤਾਂ ਤੈਨੂੰ ਵੀ ਇਹ ਤੂੰ ਕਿਹੋ ਜਿਹਾ ਹੈਗਾ। ਹਜ਼ੂਰ ਕਹਿੰਦੇ ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਸੱਚੀ ਮੁੱਚੀ ਤੂੰ ਦਾ ਹਰ ਜਸ ਕਹਿਣ ਲੱਗ ਪਵੇ ਨਾ, ਤੈਨੂੰ ਪਰਮ ਸੁਖ ਪ੍ਰਾਪਤ ਹੋ ਜਾਏ, ਜਿਹਦੇ ਵਾਸਤੇ ਤੂੰ ਇੱਥੇ ਆਇਆ ਹੋਇਆ ਹੈ। ਅਗਲੀ ਗੱਲ ਹੋਰ ਕਲੀਅਰ ਕਰ ਦਿੱਤੀ, ਜਿਹੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ। ਸਾਰੇ ਛਿਦਰ ਢਕੇ ਗਏ। ਛਿਦਰ ਮੈਨੇ ਕਮਜ਼ੋਰੀਆਂ। ਮੇਰੇ ਮਨ ਵਿੱਚ ਕੀ ਹੈਗਾ ਕਿਹਨੂੰ ਪਤਾ? ਕਮਜ਼ੋਰੀ ਹੀ ਹੈ ਨਾ। ਪਰ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਨਸ਼ਰ ਨਹੀਂ ਹੋਈਆਂ ਤੇਰੀਆਂ ਕਮਜ਼ੋਰੀਆਂ, ਤੈਨੂੰ ਪੱਥਰ ਨਹੀਂ ਮਾਰੇ ਕਿਸੇ ਨੇ, ਤੈਨੂੰ ਜੇਲ੍ਹ 'ਚ ਨਹੀਂ ਸੁੱਟਿਆ ਕਿਸੇ ਨੇ, ਤੈਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਕਿਸੇ ਨੇ, ਤੈਨੂੰ ਆਪਣੇ ਖਾਨਦਾਨ 'ਚ ਧੱਕੇ ਮਾਰ ਕੇ ਬਾਹਰ ਨਹੀਂ ਕੱਢਿਆ ਕਿਉਂਕਿ ਨਹੀਂ ਪਤਾ ਲੱਗਿਆ, ਤੇਰੀਆਂ ਕਮਜ਼ੋਰੀਆਂ ਦਾ ਨਹੀਂ ਪਤਾ ਲੱਗਿਆ। ਤੂੰ ਇੰਨਾ ਚਲਾਕ ਸੀ ਜਾਂ ਇੰਨਾ ਤੂੰ ਦੇਖ ਰੇਖ ਵਿੱਚ ਇਹ ਕੰਮ ਕਰ ਸਕਿਆ ਕਿ ਤੂੰ ਆਪਣੀਆਂ ਕਮਜ਼ੋਰੀਆਂ ਛੁਪਾ ਲਈਆਂ ਆਪਣਿਆਂ ਕੋਲੋਂ ਵੀ। ਪਤੀ ਨੂੰ ਨਹੀਂ ਪਤਾ ਲੱਗਣ ਦਿੱਤਾ, ਪਤਨੀ ਨੂੰ ਨਹੀਂ ਪਤਾ ਲੱਗਣ ਦਿੱਤਾ, ਧੀਆਂ ਪੁੱਤਰਾਂ ਨੂੰ, ਮਾਤਾ ਪਿਤਾ ਨੂੰ ਨਹੀਂ ਪਤਾ ਲੱਗਣ ਦਿੱਤਾ, ਯਾਰਾਂ ਦੋਸਤਾਂ ਨੂੰ ਨਹੀਂ ਪਤਾ ਲੱਗਣ ਦਿੱਤਾ, ਤੇ ਤੂੰ ਕਿਤੇ ਹੰਕਾਰ ਕਰੇ ਵੀ ਆਪਾਂ ਨਹੀਂ ਕਿਸੇ ਨੂੰ ਪਤਾ ਲੱਗਣ ਦਿੱਤਾ। ਹਜ਼ੂਰ ਕਹਿੰਦੇ ਨਹੀਂ, ਚੇਤੇ ਕਰ ਇਹ ਵੀ ਉਹਦੀ ਰਹਿਮਤ ਹੀ ਹੈ ਜਿਹਦੇ ਕਰਕੇ ਤੇਰਾ ਦਿਮਾਗ ਚੱਲਦਾ ਹੈ, ਜਿਸ ਕਰਕੇ ਲੋਕ ਤੇਰੀ ਐਬ ਨਹੀਂ ਵੇਖ ਸਕੇ। ਜਿਹੇ ਪ੍ਰਸਾਦ ਜਿਹਦੀ ਕਿਰਪਾ ਨਾਲ ਤੇਰੇ ਸਗਲ ਛੇਦਰ ਢਾਕੇ। ਮੈਂ ਤੇ ਹੈਰਾਨ ਹੋ ਜਾਂਦਾ, ਮਾਪਿਆਂ ਨੂੰ ਪਤਾ ਹੈ ਸਾਡਾ ਪੁੱਤ ਨਲਾਇਕ ਹੈ, ਪਤਾ ਹੈ, ਪਰ ਫਿਰ ਵੀ ਗੱਲ ਨਾਲ ਲਾ ਲੈਂਦੇ, ਉਹਦੇ ਮੂੰਹ ਤੇ ਨਹੀਂ ਦੱਸਦੇ ਵੀ ਕਿਤੇ ਇਹ ਹੋਰ ਢੈਂਦੀ ਕਲਾ 'ਚ ਨਾ ਚਲੇ ਜਾਏ। ਇਹ ਜੋ ਮੋਹ ਰੂਪੀ ਮੇਰੇ ਮਾਲਕ ਨੇ ਦਾਤ ਪਾਈ ਸੀ, ਜਾਂ ਆਪਣਿਆਂ ਨੂੰ ਕਿਵੇਂ ਅਸੀਂ ਚੜ੍ਹਦੀ ਕਲਾ ਵਿੱਚ ਰੱਖਣਾ ਹੈ, ਉਹਨਾਂ ਦੀਆਂ ਗਲਤੀਆਂ ਨੂੰ ਇਗਨੋਰ ਕਰਨ ਦੀ ਭਾਵਨਾ ਜੋ ਸਾਡੇ ਬਜ਼ੁਰਗਾਂ ਵਿੱਚ ਹੈ, ਇਹ ਵੀ ਸਾਡੇ ਜੀਵਨ ਵਾਸਤੇ ਕਿਤੇ ਘੱਟ ਲਾਭਦਾਇਕ ਹੈ। ਨਹੀਂ ਤਾਂ ਅਸੀਂ ਤਾਂ ਪਲ ਪਲ ਗਲਤੀ ਕਰਨ ਵਾਲੇ ਆ। ਪਰ ਮਾਲਕ ਨੇ ਸਿਸਟਮ ਦੇਖੋ ਕੈਸਾ ਬਣਾਇਆ ਹੋਇਆ ਹੈ, ਜਿਹੇ ਪ੍ਰਸਾਦ ਤੇਰੇ ਸਗਲ ਛੇਦਰ ਢਾਕੇ, ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਕੈ। ਤੂੰ ਉਹਦੀ ਸ਼ਰਨ ਵਿੱਚ ਪੈ ਜਾ ਕੇ ਜਿਹਦੀ ਕਿਰਪਾ ਕਰਕੇ ਨਾ ਹੋ ਗਿਆ, ਤਾਂ ਸੱਚਮੁੱਚ ਤੇਰੀਆਂ ਕਮਜ਼ੋਰੀਆਂ ਵੀ ਦੂਰ ਹੋ ਜਾਣਗੀਆਂ, ਜੋ ਕਮਜ਼ੋਰੀਆਂ ਦੂਰ ਕਰਨ ਵਾਸਤੇ ਤੂੰ ਇੱਥੇ ਆਇਆ ਹੈ। ਜਿਹੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਇਹਦਾ ਕੀ ਮਤਲਬ ਹੈ? ਜਿਹਦੀ ਕਿਰਪਾ ਦੇ ਨਾਲ ਕੋਈ ਵੀ ਤੇਰੇ ਤੱਕ ਪਹੁੰਚ ਨਹੀਂ ਸਕਿਆ, ਕੋਈ ਵੀ ਡਰ, ਕੋਈ ਵੀ ਕਮਜ਼ੋਰੀ, ਕੋਈ ਵੀ ਦੁੱਖ ਤੇਰੇ ਤੱਕ ਪਹੁੰਚ ਨਹੀਂ ਸਕਿਆ, ਜਿਸ ਦੀ ਬਖਸ਼ਿਸ਼ ਦਾ ਕਾਰਨ ਤੇਰਾ ਜਿਹੜਾ ਹੈਗਾ ਇਸ ਸੰਸਾਰ ਦੇ ਵਿੱਚ ਇੰਨਾ ਉੱਚਾ ਮੁਰਾਤਬਾ ਹੋ ਗਿਆ ਕਿ ਤੇਰੇ ਵਰਗਾ ਧਨਵਾਨ ਹੀ ਕੋਈ ਨਹੀਂ ਰਿਹਾ, ਤੇਰੇ ਵਰਗਾ ਵਿਦਵਾਨ ਹੀ ਕੋਈ ਨਹੀਂ ਰਿਹਾ, ਤੇਰੇ ਵਰਗਾ ਬਲਵਾਨ ਹੀ ਕੋਈ ਨਹੀਂ ਰਿਹਾ, ਤੇਰੇ ਬਰਾਬਰ ਕੋਈ ਪਹੁੰਚਿਆ ਹੀ ਨਹੀਂ। ਇੰਨਾ ਉੱਚਾ ਤੈਨੂੰ ਬਣਾ ਦਿੱਤਾ। ਕਹਿੰਦੇ ਚੇਤੇ ਕਰ ਹੇ ਮਨਾ, ਹਰ ਸਾਹ ਨਾਲ ਉਸ ਉੱਚੇ ਪ੍ਰਭੂ ਨੂੰ ਯਾਦ ਰੱਖ, ਕਿਉਂਕਿ ਉੱਚਾ ਹੋਈ
ਭਾਵੇਂ ਤੇਰੇ ਕੋਲ ਇੱਕ ਉਹਦਾ ਆ ਗਿਆ ਚੰਗਾ, ਦੂਜੇ ਨੂੰ ਨਹੀਂ ਮਿਲਿਆ, ਤੈਨੂੰ ਮਿਲ ਗਿਆ, ਪਰ ਚੇਤੇ ਰੱਖੀ ਤੂੰ ਉੱਚਾ ਨਹੀਂ, ਉੱਚਾ ਅਕਾਲ ਪੁਰਖ ਵਾਹਿਗੁਰੂ ਹੈ। ਇਸ ਕਰਕੇ ਉਹਨੂੰ ਚੇਤੇ ਰੱਖ, ਜਿਹੇ ਪ੍ਰਸਾਦ ਪਾਈ ਦੁਰਲਭ ਦੇ। ਦੁਰਲਭ ਦਾ ਅਰਥ ਹੁੰਦਾ ਹੈ ਜਿਹੜੀ ਆਸਾਨੀ ਨਾਲ ਪ੍ਰਾਪਤ ਨਾ ਹੋਵੇ, ਬੜੀ ਮੁਸ਼ਕਲ ਦੇ ਨਾਲ, ਭਾਗਾਂ ਨਾਲ ਮਿਲਦੀ ਹੈ। ਹਰੇਕ ਦੇ ਜੀਵਨ ਵਿੱਚ ਨਹੀਂ ਹੈ। ਕਿਤਨੇ ਸੱਪ ਠੂਏ ਹੈ, ਉਹਨਾਂ ਨੂੰ ਇਹ ਮਨੁੱਖਾ ਦੇਹੀ ਨਹੀਂ ਮਿਲੀ, ਦੂਜੀ ਦੇਹੀ ਮਿਲੀ ਹੈ। ਹੁਣ ਇਹਦੇ ਚ ਦੱਸੋ, ਜੇ ਮੈਂ ਕਹਾਂ ਕਿ ਮੇਰਾ ਜ਼ੋਰ ਚੱਲਿਆ ਸੀ ਤਾਂ ਮੈਨੂੰ ਇਹ ਦੇਹੀ ਮਿਲੀ ਹੈ, ਤੇ ਮੇਰੇ ਵਰਗਾ ਬੇਵਕੂਫ ਕਿਹੜਾ ਹੋਏਗਾ? ਇਹ ਤਾਂ ਕਿਰਪਾ ਹੀ ਹੈ ਨਾ, ਜਿਹਦੀ ਕਿਰਪਾ ਦੇ ਨਾਲ ਇਹ ਬਹੁਤ ਮੁਸ਼ਕਲ ਨਾਲ ਮਿਲਣ ਵਾਲੀ ਮਨੁੱਖਾ ਦੇਹੀ ਪ੍ਰਾਪਤ ਹੋ ਗਈ। ਨਾਨਕ ਤਾਕੀ ਭਗਤ ਕਰੇ, ਉਸ ਦੀ ਭਗਤੀ ਕਰ ਬਈ, ਜਿਹਦੀ ਕਿਰਪਾ ਦੇ ਕਰਕੇ ਤੈਨੂੰ ਆ ਬੋਲਣ ਵਾਲੀ ਜ਼ੁਬਾਨ, ਸੁਣਨ ਵਾਲੇ ਆ ਦੇਹੀ ਪ੍ਰਾਪਤ ਹੋਈ ਹੈ, ਸੋਚਣ ਵਾਲੀ ਕੋਈ ਦੇਹੀ ਪ੍ਰਾਪਤ ਹੋਈ ਹੈ, ਤੈਨੂੰ ਉਹਦੀ ਭਗਤੀ ਕਰਨੀ ਚਾਹੀਦੀ ਹੈ। ਅਗਲੀ ਗੱਲ, ਜੇ ਪ੍ਰਸਾਦ ਆ ਭੂਖਨ ਪਹਿਰੀਜੈ, ਜਿਹਦੀ ਕਿਰਪਾ ਦੇ ਨਾਲ ਗਹਿਣੇ ਪਹਿਨੀਦੇ ਹਨ। ਬੜੇ ਪ੍ਰਕਾਰ ਦੇ ਗਹਿਣੇ ਮਨੁੱਖ ਨੇ ਬਣਾ ਲਏ, ਮੱਥੇ ਤੇ ਪਾਉਣ ਵਾਲੇ, ਕੰਨਾਂ 'ਚ ਪਾਉਣ ਵਾਲੇ, ਗਲੇ 'ਚ ਲਟਕਾਉਣ ਵਾਲੇ, ਹੱਥਾਂ 'ਚ ਪਾਉਣ ਵਾਲੇ, ਪੈਰਾਂ 'ਚ ਪਾਉਣ ਵਾਲੇ, ਲੱਕ ਤੇ ਲਮਕਾਉਣ ਵਾਲੇ, ਕਿੰਨੇ ਪ੍ਰਕਾਰ ਦੇ ਆ ਭੂਖਨ ਹੈ। ਔਰ ਪਾ ਰਹੀ ਹੈ, ਮਨੁੱਖਤਾ ਪਾ ਰਹੀ ਹੈ, ਅੰਗਰੇਜ਼ ਪਾ ਰਹੇ ਹੈਗੇ ਆ, ਹੋਰ ਮੁਲਕ ਵਾਲੇ ਪਾ ਰਹੇ ਹਨ। ਮੈਂ ਕਹਿੰਦਾ ਜੇ ਸੋਨਾ ਹੀ ਨਾ ਹੁੰਦਾ ਫਿਰ ਕੀ ਕਰਦੇ? ਜੇ ਹੀਰੇ ਹੀ ਨਾ ਹੁੰਦੇ ਫਿਰ ਕੀ ਕਰਦੇ? ਕੰਨ ਹੀ ਨਾ ਹੁੰਦੇ ਫਿਰ ਕੀ ਕਰਦੇ? ਗਲ ਨਾ ਹੁੰਦਾ ਫਿਰ ਕੀ ਕਰਦੇ? ਹੱਥ ਹੀ ਨਾ ਹੁੰਦੇ ਫਿਰ ਕੀ ਕਰਦੇ? ਫਿਰ ਕਿਹੜੀਆਂ ਚੂੜੀਆਂ ਤੇ ਕਿਹੜੇ ਕੜੇ? ਹੱਥ ਹੀ ਨਹੀਂ ਹੈਗੇ। ਅਸੀਂ ਇਹ ਸਾਰੀਆਂ ਗੱਲਾਂ ਭੁੱਲ ਜਾਂਦੇ ਹਾਂ। ਜੇ ਆਪਾਂ ਮਿਹਨਤ ਕਰਨ ਜੋਗੇ ਹੀ ਨਾ ਹੁੰਦੇ, ਨੇ ਪੈਸੇ ਹੀ ਨਾ ਹੁੰਦੇ ਕੁਝ ਖਰੀਦਣ ਜੋਗੇ, ਫਿਰ ਕੀ ਕਰਦੇ? ਚੇਤੇ ਰੱਖੋ, ਹਰ ਕੰਮ ਵਿੱਚ ਰੱਬ ਦੀ ਰਹਿਮਤ ਹੈ। ਜਿਹੇ ਪ੍ਰਸਾਦ ਆ ਭੂਖਨ ਪਹਿਰੀਜੈ ਮਨ, ਤੇ ਸਿਮਰਤ ਕਿਉਂ ਆਲਸ ਕੀਜੈ। ਉਹਨੂੰ ਸਿਮਰਨ ਕਰਨ ਲੱਗਿਆ ਆਲਸ ਕਿਉਂ ਕਰਿਆ ਜਾਏ? ਦੱਸੋ। ਆਲਸ ਨਹੀਂ ਕਰਨਾ, ਆਲਸ ਦਾ ਤਿਆਗ ਕਰਨਾ, ਪਰ ਹਰ ਵੇਲੇ ਉਹਦੀ ਵਡਿਆਈ ਕਰਨ ਵੇਲੇ ਤਿਆਰ ਰਹਿਣਾ ਅਸੀਂ। ਜਿਹੇ ਪ੍ਰਸਾਦ ਅਸ਼ਵ, ਅਸ਼ਵ ਕਹਿੰਦੇ ਨੇ ਘੋੜੇ, ਹਸਤ, ਹਸਤ ਮੈਨੇ ਹਾਥੀ, ਅਸਵਾਰੀ, ਜਿਹਦੀ ਕਿਰਪਾ ਕਰਕੇ ਘੋੜਿਆਂ ਤੇ ਹਾਥੀਆਂ ਦੀਆਂ ਸਵਾਰੀਆਂ ਕਰ ਰਿਹਾ ਤੂੰ। ਅੱਜ ਦੀ ਭਾਸ਼ਾ ਵਿੱਚ ਕਹੀਏ ਕਿ ਚੰਗੀਆਂ ਚੰਗੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ, 4 ਜੀ ਘਰ ਵਿੱਚ 4 ਗੱਡੀਆਂ ਖੜੀਆਂ, ਨਾਲ 2 ਮੋਟਰਸਾਈਕਲ ਖੜੇ ਹੈਗੇ ਨਾ ਸਾਡੇ ਘਰਾਂ ਦੀ ਹਾਲਤ। ਤੇ ਹਜ਼ੂਰ ਕਹਿੰਦੇ ਉਹਦੀ ਕਿਰਪਾ ਦੇ ਕਰਕੇ ਤੇ ਕੋ ਸੁੱਖ ਸਾਧਨ ਹੈਗੇ ਨੇ, ਪਰ ਅਸੀਂ ਕਾਰਾਂ ਤੇ ਮੋਟਰਸਾਈਕਲਾਂ ਦਾ ਖਿਆਲ ਤਾਂ ਵਾਹਵਾ ਰੱਖਦੇ ਆ। ਉਹਨਾਂ ਵਾਸਤੇ ਅਸੀਂ ਵਰਕਰ ਵੀ ਰੱਖੇ ਕਾਰ ਧੋਣ ਵਾਸਤੇ, ਪਰ ਆ ਮਨ ਧੋਣ ਵਾਸਤੇ ਵੀ ਕੋਈ ਰੱਖਿਆ ਕਿ ਨਹੀਂ ਰੱਖਿਆ? ਇਹ ਵੀ ਤਾਂ ਡਰਾਈਵਰ ਹੈ, ਇਹ ਗੱਡੀ ਚਲਾ ਰਿਹਾ ਹੈ, ਮਨ ਵੀ ਧੋਣਾ ਚਾਹੀਦਾ। ਤੇ ਜਿਸ ਨੇ ਇਹ ਸਵਾਰੀਆਂ ਦਿੱਤੀਆਂ ਉਹਦਾ ਧਿਆਨ ਵੀ ਸਾਨੂੰ ਚਾਹੀਦਾ। ਸਤਿਗੁਰ ਕਹਿਣ ਲੱਗੇ, ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ, ਉਹਨੂੰ ਕਦੇ ਵੀ ਤੂੰ ਵਿਸਾਰੀ ਨਾ, ਕਦੇ ਵੀ ਨਾ ਵਿਸਾਰ ਉਹਨੂੰ ਜਿਹਨੇ ਸਾਰਾ ਕੁਝ ਤੈਨੂੰ ਦਿੱਤਾ। ਜਿਹੇ ਪ੍ਰਸਾਦ ਬਾਗ ਮਿਲਖ ਧਨਾ, ਮੇਰੀਆਂ 2 ਕੋਠੀਆਂ, ਮੇਰੀ 4 ਕੋਠੀਆਂ, ਮੇਰੇ ਇੰਨੀ ਜ਼ਮੀਨ ਜਾਇਦਾਦ, ਮੇਰੀ ਇੰਨੀਆਂ ਫੈਕਟਰੀਆਂ, ਮੇਰੇ ਇੰਨੇ ਬੈਂਕ ਬੈਲੈਂਸ, ਰੱਬ ਦੀ ਕਿਰਪਾ ਨਾਲ ਹੈ। ਇੱਕ ਬਿਮਾਰੀ ਲੱਖਾਂ ਪਤੀ ਤੋਂ ਕੱਖਾਂ ਪਤੀ ਬਣਾ ਦਿੰਦੀ ਹੈ। ਜਿੰਨੇ ਪੈਸੇ ਇਕੱਠੇ ਕੀਤੇ ਸਾਰੇ ਬਾਪੂ ਤੇ ਲਾਤੇ, ਜਿੰਨੇ ਪੈਸੇ ਇਕੱਠੇ ਕੀਤੇ ਸਾਰੇ ਪਤਨੀ ਜਾਂ ਪਤੀ ਤੇ ਲਾਤੇ, ਪੁੱਤ ਤੇ ਲਾ ਦਿੱਤੇ। ਇੱਕ ਬਿਮਾਰੀ ਘਰ ਖਾਲੀ ਕਰਵਾ ਦਿੰਦੀ ਹੈ। ਆ ਹੁਣ ਤੱਕ ਕਰੋਨਾ ਮਹਾ ਬਿਮਾਰੀ ਫੈਲੀ ਨਾ, ਆ ਮੈਨੂੰ ਮਿਲੇ ਇੱਕ ਵੀਰ, ਕਹਿੰਦੇ ਸਾਡੇ 13 ਹੋਟਲ ਸਨ। ਮੈਂ ਕਿਹਾ ਬਹੁਤ ਵਧੀਆ ਗੱਲ ਹੈ, ਕਹਿੰਦੇ ਅੱਗੇ ਵੀ ਸੁਣ ਲਓ। ਮੈਂ ਕਿਹਾ ਹਾਂਜੀ। ਕਹਿੰਦੇ ਇੱਕ ਰਹਿ ਗਿਆ, 12 ਬੰਦ ਹੋ ਗਏ। ਮੈਂ ਕਿਹਾ ਸ਼ੁਕਰ ਹੈ ਇੱਕ ਤਾਂ ਚੱਲ ਰਿਹਾ। ਕਹਿੰਦੇ ਮਹੀਨੇ ਦਾ 1 ਲੱਖ ਪੱਲੋਂ ਪੈ ਰਿਹਾ। ਮੈਂ ਕਿਹਾ ਉਹ ਕਿਵੇਂ? ਕਹਿੰਦੇ ਜਿਹੜੇ ਵਰਕਰ ਰੱਖੇ ਨੇ ਤਨਖਾਹ ਦੇਣੀ ਪੈ ਰਹੀ ਹੈ, ਗਾਹਕ ਹੈ ਨਹੀਂ। ਮੈਂ ਕਿਹਾ ਕਿੱਡਾ ਵੱਡਾ ਘਾਟਾ ਪੈ ਗਿਆ। ਕਹਿੰਦੇ ਹੋਰ ਸੁਣ ਲਓ, ਜਿਹੜੇ 13 ਹੋਟਲ ਸਨ ਉਹਨਾਂ ਦੀ ਇਸ ਤਰੀਕੇ ਨਾਲ ਆਪਾਂ ਕਰਦੇ ਆ ਬਿਜ਼ਨਸ, ਮੈਂ ਲੋਨ ਲਿਆ ਹੁੰਦਾ, ਉਹਦੀ ਕਮਾਈ ਵਿੱਚੋਂ ਕਿਸ਼ਤ ਕੱਢਦੇ ਆ, ਕਮਾਈ ਹੁੰਦੀ ਨਹੀਂ, ਕਿਸ਼ਤ ਹਰ ਮਹੀਨੇ ਆ ਰਹੀ ਹੈ। ਹੁਣ ਉਹਨਾਂ ਨੂੰ ਅਸੀਂ ਲੱਖਾਂ ਪਤੀ ਅਰਬਾਂ ਪਤੀ ਸਮਝ ਰਹੇ ਸਾਂ,
पर उन्हें अपनी गल दसी, कहते जी हुण भाई साहब इन्नी क अमाउंट मैं पासे रख दिती आ भी घट्टो घट घर दे 2 वक्त की रोटी खाण वास्ते तां इह हो जाए पूरी 7-8 महीनों लई। कोई पता लगदा समय दा? जिस वेले इतना कुछ सी माफ करना, उस वेले रब नहीं कई बार चेते आउंदा। जदों सब कुछ खुस जाता है ना, फिर आपां अरदासां करन वास्ते पहुंच जांदे, सच्चे पातशाह मेहर कर, सब कुछ गया साडे हत्थों। ते पहले ही चेते करना चाहिए ना सानू, उदों धन्नवाद भी ते करना चाहिए। ते सतगुरु जी कह रहे हैं, जिह प्रसाद बाग मिलख धना, राख परोए प्रभ अपने मना। परो के रख उस रब नूं जिहदी किरपा दे करके सारा कुछ है। साडे घरां विच बार बन गए, हद हो गई। पता है भी किहने बख्शिश कीता? रब ने बार खोलण वास्ते सानूं दित्ते असीं मेहरबानियां। असीं रोटी खाण दा कमरा अलग, रोटी बनाउण दा कमरा अलग, ये साडी किचन है जी, ये साडा डाइनिंग रूम है जी। हार श्रृंगार करन दा अलग, साडा ड्रैसिंग रूम है जी। सौण दा कमरा अलग, ये साडा बैडरूम है जी। रब नूं याद करन वास्ते भी कोई थां हैगी है? चंगी गल सी आपां सारियां थावां नूं रब दी याद करन वालियां थावां बना लैंदे। जिस वेले रसोई जांदे रब रब करके रोटी बनाउंदे, रब रब करके सुनदे, रब रब करके खांदे। पर आपां तां फस गए। ते सतगुर चेते कराउंदे ने, राख परोए प्रभ अपने मना, जिन तेरी मन बनत बनाई। ऐ मना जिसने तेरी बनतर बना दी है। उठत बैठत सद तिसै ध्याई। उठदियां बैठदियां हमेशा उन्होंने ध्या। तिसै ध्याए जो एक अलख है। उन्होंने ध्या जिन्होंने कोई लख नहीं सकता, जिहदे बारे कोई जान नहीं सकता, जिहदे तक कोई पहुंच नहीं सकता, जिहदे बारे कोई जानकारी पूरी पूरी नहीं लै सकता, उन्होंने ध्या। ਉਹਦੇ ਨਾਲ जुड़ भाव अकाल पुरख वाहिगुरू जी ਨੂੰ ਤੂੰ ਧਿਆ। ਕੀ ਹੋਏਗਾ? ਈਹਾਂ ਊਹਾਂ ਨਾਨਕ ਤੇਰੀ ਰੱਖੈ। ਇਸ ਲੋਕ ਵਿੱਚ ਵੀ ਉਸ ਲੋਕ ਵਿੱਚ ਵੀ ਉਹ ਤੇਰੀ ਇੱਜ਼ਤ ਰੱਖੇਗਾ, ਤੇਰੀ ਇੱਜ਼ਤ ਰੱਖੇਗਾ। ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ, ਬੜੇ ਪੁੰਨ ਦਾਨ ਕਰਦਾ ਹੈ। ਮਨ ਆਠ ਪਹਿਰ ਕਰ ਕਿਸ ਕਾ ਧਿਆਨ। ਰੁਪਏ ਪੈਸੇ ਹੈਗੇ ਤਾਂ ਹੀ ਪੁੰਨ ਦਾਨ ਕਰ ਰਿਹਾ ਤੂੰ, तेरे अंदर सोहनी विचार हैगी है तां ही पुण्यदान कर रहे हैं, इस करके ओदा ध्यान कर। जे प्रसाद तू आचार व्यवहारी, चंगे आचार वाला है, आचरण है तेन चंगा चंगा कहते ने, व्यवहार विच बड़ा चंगा है जी, बड़ा मिल वरतन वाला है। तिस प्रभ को सास सास चितारी, उसनू सास सास चितार, चेते कर, हर सा चेते रख। जे प्रसाद तेरा सुंदर रूप, बड़ा सोहना तेरा रूप है। सो प्रभ सिमरो सदा अनूप। ओ है बेमिसाल अनूप। रूप तेरा सोहना है पर तू बेमिसाल नहीं हैगा। अनूप का अर्थ है जिहदे वर्गा दूजा कोई नहीं। अनूप जिन्हां उपमा ना किसी दी कीती जा सकदे। बेमिसाल रब है, ओनू ध्या, आपे तू हंकार नहीं करेगा। जे प्रसाद तेरी नीकी जात, नीकी मैंने सोहनी चंगी। सो प्रभ सिमर सदा दिन रात, ਉਹਨੂੰ दिन रात सिमर जिहदी किरपा करके तेरी चंगी किस्म हैगी है। जे प्रसाद तेरी पत रहे, जिहदी किरपा दे नाल तेरी इज्जत रह रही है, ओहदी किरपा दे नाल साडी इज्जत रह रही है। गुर प्रसाद नानक जस कहे, गुरु दी किरपा दे नाल हे नानक जीव जस कहंदा है। हुण इह जस ओहदी किरपा दे नाल किहा जा रहा है, इह भी चेते रखिए। किते ਆਪਾਂ सवा घंटे की क्लास ला के कहिए कि मैं क्लास लाई, तू ते लाई कोई नहीं। अपने आप च हंकार ही करन लग पई कि मैं बहुत चंगा है, वो बहुत माड़ा है। हजूर कहंदे नहीं, ओहदी किरपा दे नाल ही आपां सब कुछ कर पा रहे हां। जे प्रसाद सुने करन नाद, सोच के वेखिए जे मेरे कान ही ना काम करदे हुंदे, तुहाडे कान ही ना काम करदे हुंदे ते क्लास कौन लाउंदा? कोई भी नहीं। सुन रहे कन तां आपां क्लास च बैठे हैं ना। कहंदे ने कन जिहदी किरपा करके आवाज सुन पा रहे हैं। जे प्रसाद पेखै बिस्माद, पेखै मैंने अखां, आ टीवी लाया होया ना स्क्रीन,
ਇੱਕ ਦੂਜੀ ਸ਼ਕਲ ਵੇਖ ਪਾ ਰਹੇ ਆ, ਪਰ ਜੇ ਅੱਖਾਂ ਹੀ ਨਾ ਹੁੰਦੀਆਂ ਫਿਰ ਕੀ ਕਰ ਪੈਂਦੇ। ਅੱਜ ਧੀਆਂ ਪੁੱਤਰਾਂ ਨੂੰ ਵੇਖ ਕੇ ਖੁਸ਼ ਹੁੰਦੀਆਂ, ਜੇ ਅੱਖਾਂ ਕੰਮ ਹੀ ਨਾ ਕਰਦੀਆਂ ਫਿਰ ਕੀ ਕਰਦੇ। ਆ ਮੌਜ ਮੇਲਾ ਵੇਖ ਕੇ ਫਲਾਣੀ ਥਾਂ ਬੜੀ ਖੂਬਸੂਰਤ ਹੈ ਅਸੀਂ ਕਹਿੰਦੇ ਆ, ਪਰ ਜੇ ਅੱਖਾਂ ਹੀ ਨਾ ਹੁੰਦੇ ਫਿਰ ਕੀ ਕਰਦੇ। बिस्माद में आश्चर्यमयी बड़े ऐसे ऐसे दृश्य जो कमाल दे ने। जे प्रसाद बोले अमृत रसना, बड़ा वधिया बोलदा है जिहदी किरपा दे नाल अपनी रसना तो। जे प्रसाद सुख सहजे बसना, जिहदी किरपा दे नाल सुख विच बड़े आरामदायक जीवन विच असीं वस रहे हां। जे प्रसाद हस्त, आ हथ दी गल है, हस्त कर चले, ये हथ काम वास्ते चलते हैं, जिन्ने काम वास्ते चलते उन्ने पैसे साडे कोल आ रहे हैं। जिहदी किरपा करके हथ काम ले चल रहे हैं। जे प्रसाद संपूर्ण फले, जिहदी किरपा दे करके असीं फलीभूत हो रहे हैं। अज साडे घर परिवार दे विच धीआं बच्चे ने, होर ने, सब कुछ है, सारे पदार्थ हैगे ने ओहदी किरपा दे करके। जे प्रसाद परमगत पावे, परमगत परम अवस्था प्राप्त करदा है जिहदी किरपा दे नाल, भावें वो अध्यात्मक तौर ते है भावें इह दुनियावी तौर ते असीं ओहदे कह सकदे हां। परमगत दा अर्थ है अध्यात्म तौर ते परम अवस्था प्राप्त करदा है। आ मनुखा जीवन विच ते परम जीवन हैगा बाकी जीवन दे नालों। ते गुरु नाल जुड़ के साडी अध्यात्मक अवस्था बनदी है, ओनू भी परमगत कहंदे। जे प्रसाद सुख सहज समावे, जिहदी किरपा दे नाल सुख विच सहज विच अडोल अवस्था विच तू समाउंदा है। ऐसा प्रभ त्याग अवर कत लागो, इहो जा रब त्याग के होर किधर लग रहे हैं भाई, होर किसे पासे लग रहे। जिहदी किरपा दे नाल सहज विच समाना सी, जिहदी किरपा दे नाल परम गत दी प्राप्त होनी सी, जिहदी किरपा नाल तेरे हथ पैर चलदे हैं, ओनू छड्ड के किसे होर दे विच लगना है। दसो नहीं। ऐसा प्रभ त्याग अवर कत लागो, गुर प्रसाद नानक मन जागो। मन दे विच चेतनता प्राप्त कर, अपने मन दे विच ਇਹ अवस्था जिहड़ी हैगी ना, जागृत अवस्था, चेतनता दी अवस्था, मैं करना की ते कर की रहा। इस करके तू अपने मन दे विच ਉਹ जागृति जिहड़ी हैगी ਉਹ ਲੈ ਕੇ आ, किवें? गुरु दी किरपा नाल। जदों तू गुरु दी किरपा नाल जावेंगा ना, अपने आप मन कहेगा ये कर की रहा मैं, एक गड्डी किहड़े पासे मैं लैके जा रहा। पहला मैं क्या मन ड्राइवर है, वो जागेगा तो सही रस्ते ते लैके जाएगा ना, नहीं तो पुठे रस्ते ते लैके जा रहा। जे प्रसाद तू प्रगट संसार, संसार विच प्रगट है भी हैगा कोई बंदा इहदे नाम दा। कईयां दा फेम बड़ा हो जाता, नामी हो जाते, आ नामी जथा है जी सारे जानते हैं, आ नामी हीरो है जी सारे जानते हैं, ਇਹ ਨਾਮੀ ਬਿਜ਼ਨਸਮੈਨ ਹੈ ਸਾਰੇ ਜਾਣਦੇ। ਜਿਹਦੀ ਕਿਰਪਾ ਦੇ ਨਾਲ ਤੂੰ ਸੰਸਾਰ ਵਿੱਚ ਪ੍ਰਗਟ ਹੈ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਉਸ ਰੱਬ ਨੂੰ ਬਿਲਕੁਲ ਮੂਲ ਦਾ ਤਾਂ ਬਿਲਕੁਲ ਵੀ ਮਨ ਤੋਂ ਤੂੰ ਭੁਲਾ ਨਾ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾ ਕੋ ਜਾਪ। ਜਿਹਦੀ ਕਿਰਪਾ ਕਰਕੇ ਤੇਰਾ ਪ੍ਰਤਾਪ ਹੈ, तेरी जिहड़ी हैगी है कोई खास प्रकार की छवि है दूजे दे मन दे विच। लोग कहंदे ने भी इहदे कोल आ चीज जिहड़ी हैगी है इहदी चलेगी, इत्थे इह काम कर सकदा है। प्रताप दी गल यही है ना, मेरे अंदर कुछ करन दी जिहड़ी हैगी है ऐसी क्वालिटी है जिहदे करके मेरा प्रताप होएगा। कहंदे जिहदी किरपा करके तेरा प्रताप है ना, मूर्ख मना तू अपनी मैं ना कर, ओनू जाप। जे प्रसाद तेरे कारज पूरे, तिसै जान मन सदा हजूरे। जिहदी किरपा करके तेरे सारे काम पूरे होंदे, उह तू हादर नाल समझ भी मेरे कोल ही है। जे प्रसाद तू पावे साच, रे मन मेरे तू तां स्यों राच, तू तां स्यों राच। जिहदी किरपा दे नाल तू सच नूं प्राप्त कर ले, सच्चा आचार हो जाए, हमेशा कायम रहने वाला अकाल पुरख वाहिगुरू हो जाए, रब की रहमत के नाल ही उहदी प्राप्ति होनी है। इस करके तू उहदे विच ही रचिया रह, तू पदार्थां विच रचिया रहना, तू रब विच रचिया रह। जे प्रसाद सब की गत होए, नानक जाप जपै जप सोए।
ਜਿਹਦੀ ਕਿਰਪਾ ਦੇ ਨਾਲ ਸਾਰਿਆਂ ਦੀ ਹੀ ਗਤੀ ਹੋ ਸਕਦੀ ਹੈ, ਹੁੰਦੀ ਹੈ, ਸਾਰਿਆਂ ਦੀ ਮੁਕਤੀ ਹੁੰਦੀ। ਗਤੀ ਦਾ ਮਤਲਬ, ਗਤ ਸ਼ਬਦ ਅਸੀਂ ਪੜ੍ਹਿਆ ਦਾ ਅਰਥ ਹੈ ਗਤੀ ਹੋ ਜਾਣਾ, ਮੁਕਤੀ ਹੋ ਜਾਣਾ। ਜਿਹਦੀ ਕਿਰਪਾ ਦੇ ਨਾਲ ਸਾਰਿਆਂ ਦੀ ਹੀ ਮੁਕਤੀ ਹੁੰਦੀ ਹੈ, ਤੂੰ ਉਹਦਾ ਜਾਪ ਜਪ, ਤੂੰ ਉਹਦੇ ਗੁਣ ਗਾਇਨ ਕਰ। ਹੁਣ ਲਾਸਟ ਜਿਹੜਾ ਪਦ ਹੈ ਨਾ, ਉਹ ਬੜਾ ਧਿਆਨ ਮੰਗਦਾ ਹੈ। ਹੁਣ ਇਹਨਾਂ 'ਚ ਗੱਲ ਆ ਰਹੀ ਸੀ ਤੂੰ ਜਾਪ ਜਪ, ਤੂੰ ਇਹ ਹੈ, ਪਰ ਮਨੁੱਖ ਜਦੋਂ ਜਾਪ ਜਪਦਾ ਹੈ ਨਾ, ਉਸੇ ਵੇਲੇ ਹੰਕਾਰ ਵੀ ਨਾਲ ਹੀ ਜਨਮ ਲੈਂਦਾ। ਮੈਂ ਜਪ ਰਿਹਾ, ਮੈਂ ਚੰਗੇ ਰਾਹ ਤੇ ਤੁਰ ਰਿਹਾ, ਮੈਂ ਤਾਂ ਆਹ ਕਰ ਲੈਣਾ ਹੁੰਦਾ, ਮੈਂ ਤਾਂ ਹੁਣ ਆਹ ਕਰਦਾ। ਸਤਿਗੁਰੂ ਜੀ ਦੇ ਕੋਲ ਲਾਸਟ ਪਦੇ ਵਿੱਚ ਪਤਾ ਕੀ ਕਹਿੰਦੇ, ਜਪਣਾ ਤੂੰ ਜਾਪ ਹੈ, ਪਰ ਮਨ ਵਿੱਚ ਰੱਖਣਾ ਰੱਬ ਜਪਾ ਰਿਹਾ। ਮੈਂ ਜਪਣ ਜੋਗਾ ਨਹੀਂ ਹੈਗਾ। ਕਰਨੇ ਤੂੰ ਚੰਗੇ ਕੰਮ ਹੈ, ਪਰ ਮਨ ਵਿੱਚ ਰੱਖਣਾ ਉਹ ਚੰਗੇ ਕੰਮ ਕਰਾ ਰਿਹਾ, ਮੈਂ ਨਹੀਂ ਕਰ ਰਿਹਾ। ਫਿਰ ਸਾਡੇ ਅੰਦਰੋਂ ਇਹ ਗੱਲ ਨਿਕਲੇਗੀ, ਇਹ ਅਰਦਾਸ ਨਿਕਲੇਗੀ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੈ ਮੇਰਾ। ਹਜ਼ੂਰ ਕਹਿੰਦੇ ਨੇ ਆਪ ਜਪਾਏ ਜਪੈ ਸੋ ਨਾਉ। ਚੇਤੇ ਰੱਖੋ, ਕਿਤੇ ਨਾਮ ਜਪਦੇ ਹੰਕਾਰੀ ਹੋ ਜਾਈਏ ਅਸੀਂ, ਨਹੀਂ। ਇਹ ਭਾਵਨਾ ਰੱਖੋ ਰੱਬ ਦੀ ਮਿਹਰ ਹੈ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਰੱਖੀ, ਮੇਰੇ ਮਾਲਕਾ ਤੇਰਾ ਧੰਨਵਾਦ, ਤੂੰ ਅੱਜ ਪਾਠ ਕਰਾ ਲਿਆ, ਤੂੰ ਅੱਜ ਸੰਗਤ ਕਰਵਾ ਦਿੱਤੀ, ਤੂੰ ਅੱਜ ਵਿਚਾਰ ਕਰਵਾ ਲਈ। ਸੱਚੇ ਪਾਤਸ਼ਾਹ ਤੇਰੀ ਰਹਿਮਤ, ਮੇਰੇ ਮਾਲਕਾ ਸ਼ੁਕਰ ਹੈ, ਸ਼ੁਕਰ ਹੈ। ਆਪ ਗਵਾਏ ਸੋ ਹਰ ਗੁਣ ਗਾਓ। ਉਹ ਆਪ ਗਵਾਉਂਦਾ ਤਾਂ ਹਰੀ ਗੁਣ ਕੋਈ ਗਾ ਸਕਦਾ ਹੈ। ਸੱਚੇ ਪਾਤਸ਼ਾਹ ਸ਼ੁਕਰ ਹੈ, ਤੂੰ ਅੱਜ ਵਿਚਾਰ ਕਰਵਾ ਲਈ, ਤੂੰ ਅੱਜ ਵਿਚਾਰ ਸੁਣਵਾ ਲਈ, ਤੂੰ ਆਪ ਹੀ ਪ੍ਰੇਰਨਾ ਦੇ ਦਿੱਤੀ। ਅਸੀਂ ਬੈਠ ਗਏ 1 ਘੰਟਾ, ਅਸੀਂ 1 ਘੰਟਾ ਵਿਚਾਰ ਕਰ ਲਈ, ਕਿਉਂ? ਤੂੰ ਹੀ ਕਰਵਾ ਸਕਦਾ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਸਾਡੇ ਅੰਦਰ ਜੋ ਪ੍ਰਗਾਸ ਨਾ, ਚਾਨਣ ਹੈ ਗੁਰਮਤਿ ਦਾ, ਚੰਗੇ ਚੰਗੇ ਵਿਚਾਰ ਹੈ, ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਸੂਝ ਹੈ ਚੰਗੇ ਪਾਸੇ ਦੀ। ਸੱਚੇ ਪਾਤਸ਼ਾਹ ਸ਼ੁਕਰ ਹੈ ਤੇਰਾ, ਤੇਰੀ ਕਿਰਪਾ ਨਾਲ ਹੋਈ ਹੈ, ਇਹ 'ਚ ਮੇਰਾ ਕੁਝ ਨਹੀਂ। ਪ੍ਰਭ ਦਇਆ ਤੇ ਕਮਲ ਵਿਗਾਸ। ਪ੍ਰਭੂ ਦੀ ਦਇਆ ਤੋਂ ਇਹ ਕਮਲ ਜਿਹੜਾ ਵਿਕਸਦਾ ਹੈ, ਮੇਰੇ ਅੰਦਰ ਦਾ ਮਨ ਵਿਕਸਦਾ ਹੈ, ਇਹ ਖੇੜੇ ਵਿੱਚ ਆਉਂਦਾ ਹੈ। ਸੱਚੇ ਪਾਤਸ਼ਾਹ ਤੇਰੀ ਰਹਿਮਤ। ਪ੍ਰਭ ਸੁਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ। ਕਹਿੰਦੇ ਰੱਬ ਖੁਸ਼ ਹੁੰਦਾ ਨਾ, ਰੱਬ ਦੀ ਸੁਪ੍ਰਸੰਨਤਾ ਹੁੰਦੀ ਹੈ, ਉਦੋਂ ਮਨ ਵਿੱਚ ਵਸਦਾ ਹੈ। ਮੇਰੇ ਤੇ ਰੱਬ ਹੈ ਤੇ ਮੇਰਾ ਮਾਲਕਾ ਉਹਦੀ ਰਹਿਮਤ ਕਰਕੇ ਹੈ। ਪ੍ਰਭੂ ਦੀ ਦਇਆ ਤੇ ਹੀ ਮੇਰੀ ਮਤ ਉੱਤਮ ਹੋ ਸਕਦੀ ਹੈ। ਵਿਚਾਰ ਰੱਖਣਾ, ਕਿਤੇ ਤੇ ਹੰਕਾਰ ਕਰ ਲਈਏ ਕਿ ਮੈਂ ਬਹੁਤ ਸਿਆਣਾ, ਨਹੀਂ। ਸੱਚੇ ਪਾਤਸ਼ਾਹ ਤੇਰੀ ਦਇਆ ਦੇ ਨਾਲ ਸਰਬ ਨਿਧਾਨ ਪ੍ਰਭ ਤੇਰੀ ਮਾਇਆ। ਸਾਰੇ ਖਜ਼ਾਨੇ ਤੇਰੀ ਕਿਰਪਾ ਦੇ ਨਾਲ। ਜਿਸ ਦਿਨ ਇਹ ਗੱਲ ਸਮਝ ਜਾਵਾਂਗੇ ਨਾ, ਉਦੋਂ ਹੰਕਾਰ ਨਹੀਂ ਕਰਾਂਗੇ, ਉਦੋਂ ਕਹਾਂਗੇ ਕਠਪੁਤਲੀ। ਅਸੀਂ ਤੇ ਕਠਪੁਤਲੀ, ਨਚਾਉਣ ਵਾਲਾ ਕੋਈ ਹੋਰ, ਅਸੀਂ ਤੇ ਵਾਜੇ ਵਜਾਉਣ ਵਾਲਾ ਕੋਈ ਹੋਰ, ਅਸੀਂ ਤੇ ਪਤੰਗ ਉਡਾਉਣ ਵਾਲਾ ਕੋਈ ਹੋਰ। ਉਸ ਵੇਲੇ ਹੰਕਾਰ ਨਹੀਂ ਆਏਗਾ, ਉਸ ਵੇਲੇ ਧੰਨਵਾਦ ਆਏਗਾ, ਸ਼ੁਕਰ ਆਏਗਾ। ਸਰਬ ਨਿਧਾਨ, ਸਾਰੇ ਖਜ਼ਾਨੇ ਪ੍ਰਭ ਤੇਰੀ ਮਾਇਆ। ਮਾਇਆ, ਇਹਨੂੰ ਮਾਇਆ ਨਹੀਂ ਬੋਲਣਾ, ਮਾਇਆ ਦਾ ਅਰਥ ਹੈ ਕਿਰਪਾ। ਤੇਰੀ ਕਿਰਪਾ ਨਾਲ ਆਪੋ ਕਛੂ ਨਾ ਕਿਨਹੂ ਲਿਆ। ਆਪਣੇ ਆਪ ਕਿਸੇ ਨੇ ਕੁਛ ਵੀ ਨਹੀਂ ਲਿਆ, ਤੂੰ ਹੀ ਦਿੱਤਾ ਜੋ ਕੁਝ ਕਿਸੇ ਨੂੰ ਪ੍ਰਾਪਤ ਹੈ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ। ਹੁਣ ਚੰਗੇ ਪਾਸੇ ਲੱਗਣ ਵਾਲੇ ਗੱਲ ਕਹਿ ਰਹੇ ਨੇ, ਯਾਦ ਰੱਖਣਾ। ਕਿਤੇ ਸ਼ਰਾਬੀ ਸ਼ਰਾਬ ਪੀ ਕੇ ਕਵੇ ਵੀ ਜਿੱਧਰ ਤੂੰ ਲਾਇਆ ਮੈਂ ਤੇ ਲੱਗ ਗਿਆ ਉਧਰ ਹੀ। ਦੇਖੋ ਪੂਰੇ ਪਦੇ ਵਿੱਚ ਮਤ ਪ੍ਰਗਾਸ ਹੋਣ ਦੀ ਗੱਲ ਹੈ, ਕਮਲ ਵਿਗਾਸ ਹੋਣ ਦੀ ਗੱਲ ਹੈ, ਮਨ ਵਿੱਚ ਰੱਬ ਵਸਣ ਦੀ ਗੱਲ ਹੈ, ਮਤ ਉੱਤਮ ਹੋਣ ਦੀ ਗੱਲ ਹੈ, ਸਾਰੇ ਖਜ਼ਾਨੇ ਪ੍ਰਾਪਤ ਹੋਣ ਦੀ ਗੱਲ ਹੈ। ਫਿਰ ਕਹਿਣਾ ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ। ਕਿਤੇ ਦੂਜੇ ਨੂੰ ਕਹੀਏ ਤੇ ਬਹੁਤ ਢਿੱਲੜ ਜਿਹਾ ਬੰਦਾ ਹੈ, ਮੇਰੇ ਸਾਹਮਣੇ ਕੀ ਹੈ? ਹੰਕਾਰ ਕਰਨ ਵਾਸਤੇ ਨਹੀਂ ਹੈ। ਇੱਥੇ ਜੇ ਸਾਡੇ ਕੋਲ ਕੁਝ ਹੈ ਤੇ ਨਿਮਰਤਾ ਵਿੱਚ ਆਉਣ ਲਈ ਹੈ। ਸੱਚੇ ਪਾਤਸ਼ਾਹ ਤੇਰੇ ਕਰਕੇ ਹੀ ਹੈ, ਮੇਰੇ ਕਰਕੇ ਨਹੀਂ ਹੈ, ਤੇਰੀ ਰਹਿਮਤ ਹੈ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ। ਹੇ ਹਰੀ ਸੁਆਮੀ, ਜਿੱਥੇ ਜਿੱਥੇ ਤੁਸੀਂ ਲਾਉਂਦੇ ਹੋ ਨਾ, ਉੱਥੇ ਉੱਥੇ ਅਸੀਂ ਜੀਵ ਲੱਗਦੇ ਹਾਂ। ਤੇਰੀ ਕਿਰਪਾ ਦੇ ਕਰਕੇ ਮੈਂ ਚੰਗੇ ਪਾਸੇ ਲੱਗਿਆ ਹੋਇਆ। ਨਾਨਕ ਇਨਕੈ ਕਛੂ ਨਾ ਹਾਥ।
ਇਹਨਾਂ ਜੀਵਾਂ ਦੇ ਹੱਥ ਵਿੱਚ ਕੁਝ ਨਹੀਂ ਹੈ। ਇਸ ਕਰਕੇ ਮੇਰੇ ਮਾਲਕਾ ਮੈਂ ਜਾਣਦਾ ਹਾਂ ਜੇ ਅੱਜ ਮੇਰੇ ਕੋਲ ਕੋਈ ਚੰਗਾ ਕੰਮ ਹੋ ਰਿਹਾ ਨਾ ਤੇ ਤੇਰੀ ਰਹਿਮਤ ਹੋਈ ਹੈ, ਜਿਸ ਕਰਕੇ ਮੈਂ ਇਹ ਸਭ ਕੁਝ ਕਰ ਸਕਿਆ ਹਾਂ ਜੀ। ਅਖੀਰਲੇ 4 ਪਦੇ ਥੋੜੇ ਤੇਜ਼ੀ ਵਿੱਚ ਕੀਤੇ ਹਨ ਕਿਉਂਕਿ ਸਮਾਂ ਵਾਧੂ ਹੋ ਗਿਆ ਸੀ। ਮੈਂ ਦੇਖਿਆ ਇੱਥੇ ਮੈਂ ਵਿਚਾਰਾਂ ਨੂੰ ਸੰਪੂਰਨ ਕਰ ਰਿਹਾ ਹਾਂ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਣੇ ਸੋਹਣੇ ਸਤਿ ਸ੍ਰੀ ਅਕਾਲ।